ਸਾਡੀ ਟੀਮ ਇੰਨੀ ਕੁ ਵਧੀਆ ਬਣੀ ਕਿ ਉਸ ਬੈਚ ਦੇ ਵਿੱਚੋਂ ਸਾਡੇ 5 ਪਲੇਅਰ ਜਿਹੜੇ ਸੀਗੇ ਉਸੇ ਸਕੂਲ ਦੇ ਅਸੀਂ ਬਾਅਦ ਦੇ ਵਿੱਚ ਇੰਡੀਆ ਖੇਡੇ। ਮੈਨੂੰ ਇਹ ਲੱਗਾ ਕਿ ਮੈਂ ਗੋਲਕੀਪਰ ਜੇ ਖੇਡੂੰਗਾ ਤੇ ਮੈਨੂੰ ਸਾਰਾ ਮੈਚ ਖੇਡਣ ਦਾ ਮੌਕਾ ਮਿਲੇਗਾ, ਮੈਨੂੰ ਇਹ ਬਾਹਰ ਬੈਂਚ ਤੇ ਨਹੀਂ ਬਿਠਾਣਗੇ। ਮਤਲਬ ਉਹ ਇੱਕ ਤਰੀਕੇ ਨਾਲ ਮੇਰੀ ਪਲਾਨਿੰਗ ਸੀਗੀ ਕਿ ਮੈਂ ਮੈਚ ਵਿੱਚ ਪੂਰਾ 70 ਮਿੰਟ ਮੈਂ ਗਰਾਊਂਡ ਦੇ ਵਿੱਚ ਹੀ ਰਵਾਂਗਾ। ਤੁਸੀਂ ਕਿਹਾ ਕਿ ਉਦੋਂ ਮੈਂ ਇਹ ਸੋਚ ਕੇ ਗੋਲਕੀਪਿੰਗ ਚੁਣ ਲਈ ਕਿ 70 ਮਿੰਟ ਮੈਂ ਗਰਾਊਂਡ ਤੇ ਰਹੂੰਗਾ। ਕਦੇ ਜ਼ਿਹਨ ਦੇ ਵਿੱਚ ਇਹ ਨਹੀਂ ਸੀ ਆਇਆ, ਕਿਉਂਕਿ ਆਪਣੇ ਹੀਰੋ ਮੈਨੂੰ ਲੱਗਦਾ ਉਹਨਾਂ ਨੂੰ ਮੰਨਿਆ ਜਾਂਦਾ ਜਿਹੜੇ ਗੋਲ ਕਰਦੇ ਨੇ ਟੀਮ ਦੇ ਵਿੱਚ। ਮੇਰਾ ਇੱਕ ਫਰੈਂਡ ਸੀ, ਉਹ ਕੈਨੇਡਾ ਤੋਂ ਟਰੱਕ ਚਲਾ ਰਿਹਾ ਸੀਗਾ ਤੇ ਮੈਂ ਮਹੀਨਾ ਕੁ ਪਹਿਲਾਂ ਦੀ ਗੱਲ ਹੈ, ਮੈਂ ਸਵੇਰੇ ਸਵੇਰੇ ਜੋਗਿੰਗ ਕਰ ਰਿਹਾ ਟ੍ਰੈਡਮਿਲ ਤੇ, ਉਹਦਾ ਮੈਨੂੰ ਫੋਨ ਆਇਆ। ਮੈਨੂੰ ਕਹਿੰਦਾ ਯਾਰ ਵੀ ਤੇਰੀ ਲਾਈਫ ਚੰਗੀ ਆ ਵੀ ਤੂੰ ਇਸ ਵੇਲੇ ਆਪਣੀ ਹੈਲਥ ਵਾਸਤੇ ਸੋਚ ਰਿਹਾ, ਅਸੀਂ ਇੱਥੇ ਟਰੱਕਿੰਗ ਕਰ ਰਹੇ। ਮੈਂ ਕਿਹਾ ਸ਼ੁਰੂਆਤ ਆਪਣੀ ਵੀ ਇਕੱਠਿਆਂ ਦੀ ਹੋਈ ਸੀਗੀ, ਜਦੋਂ ਮੈਂ ਮਿਹਨਤ ਕਰਨ ਜਾਂਦਾ ਹੁੰਦਾ ਸੀ ਉਸ ਵੇਲੇ ਤੂੰ ਸੁੱਤਾ ਹੁੰਦਾ ਸੀ। ਮੈਂ ਕਿਹਾ ਵੀ ਹੁਣ ਜਦੋਂ ਤੂੰ ਮਿਹਨਤ ਕਰ ਰਿਹਾ ਅਸੀਂ ਸੁੱਤੇ ਹੁੰਦੇ ਹਾਂ। ਕਿ ਮੇਰੇ ਇੰਜਰੀ ਵੀ ਸੀਗੀ, ਸ਼ੋਲਡਰ ਡਿਸਲੋਕੇਸ਼ਨ ਦੀ ਪ੍ਰੋਬਲਮ ਸੀਗੀ। ਸਨ 2000 ਦੇ ਵਿੱਚ ਮੈਨੂੰ ਕੈਂਪ ਚੋਂ ਬਾਹਰ ਕੱਢਤਾ। ਜਦੋਂ ਪਤਾ ਲੱਗਾ ਵੀ ਨਹੀਂ ਉਹ ਗੋਲਕੀਪਰ ਦੇ ਹੁਣ ਬਹੁਤ ਜ਼ਿਆਦਾ ਚੋਟ ਲੱਗ ਚੁੱਕੀ ਹੈ, ਚਲੋ ਮੈਂ ਅੰਦਰ ਗਿਆ। ਉਸ ਮੂਮੈਂਟ ਤੋਂ ਬਾਅਦ ਲਾਈਫ ਇੱਕਦਮ ਹੀ ਚੇਂਜ ਹੋ ਗਈ। ਮੇਰੀ ਉਸ ਵੇਲੇ ਜੋ ਕੱਦ ਮੇਰਾ ਵਧਿਆ ਉਸ ਟੂਰਨਾਮੈਂਟ ਦੇ ਵਿੱਚ, ਤੇ ਨੈਕਸਟ ਈਅਰ ਮੈਨੂੰ ਇੰਡੀਆ ਟੀਮ ਤੋਂ ਕਾਲ ਆ ਗਈ। ਜੋ ਖਿਡਾਰੀ ਦੇ ਨਾਲ ਅੱਜ ਮੈਂ ਬੈਠਾ 2006 ਤੋਂ 9 ਤੱਕ ਇਸ ਖਿਡਾਰੀ ਦਾ ਬਹੁਤ ਵੱਡਾ ਨਾਮ ਰਿਹਾ, ਪਰ ਅਨਹੋਣੀ ਕਹਿ ਲਈਏ 2009 ਦੇ ਵਿੱਚ ਜਾ ਕੇ ਪੁਣੇ ਦੇ ਵਿੱਚ ਪ੍ਰੈਕਟਿਸ ਕਰ ਰਹੇ ਸੀ ਜਦੋਂ ਮੈਦਾਨ ਤੇ, ਤਾਂ ਇਹਨਾਂ ਦੀ ਅੱਖ ਤੇ ਗੋਲਫ ਦੀ ਬਾਲ ਵੱਜਦੀ ਹੈ, ਜਿਸ ਤੋਂ ਬਾਅਦ ਵਿਜ਼ਨ ਜਿਹੜਾ ਆਈਸਾਈਟ ਆਪਾਂ ਕਹਿ ਲਈਏ, ਅੱਖ ਦੇ ਨਿਗਾਹ ਜਾਂ ਕਹਿ ਲਈਏ ਪੰਜਾਬੀ ਦੇ ਵਿੱਚ, ਉਹ ਵੀ ਘਟਦੀ ਆ। ਤੇ ਉਹ ਜਾਬਾਜ਼ ਖਿਡਾਰੀ ਦਾ ਹੌਸਲਾ ਸੀ। ਜਦੋਂ ਇਹ ਹਸਪਤਾਲ ਦੇ ਵਿੱਚ ਵੀ ਸੀ ਤਾਂ ਉਦੋਂ ਵੀ ਇਹ ਜ਼ੁਬਾਨੀ ਆਪਣੀ ਇਹੀ ਕਹਿ ਰਿਹਾ ਸੀ ਕਿ ਮੈਂ ਕਦੋਂ ਵਾਪਸੀ ਜਿਹੜੀ ਮੈਦਾਨ ਤੇ ਕਰਾਂਗਾ। ਇੱਕ ਖਬਰ ਵੀ ਲੱਗੀ, ਮੁੰਬਈ ਦੇ ਹੀ ਇੱਕ ਪੱਤਰਕਾਰ ਸੀ, ਉਹਨਾਂ ਦੇ ਵੱਲੋਂ ਖਬਰ ਲਾਈ ਗਈ ਸੀ ਅਤੇ ਇੰਗਲੈਂਡ ਦਾ ਹੀ ਇੱਕ ਖਿਡਾਰੀ ਸੀ ਹਾਕੀ ਦਾ, ਸੈਮ ਵਾਰਡ, ਉਸਦੀ ਵੀ ਉਸੇ ਤਰੀਕੇ ਦੇ ਨਾਲ ਜਿਵੇਂ ਤੁਹਾਡੇ ਅੱਖ ਤੇ ਬਾਲ ਵੱਜੀ ਸੀ ਉਸ ਖਿਡਾਰੀ ਦੇ ਵੀ ਵੱਜੀ ਸੀ, ਪਰ ਉਸ ਖਿਡਾਰੀ ਨੂੰ ਉਸਦੇ ਦੇਸ਼ ਨੇ, ਉਸਦੀਆਂ ਫੈਡਰੇਸ਼ਨਾਂ ਨੇ ਸਾਥ ਦਿੱਤਾ, ਪਰ ਤੁਹਾਨੂੰ 2009 ਤੋਂ ਬਾਅਦ ਕਦੇ ਉਹ ਮੌਕਾ ਨਹੀਂ ਦਿੱਤਾ। ਹਾਲਾਂਕਿ ਤੁਸੀਂ ਬਹੁਤ ਐਫਰਟਸ ਕੀਤੀ, ਆਪਣਾ 100% ਜਿਹੜਾ ਤੁਸੀਂ ਦਿੱਤਾ। ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਕਿਸ ਦੇ ਨਾਲ ਗਿਲਾ ਸ਼ਿਕਵਾ ਕੀ ਕਹੋਗੇ, ਕਿਉਂਕਿ ਉਹ ਜਿਹੜੀ ਖਬਰ ਛਪੀ ਉਸ ਤੋਂ ਬਾਅਦ ਵੀ ਤੁਹਾਡਾ ਨਾਮ ਬਹੁਤ ਜਿਹੜਾ ਚਰਚਾ ਦੇ ਵਿੱਚ ਆਇਆ। ਨਾ ਤਾਂ ਸਾਡੀ ਫੈਡਰੇਸ਼ਨ ਨੇ ਉਸ ਵੇਲੇ ਦੇ ਜਿਹੜੇ ਵੱਡੇ ਨਾਮ ਸੀਗੇ, ਨਾ ਸਾਡੀ ਇੰਡੀਅਨ ਗਵਰਨਮੈਂਟ ਨੇ। ਮੈਂ MS ਗਿੱਲ ਸਾਹਿਬ ਨੂੰ ਮਿਲਣ ਗਿਆ ਉਹਨਾਂ ਦੇ ਘਰੇ। ਮੇਰਾ ਅਗਲਾ ਕੀ ਪਲਾਨ ਕੀਤਾ ਵੀ ਮੈਨੂੰ ਕੀ ਰੀਹੈਬ ਇੱਥੇ ਦਊਂਗੇ ਕਿ ਮੈਂ ਦੁਬਾਰਾ ਗਰਾਊਂਡ ਦੇ ਵਿੱਚ ਵਾਪਸੀ ਕਰ ਸਕਾਂ। MS ਗਿੱਲ ਸਾਹਿਬ ਦਾ ਇਹ ਬਿਆਨ ਸੀਗਾ, ਕਹਿੰਦੇ ਵੀ ਕਾਕਾ ਜਿੰਨਾ ਖਰਚਾ ਅਸੀਂ ਤੇਰੇ 'ਤੇ ਕਰ ਚੁੱਕੇ ਹਾਂ, ਇਸ ਤੋਂ ਬਾਅਦ ਸਾਡੇ ਗਵਰਨਮੈਂਟ ਕੋਲ ਹੋਰ ਪੈਸਾ ਹੈ ਨਹੀਂ, ਤੇਰੀ ਫੈਡਰੇਸ਼ਨ ਕੋਲ ਵੀ ਪੈਸਾ ਹੈ ਨਹੀਂ ਤੇਰੇ 'ਤੇ ਖਰਚਣ ਵਾਸਤੇ। ਜਦੋਂ ਇੰਨੀ ਗੱਲ ਕਹੀ ਹੋਵੇ ਮੇਰਾ ਮਨ ਤਾਂ ਅੰਦਰੋਂ ਬੜਾ ਭਰਿਆ। ਮੈਂ ਕਿਹਾ ਯਾਰ ਵੀ ਹੁਣ ਮਤਲਬ ਇਹ ਸਾਡੀ ਕੰਟਰੀ ਦਾ ਸਪੋਰਟਸ ਮਿਨਿਸਟਰ ਕਹਿ ਰਿਹਾ ਇਹ ਗੱਲ। ਨਿਊਜ਼ ਓਨਲੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਪ੍ਰੋਗਰਾਮ ਸਪੋਰਟਸ ਸਿਤਾਰੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਖੈਰ ਮਕਦਮ ਹੈ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਇਸ ਐਪੀਸੋਡ ਦੇ ਵਿੱਚ ਇੱਕ ਖਿਡਾਰੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਜਿਸ ਨੇ ਖੇਡਾਂ ਦੀ ਦੁਨੀਆ ਦੇ ਵਿੱਚ ਮੱਲਾਂ ਮਾਰੀਆਂ ਹੋਣ ਅਤੇ ਆਪਣਾ ਨਾਮ ਚਮਕਾਇਆ ਹੋਵੇ। ਅਤੇ ਅੱਜ ਜਿਸ ਖਿਡਾਰੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਬਹੁਤ ਖਾਸ ਹੈ। ਹਾਲਾਂਕਿ ਉਸ ਖਿਡਾਰੀ ਦੇ ਸਪੋਰਟਸ ਦੇ ਉਸਦੇ ਮੈਂ ਸਫ਼ਰ ਦੀ ਗੱਲ ਕਰਾਂ ਤਾਂ ਅੱਖ 'ਤੇ ਸੱਟ ਵੀ ਲੱਗੀ, ਜਿਸ ਤੋਂ ਬਾਅਦ ਮੈਂ ਇਹ ਕਹਿ ਸਕਦਾ ਕਿ ਉਸ ਖਿਡਾਰੀ ਨੂੰ ਕਦੇ ਵੀ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਕੀ ਗਿਲੇ ਸ਼ਿਕਵੇ ਨੇ ਉਸ ਖਿਡਾਰੀ ਦੇ ਆਪਣੀ ਜ਼ਿੰਦਗੀ ਦੇ ਵਿੱਚ ਰਹੇ ਨੇ ਅਤੇ ਕਿਵੇਂ ਉਸ ਖਿਡਾਰੀ ਨੇ ਆਪਣਾ ਇੰਨਾ ਨਾਮ ਕਮਾਇਆ ਕਿ ਉਸ ਖਿਡਾਰੀ ਦੇ ਨਾਮ 'ਤੇ ਅੱਜ ਇੱਕ ਅਵਾਰਡ ਵੀ ਜਿਹੜਾ ਹਰ ਸਾਲ ਹਾਕੀ ਦੇ ਖਿਡਾਰੀਆਂ ਨੂੰ ਦਿੱਤਾ ਜਾਂਦਾ। ਤਾਂ ਉਹ ਤੁਹਾਡੀ ਵੀ ਮੁਲਾਕਾਤ ਕਰਵਾਉਣੇ ਆ ਹਾਕੀ ਦੇ ਬਹੁਤ ਮਸ਼ਹੂਰ ਗੋਲਕੀਪਰ ਰਹੇ ਬਲਜੀਤ ਦੱਤਵਾਲ ਜੀ ਦੇ ਨਾਲ। ਉਹਨਾਂ ਦੇ ਇੱਥੇ ਅੱਜ ਘਰ ਦੇ ਵਿੱਚ ਕਹਿ ਲਈਏ ਪਹੁੰਚੇ ਆ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਸਫ਼ਰ ਦੇ ਬਾਰੇ ਵੀ ਉਹਨਾਂ ਤੋਂ ਗੱਲਬਾਤ ਕਰਕੇ ਜਾਣਾਂਗੇ।
ਬਲਜੀਤ ਦੁਧਵਾਲ ਜੀ ਸਾਡੇ ਨਾਲ ਮੌਜੂਦ ਨੇ। ਸਰ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਸਪੋਰਟਸ ਸਿਤਾਰੇ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਹ ਮੰਚ ਦਿੱਤਾ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਬਲਜੀਤ ਜੀ, ਬਹੁਤ ਵੱਡਾ ਨਾਮ ਰਿਹਾ ਹਾਕੀ ਦੀ ਆਪਾਂ ਗੱਲ ਕਰੀਏ। ਅਕਸਰ ਜਿੰਨੇ ਵੀ ਮੈਂ ਅੱਜ ਤੋਂ ਪਹਿਲਾਂ ਜਿਹੜੇ ਪਲੇਅਰਸ ਨਾਲ ਇੰਟਰਵਿਊ ਕੀਤੀ ਹੈ, ਮੈਂ ਅਕਸਰ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਸੀ ਜਦੋਂ ਉਹਨਾਂ ਦੀ ਇੰਟਰੋ ਦੇਣੀ ਹੁੰਦੀ ਸੀ ਕਿ ਅੱਜ ਉਸ ਖਿਡਾਰੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੇ ਭਾਰਤ ਦੇ ਲਈ ਬਹੁਤ ਗੋਲ ਕੀਤੇ ਨੇ। ਪਰ ਮੈਨੂੰ ਵੀ ਅੱਜ ਸਬੱਬ ਮਿਲਿਆ ਕਿ ਮੈਂ ਵੀ ਆਪਣੀ ਇੰਟਰੋ ਦੇ ਵਿੱਚ ਇਹ ਕਹਿ ਸਕਾਂ ਕਿ ਉਸ ਖਿਡਾਰੀ ਦੇ ਨਾਲ ਮੁਲਾਕਾਤ ਕਰਵਾ ਰਹੇ ਹਾਂ ਜਿਸ ਨੇ ਭਾਰਤ ਦੇ ਲਈ ਗੋਲ ਬਹੁਤ ਰੋਕੇ ਨੇ। ਤੁਹਾਡੇ ਮੈਂ ਸਫ਼ਰ ਦੀ ਸ਼ੁਰੂਆਤ ਕਿੱਥੋਂ ਹੋਈ, ਹਾਕੀ ਕਿਵੇਂ ਚੁਣੀ, ਹਾਕੀ ਦੇ ਵੱਲ ਕਿਵੇਂ ਰੁਝਾਨ ਹੋਇਆ, ਉਸ ਬਾਰੇ ਵੀ ਜ਼ਰੂਰ ਪੁੱਛੂੰਗਾ। ਪਰ ਸਭ ਤੋਂ ਪਹਿਲਾ ਸਵਾਲ, ਤੁਸੀਂ ਗੋਲਕੀਪਰ ਰਹੇ ਹੋ, ਬਹੁਤ ਵੱਡਾ ਨਾਮ ਤੁਹਾਡਾ ਰਿਹਾ 2006 ਤੋਂ 2009 ਦੀ ਜੇਕਰ ਗੱਲ ਕਰੀਏ, ਵਰਲਡ ਦੇ ਤੁਸੀਂ ਟੌਪ ਗੋਲਕੀਪਰਾਂ ਦੇ ਵਿੱਚ ਤੁਹਾਡਾ ਨਾਮ ਆਇਆ। ਹਾਕੀ ਦੇ ਬਾਰੇ ਜਦੋਂ ਸੁਣਿਆ ਸੀ ਜਾਂ ਫਿਰ ਰੁਝਾਨ ਹਾਕੀ ਦੇ ਵੱਲ ਸਟਾਰਟ ਕੀਤੀ, ਸ਼ੁਰੂਆਤ ਕੀਤੀ, ਉਦੋਂ ਹੀ ਗੋਲਕੀਪਰ ਬਣਨਾ ਚਾਹੁੰਦੇ ਸੀ ਜਾਂ ਫਿਰ ਪਹਿਲਾਂ ਪਲੇਅਰ ਉੱਥੇ ਖੇਡਦੇ ਰਹੇ, ਉਸ ਤੋਂ ਬਾਅਦ ਕਿਸੇ ਕੋਚ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਗੋਲਕੀਪਰ ਬਣੋ? ਭਾਜੀ, ਜਦੋਂ ਹਾਕੀ ਦੀ ਸ਼ੁਰੂਆਤ ਅਸੀਂ ਕੀਤੀ, ਉਹ ਇੱਕ ਮਤਲਬ ਤਰੀਕੇ ਦਾ ਐਕਸੀਡੈਂਟ ਹੀ ਸੀਗਾ ਕਿ ਮੈਂ ਸਕੂਲ ਦੇ ਵਿੱਚ ਖੋ ਖੇਡਦਾ ਸੀ ਅਤੇ ਖੋ ਖੇਡਦੇ ਸੀਗੇ ਅਤੇ ਸਾਡੇ ਇਹ 6th ਕਲਾਸ ਦੀ ਗੱਲ ਹੈ ਕਿ ਜਦੋਂ ਅਸੀਂ ਸ਼ੁਰੂ ਕੀਤਾ ਸਕੂਲ ਦੇ ਵਿੱਚ ਕਿਸੇ ਐਕਟੀਵਿਟੀ 'ਚ ਪਾਰਟ ਲੈਣਾ, ਅਤੇ ਜਦੋਂ ਉਹ ਸਾਲ ਮਿਹਨਤ ਕਰਕੇ ਕਿਉਂਕਿ ਸਾਡਾ ਪਹਿਲਾ ਸਾਲ ਸੀਗਾ, ਸਾਡੇ ਤੋਂ ਪਹਿਲਾਂ ਸੀਨੀਅਰ ਵੀ ਸੀਗੇ, ਅਤੇ ਮੈਨੂੰ ਅਤੇ ਮੇਰੇ ਇੱਕ ਫਰੈਂਡ ਨੂੰ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ। ਅਤੇ ਉਹ ਬੱਚੇ ਦਾ ਮਨ ਹੁੰਦਾ ਹੈ ਕਿ ਸਕੂਲ ਵੱਲੋਂ ਖੇਡ ਰਹੇ ਹਾਂ, ਕਿੱਟ ਵੀ ਮਿਲੇ ਅਤੇ ਸਕੂਲ ਦੇ ਵਿੱਚ ਇੱਕ ਪਲੇਟਫਾਰਮ ਹੁੰਦਾ ਹੈ ਕਿ ਜਦੋਂ ਤੁਹਾਨੂੰ ਪ੍ਰਾਈਜ਼ ਮਿਲਦੇ ਨੇ ਜੀ। ਸੋ ਉਸ ਤਰੀਕੇ ਨਾਲ ਅਸੀਂ ਡਿਸਅਪੋਇੰਟ ਜੇ ਹੋਏ ਕਿ ਯਾਰ ਖੋ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ। ਇੱਕਦਮ ਸਾਡੇ ਸਕੂਲ ਦੀ ਸਾਡਾ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੁੰਦਾ ਸੀ 35 ਚੰਡੀਗੜ੍ਹ ਦੇ ਵਿੱਚ, ਅਤੇ ਉਹਦੇ ਵਿੱਚ ਹਾਕੀ ਦੀ ਟੀਮ ਇੰਟਰੋਡਿਊਸ ਹੋਈ। ਅਤੇ ਉਸ ਸਾਲ ਫਿਰ ਅਸੀਂ ਪਹਿਲੇ ਬੈਚ ਵਿੱਚ ਹੀ ਸੀਗੇ ਜਿਨ੍ਹਾਂ ਨੇ ਹਾਕੀ ਸ਼ੁਰੂ ਕੀਤੀ। ਅਤੇ ਸਾਡੇ ਇੱਕ ਮੈਡਮ ਹੁੰਦੇ ਸੀਗੇ, ਉਹ ਹੁਣ ਤਾਂ ਅਮਰੀਕਾ ਨੇ, ਉਹਨਾਂ ਨੇ ਕਾਫੀ ਮਿਹਨਤ ਕੀਤੀ ਉਸ ਹਾਕੀ ਟੀਮ ਨੂੰ ਬਣਾਉਣ 'ਚ। ਫਿਰ ਅਸੀਂ ਬਾਅਦ ਦੇ ਵਿੱਚ ਸਟੇਟ ਚੈਂਪੀਅਨ ਵੀ ਰਹੇ। ਸੋ ਇਸ ਤਰੀਕੇ ਨਾਲ ਬਾਏ ਡਿਫਾਲਟ ਹੀ ਇਸ ਹਾਕੀ ਦੇ ਵਿੱਚ ਆ ਗਏ। ਕੋਈ ਫੈਮਿਲੀ ਬੈਕਗਰਾਊਂਡ ਨਹੀਂ ਸੀ ਹਾਕੀ ਦਾ। ਸੋ ਮੇਰੇ ਫਾਦਰ ਕਬੱਡੀ ਖੇਡਦੇ ਰਹੇ ਸੀਗੇ, ਲੇਕਿਨ ਚੰਡੀਗੜ੍ਹ ਦੇ ਵਿੱਚ ਅਸੀਂ ਪੜ੍ਹਨ ਕਰਕੇ ਇੱਥੇ ਕਬੱਡੀ ਨੈਸ਼ਨਲ ਸਟਾਈਲ ਸੀਗੀ, ਪੰਜਾਬ ਸਟਾਈਲ ਨਹੀਂ ਸੀਗੀ। ਸੋ ਉਹ ਇੱਕ ਸਬੱਬ ਬਣਿਆ ਕਿ ਅਸੀਂ ਫਿਰ ਹਾਕੀ ਦੇ ਵਿੱਚ ਆ ਗਏ। ਮਤਲਬ ਉਹ ਜਿਹੜਾ ਤੁਸੀਂ ਹਾਕੀ ਦਾ ਆਪਣਾ ਜਿਹੜਾ ਪਹਿਲਾਂ ਸਿਲੈਕਸ਼ਨ ਹੋਈ ਤੁਹਾਡੀ, ਚਾਹੇ ਸਕੂਲ ਦੇ ਵਿੱਚ ਹੋਈ ਸੀ 6ਵੀਂ ਕਲਾਸ ਦੇ ਵਿੱਚ, ਖੋ ਦੇ ਵਿੱਚ ਜਗ੍ਹਾ ਨਹੀਂ ਸੀ ਮਿਲੀ। ਇੱਕ ਬੱਚਿਆਂ ਨੂੰ ਵੀ ਹੁੰਦਾ ਸਕੂਲ ਦੇ ਸਮੇਂ, ਮੈਨੂੰ ਲੱਗਦਾ ਕਿ ਅਸੀਂ ਪੜ੍ਹਾਈ ਦੇ ਨਾਲ ਨਾਲ ਜਿਹੜਾ ਖੇਡਾਂ ਦੇ ਵੱਲ ਜ਼ਰੂਰ ਜਾਈਏ, ਜਾਂ ਫਿਰ ਕਈ ਬੱਚੇ ਅਜਿਹੇ ਵੀ ਹੁੰਦੇ ਨੇ ਜੋ ਜਿਨ੍ਹਾਂ ਦਾ ਰੁਚੀ ਨਹੀਂ ਹੁੰਦੀ ਪੜ੍ਹਾਈ ਦੇ ਵਿੱਚ, ਉਹਨਾਂ ਨੂੰ ਹੁੰਦਾ ਕਿ ਮੈਦਾਨ ਦੇ ਨਾਲ ਜੁੜੇ ਰਹੀਏ। ਤਾਂ ਤੁਸੀਂ ਉਹੀ ਸੋਚ ਕੇ ਉਦੋਂ ਟੀਮ ਦੇ ਵਿੱਚ ਗਏ ਸੀ? ਹਾਂਜੀ ਭਾਜੀ, ਜਿਹੜਾ ਸਪੋਰਟਸ ਵਿੱਚ ਜਾਣਾ ਕੋਈ ਸਾਡੇ, ਕਿਉਂਕਿ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਬੱਚੇ ਦਾ ਇੱਕ ਫਿਊਚਰ ਪਲਾਨ ਪਹਿਲਾਂ ਹੀ ਹੋ ਜਾਂਦਾ ਹੈ ਕਿ ਯਾਰ ਮੈਂ ਇਹ ਖੇਡਾਂਗਾ, ਫਿਰ ਮੈਂ ਸਟੇਟ ਟੀਮ 'ਚ ਆਵਾਂਗਾ, ਫਿਰ ਮੈਂ ਨੈਸ਼ਨਲ ਟੀਮ 'ਚ ਆਵਾਂਗਾ, ਫਿਰ ਮੈਂ ਇੰਡੀਆ ਵਾਸਤੇ ਖੇਡਾਂਗਾ। ਉਹ ਉਹਨਾਂ ਅਸੀਂ ਲੰਮਾ ਨਹੀਂ ਸੀ ਸੋਚਿਆ। ਅਸੀਂ ਸਿਰਫ ਇਹ ਸੋਚਿਆ ਸੀਗਾ ਕਿ ਕਿਉਂਕਿ ਕਲਾਸਰੂਮ ਸਾਡੇ ਇੰਨੇ ਕੁ ਸਾਨੂੰ ਬੋਰੀਅਤ ਮਹਿਸੂਸ ਹੁੰਦੀ ਸੀ ਕਿ ਸਾਡਾ ਜਿਹੜਾ ਮਨ ਹੁੰਦਾ ਸੀਗਾ ਕਿ ਜਦੋਂ ਕਲਾਸ ਦੇ ਵਿੱਚ ਬੈਠੇ ਹੁੰਦੇ ਸੀਗੇ, ਕਲਾਸ ਦੀ ਖਿੜਕੀ ਤੋਂ ਬਾਹਰ ਦੇਖਣਾ ਗਰਾਊਂਡ ਦੇ ਵਿੱਚ ਬੱਚੇ ਖੇਡ ਰਹੇ ਆ, ਅਤੇ ਸਾਨੂੰ ਲੱਗਣਾ ਕਿ ਯਾਰ ਅਸੀਂ ਕਿਉਂ ਨਹੀਂ ਉੱਥੇ ਜਾ ਕੇ ਪਾਰਟੀਸਪੇਟ ਕਰਦੇ। ਫਿਰ ਉਹ ਇੱਕ ਪੜ੍ਹਾਈ ਵੱਖਰੀ ਚੀਜ਼ ਸੀਗੀ, ਲੇਕਿਨ ਸਾਡਾ ਇੱਕ ਜਿੱਦਾਂ ਐਡਵੈਂਚਰ ਹੁੰਦਾ ਨਾ ਕਿ ਅਸੀਂ ਜਾ ਕੇ ਖੇਡੀਏ, ਕੁਛ ਕਰੀਏ, ਉਹ ਚੀਜ਼ ਖਿੱਚ ਕੇ ਲੈ ਗਈ ਸਪੋਰਟਸ ਵੱਲ। ਅਤੇ ਸਾਡੇ ਸਕੂਲ ਦਾ ਇਨਵਾਇਰਮੈਂਟ ਵੀ ਇਸ ਤਰੀਕੇ ਨਾਲ ਸੀ ਕਿ ਉਹ ਬੱਚਿਆਂ ਨੂੰ ਥੋੜ੍ਹਾ ਜ਼ਿਆਦਾ ਪ੍ਰਮੋਟ ਕਰਦੇ ਸੀਗੇ ਕਿ ਬਈ ਠੀਕ ਹੈ, ਤੁਸੀਂ ਪੜ੍ਹਾਈ ਦੇ ਵਿੱਚ ਜੇ ਤੁਸੀਂ ਪੂਰਾ ਸਮਾਂ ਨਹੀਂ ਦੇ ਸਕਦੇ, ਲੇਕਿਨ ਥੋੜ੍ਹਾ ਜਿਹਾ ਟਾਈਮ ਜ਼ਰੂਰ ਆਪਣਾ ਖੇਡਾਂ ਵੱਲ ਦਿਓ। ਅਤੇ ਸਾਡੀ ਫਿਰ ਉਹੀ ਸਾਡੇ ਜਿਹੜੇ ਕੋਚ ਸੀਗੇ ਮੈਮ, ਉਹਨਾਂ ਦੀ ਮਤਲਬ ਸਪੋਰਟ ਨਾਲ, ਅਤੇ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬ ਸੀਗੇ ਉਹਨਾਂ ਦੀ ਸਪੋਰਟ ਨਾਲ ਸਾਡੀ ਟੀਮ ਇੰਨੀ ਕੁ ਵਧੀਆ ਬਣੀ ਕਿ ਉਸ ਬੈਚ ਦੇ ਵਿੱਚੋਂ ਸਾਡੇ 5 ਪਲੇਅਰ ਜਿਹੜੇ ਸੀਗੇ ਉਸੇ ਸਕੂਲ ਦੇ ਅਸੀਂ ਬਾਅਦ ਦੇ ਵਿੱਚ ਇੰਡੀਆ ਖੇਡੇ। ਉਸੇ ਬੈਚ ਦੇ ਵਿੱਚੋਂ 5 ਬੈਚ ਵਿੱਚੋਂ, ਜਿਹਦੇ ਵਿੱਚੋਂ ਕਿ ਇੱਕ ਰਾਜਪਾਲ ਵੀ ਸੀਗਾ, ਇੱਕ ਜਸਵਿੰਦਰ ਸਿੰਘ ਸੀਗੇ ਜਿਹੜੇ ਮੇਰੇ ਨਾਲ ਏਸ਼ੀਆ ਕੱਪ ਖੇਡੇ, ਜਿਹੜੇ ਅਸੀਂ ਜਿੱਤੇ ਸੀਗੇ ਚੇਨਈ ਦੇ ਵਿੱਚ। ਸੋ ਇਸ ਤਰੀਕੇ ਨਾਲ ਮਤਲਬ ਕਾਫੀ ਵਧੀਆ ਬੈਚ ਸੀਗਾ ਸਾਡਾ। ਅੱਛਾ ਬਲਜੀਤ ਜੀ, ਤੁਸੀਂ ਜ਼ਿਕਰ ਕੀਤਾ ਕਿ 6ਵੀਂ ਕਲਾਸ ਦੇ ਵਿੱਚ ਉਦੋਂ ਖੋ ਦੇ ਵਿੱਚ ਸਿਲੈਕਸ਼ਨ ਨਹੀਂ ਹੋਈ, ਤਾਂ ਹਾਕੀ ਦੇ ਵੱਲ ਰੁਝਾਨ ਕੀਤਾ, ਹਾਕੀ ਟੀਮ ਦੇ ਵਿੱਚ ਹੈ ਨਾ ਸਿਲੈਕਸ਼ਨ ਹੋ ਗਈ। ਉਦੋਂ ਕਿਹੜਾ ਪਲ ਆਇਆ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਵਾਕਿਆ ਦੇ ਵਿੱਚ ਲੱਗਿਆ ਕਿ ਮੈਂ ਹਾਕੀ ਜਿਹੜੀ ਲੰਮੀ ਖੇਡਾਂਗਾ, ਅਤੇ ਇੰਡੀਆ ਦਾ ਜਿਹੜਾ ਜ਼ਹਿਨ ਉਦੋਂ ਦਿਮਾਗ ਦੇ ਵਿੱਚ ਆਇਆ ਹੋਵੇ? ਭਾਜੀ ਸਾਡੇ
7ਵੀਂ 8ਵੀਂ ਕਿਉਂਕਿ 7ਵੀਂ ਵਿੱਚ ਖੇਡੇ, ਫਿਰ 8ਵੀਂ ਦੇ ਵਿੱਚ ਸਾਡੀ ਬੋਰਡ ਦੇ ਐਗਜ਼ਾਮ ਆ ਗਏ। ਉਹ ਉਸ ਸਾਲ ਤਾਂ ਬਿਲਕੁਲ ਹਾਕੀ ਖੇਡੇ ਹੀ ਨਹੀਂ, ਸਕੂਲ ਨੇ ਵੀ ਕਹਿ ਤਾ ਵੀ ਪੜ੍ਹੋ ਤੁਸੀਂ। ਤੇ ਜਦੋਂ 9th ਵਿੱਚ ਦੁਬਾਰਾ ਸ਼ੁਰੂ ਕੀਤੀ ਹਾਕੀ, ਤੇ ਮੈਂ ਉਸ ਵੇਲੇ ਤੱਕ ਮੈਂ ਫਾਰਵਰਡ ਖੇਡਦਾ ਸੀ। ਤੇ ਅਸੀਂ ਇੱਕ ਸਬ ਜੂਨੀਅਰ ਨਹਿਰੂ ਕੱਪ ਹੁੰਦਾ ਹੈ ਦਿੱਲੀ, ਸਾਡੇ ਟਾਈਮ ਦੇ ਵਿੱਚ ਉਹ ਬਹੁਤ ਫੇਮਸ ਸੀਗਾ ਟੂਰਨਾਮੈਂਟ। ਤੇ ਉਸ ਟੂਰਨਾਮੈਂਟ ਵਿੱਚ ਅਸੀਂ ਗਏ ਤੇ ਸਾਡੇ ਗੋਲਕੀਪਰ ਇੱਕੋ ਹੀ ਸੀਗਾ। ਉਹਦੇ ਜਿੱਦਾਂ ਸਾਡਾ ਮੈਡੀਕਲ ਹੁੰਦਾ ਹੈ ਕਿ ਬੱਚਾ ਉਹ ਓਵਰੇਜ ਨਿਕਲ ਗਿਆ, ਓਵਰੇਜ ਸੀਗਾ ਤਾਂ ਨਹੀਂ, ਲੇਕਿਨ ਓਵਰੇਜ ਡਿਕਲੇਅਰ ਹੋ ਗਿਆ ਕਿ ਉਹਦੇ ਮੁੱਛਾਂ ਵਗੈਰਾ ਦਾੜੀ ਵਗੈਰਾ ਉਹ ਸ਼ੇਵ ਕਰਦਾ ਸੀਗਾ। ਤੇ ਉਸ ਏਜ ਦੇ ਵਿੱਚ ਉਹ ਸਮਝਦੇ ਸੀਗੇ ਕਿ ਇਹਦੀ ਏਜ ਜ਼ਿਆਦਾ ਹੋਏਗੀ। ਤੇ ਸਾਡੇ ਉਹ ਕੋਚ ਮੈਡਮ ਜਿਹੜੇ ਸੀਗੇ, ਉਹਨਾਂ ਨੇ ਬੱਚਿਆਂ ਨੂੰ ਪੁੱਛਿਆ ਵੀ ਹੁਣ ਗੋਲਕੀਪਰ ਕੌਣ ਬਣੇਗਾ। ਤੇ ਮੈਨੂੰ ਇਹ ਲੱਗਾ ਕਿ ਮੈਂ ਗੋਲਕੀਪਰ ਜੇ ਖੇਡੂੰਗਾ ਤੇ ਮੈਨੂੰ ਸਾਰਾ ਮੈਚ ਖੇਡਣ ਦਾ ਮੌਕਾ ਮਿਲੇਗਾ, ਮੈਨੂੰ ਇਹ ਬਾਹਰ ਬੈਂਚ ਤੇ ਨਹੀਂ ਬਿਠਾਣਗੇ। ਮਤਲਬ ਉਹ ਇੱਕ ਤਰੀਕੇ ਨਾਲ ਮੇਰੀ ਪਲਾਨਿੰਗ ਸੀਗੀ ਕਿ ਮੈਂ ਮੈਚ ਵਿੱਚ ਪੂਰਾ 70 ਮਿੰਟ ਮੈਂ ਗਰਾਊਂਡ ਦੇ ਵਿੱਚ ਹੀ ਰਵਾਂਗਾ। ਤੇ ਅੱਛਾ, ਉਦੋਂ ਤੱਕ ਤੁਸੀਂ ਉਦੋਂ ਫਾਰਵਰਡ ਸਿਲੈਕਸ਼ਨ ਹੋਈ ਸੀ ਤੁਹਾਡੀ, ਦਿੱਲੀ ਪਹੁੰਚੇ ਸੀ? ਹਾਂਜੀ। ਤੇ ਅਸੀਂ ਉਹ ਇੱਕ ਨਹਿਰੂ ਦਾ ਨਾ ਇੱਕ ਕੁਆਲੀਫਾਈ ਰਾਊਂਡ ਹੁੰਦਾ ਹੈ, ਜੇ ਚੰਡੀਗੜ੍ਹ ਜੋ ਤੁਸੀਂ ਜਿੱਤਦੇ ਹੋ ਤਾਂ ਫਿਰ ਤੁਸੀਂ ਕੁਆਲੀਫਾਈ ਕਰਦੇ ਹੋ ਨਹਿਰੂ ਕੱਪ ਵਾਸਤੇ। ਫਿਰ ਅਸੀਂ ਉੱਥੇ ਜਦੋਂ ਮੈਂ ਗੋਲਕੀਪਰ ਐਜ਼ ਏ ਮੈਂ ਖੇਡਣਾ ਸ਼ੁਰੂ ਕੀਤਾ, ਉਹ ਟੂਰਨਾਮੈਂਟ ਦਾ ਮੇਰਾ ਬਹੁਤ ਖਰਾਬ ਗਿਆ, ਮੈਂ ਜ਼ਿਆਦਾ ਸਪੋਰਟ ਨਹੀਂ ਕਰ ਸਕਿਆ ਆਪਣੀ ਟੀਮ ਨੂੰ। ਲੇਕਿਨ ਚੰਡੀਗੜ੍ਹ ਨੂੰ ਇੱਕ ਪਰਮਾਨੈਂਟ ਗੋਲਕੀਪਰ ਮਿਲ ਗਿਆ। ਚੰਡੀਗੜ੍ਹ ਦੇ ਵਿੱਚ ਕੋਈ ਗੋਲਕੀਪਰ ਸੀਗਾ ਹੀ ਨਹੀਂ ਕਿ ਜਿਹੜਾ ਰੈਗੂਲਰ ਗੋਲਕੀਪਰ ਸੀਗਾ। ਸੋ ਮੈਂ ਜਦੋਂ ਵਾਪਸ ਆਇਆ ਤੇ ਮੇਰੇ ਜਿਹੜੇ ਟੀਮਮੇਟ ਸੀਗੇ, ਉਹਨਾਂ ਨੇ ਆ ਕੇ ਸਾਡੇ ਕੋਚ ਜਿਹੜੇ ਚੰਡੀਗੜ੍ਹ ਦੇ ਮੇਨ ਕੋਚ ਸੀਗੇ ਜਸਵੀਰ ਸਿੰਘ ਬਾਜਵਾ, ਉਹਨਾਂ ਨੂੰ ਕਿਹਾ ਕਿ ਬਲਜੀਤ ਨੇ ਬਹੁਤ ਸੋਹਣੀ ਕੀਪਿੰਗ ਕੀਤੀ ਆ ਸਰ, ਵੀ ਇਹਨੂੰ ਕੀਪਿੰਗ 'ਚ ਹੀ ਟਰਾਈ ਕਰੋ। ਤੇ ਉਹ ਮੈਨੂੰ ਐਸਾ ਮੋਟੀਵੇਟ ਕੀਤਾ ਮੇਰੇ ਟੀਮਮੇਟਸ ਨੇ ਕਿ ਵੀ ਮੈਂ ਦੁਬਾਰਾ ਉਹ ਪੈਡ ਲਾਏ ਨਹੀਂ। ਤੇ ਉਸੇ ਸਾਲ ਫਿਰ ਮੇਰੇ ਸਾਡੇ ਸਾਰੇ ਪਲੇਅਰਸ 'ਚੋਂ ਇੱਕ ਕੈਂਪ ਲੱਗਾ ਸੀਗਾ ਸਾਡਾ ਅੰਡਰ 16 ਦਾ, ਜਿਹਦੇ ਵਿੱਚ ਉਹ ਇੰਡੀਆ ਦਾ ਕੈਂਪ ਸੀਗਾ। ਫਿਰ ਮੈਨੂੰ ਉੱਥੇ ਮੇਰੇ ਕੋਚ ਸਾਹਿਬ ਨੇ ਮੈਨੂੰ ਮੇਰਾ ਨਾਮ ਰეკਮੈਂਡ ਕਰਤਾ ਕਿ ਸਾਡੇ ਚੰਡੀਗੜ੍ਹ 'ਚ ਇੱਕ ਗੋਲਕੀਪਰ ਹੈਗਾ, ਤੁਸੀਂ ਇਹਨੂੰ ਟਰਾਈ ਕਰੋ। ਸੋ ਉੱਥੋਂ ਫਿਰ ਐਂ ਲੱਗਾ ਤੁਹਾਡਾ ਦਿੱਲੀ ਤੋਂ ਗੋਲਕੀਪਿੰਗ ਦਾ ਸਫ਼ਰ ਦੀ ਸ਼ੁਰੂਆਤ ਦਿੱਲੀ ਤੋਂ ਸ਼ੁਰੂ ਹੋਇਆ ਜੀ। ਉਸ ਤੋਂ ਬਾਅਦ ਫਿਰ ਐਂ ਹੋ ਗਿਆ ਕਿ ਇੰਡੀਆ ਦਾ ਕੈਂਪ ਵੀ ਮਿਲ ਗਿਆ। ਉਹ ਇੱਕ ਜਿਹੜਾ ਵਿਜ਼ਨ ਖੁੱਲ੍ਹਿਆ ਕਿ ਯਾਰ ਇਹ ਹਾਕੀ ਸਿਰਫ ਚੰਡੀਗੜ੍ਹ ਤੱਕ ਨਹੀਂ ਹੈਗੀ, ਇਹ ਪੰਜਾਬ ਤੱਕ ਨਹੀਂ ਹੈਗੀ, ਇਸ ਤੋਂ ਅੱਗੇ ਵੀ ਬਹੁਤ ਕੁਝ ਹੈ। ਉਸ ਤੋਂ ਬਾਅਦ ਸਮਝ ਆਉਣ ਲੱਗੀ ਅਸਲੀ, ਸਮਝ ਆਉਣ ਲੱਗੀ ਕਿ ਇਹਨੂੰ ਹੁਣ ਤੁਸੀਂ ਐਜ਼ ਏ ਪ੍ਰੋਫੈਸ਼ਨ ਵੀ ਚੁਣ ਸਕਦੇ ਹੋ। ਮਤਲਬ ਇੱਕ ਪੈਸ਼ਨ ਤਾਂ ਸੀਗਾ, ਉਹ ਪ੍ਰੋਫੈਸ਼ਨ ਅਸੀਂ ਉੱਥੇ ਜਾ ਕੇ ਦੇਖਿਆ ਕਿ ਵੱਡੀਆਂ ਟੀਮਸ ਆਉਂਦੀਆਂ, ਉਹ ਡਿਪਾਰਟਮੈਂਟਸ ਵੱਲੋਂ ਕੋਈ ਨਾ ਕੋਈ ਖੇਡ ਰਿਹਾ, ਕੋਈ ਕਿਸੇ ਸਟੇਟ ਵੱਲੋਂ ਖੇਡ ਰਿਹਾ, ਸੋ ਕੋਈ ਕੰਟਰੀ ਵਾਸਤੇ ਰਿਪਰੈਜ਼ੈਂਟ ਕਰ ਰਿਹਾ। ਉਹ ਉਹਨਾਂ ਦਾ ਇੱਕ ਨਾਮ ਦੇਖ ਕੇ, ਇੱਕ ਔਰਾ ਦੇਖ ਕੇ ਸਾਡੇ ਅੰਦਰ ਇੱਕ ਮੋਟੀਵੇਸ਼ਨ ਆਈ ਤੇ ਫਿਰ ਲਗਾਤਾਰ ਉਸ ਤੋਂ ਬਾਅਦ ਹਾਕੀ ਖੇਡਣੀ ਸ਼ੁਰੂ ਕੀਤੀ। ਅੱਛਾ ਬਲਜੀਤ ਵੀਰੇ, ਇਹ ਨਹੀਂ ਹੁੰਦਾ ਜਦੋਂ ਆਪਾਂ, ਮੈਨੂੰ ਲੱਗਦਾ ਹਾਕੀ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਉਦੋਂ ਮੈਂ ਇਹ ਸੋਚ ਕੇ ਗੋਲਕੀਪਿੰਗ ਚੁਣ ਲਈ ਕਿ 70 ਮਿੰਟ ਮੈਂ ਗਰਾਊਂਡ ਤੇ ਰਹੂੰਗਾ, ਕਦੇ ਜ਼ਿਹਨ ਦੇ ਵਿੱਚ ਇਹ ਨਹੀਂ ਸੀ ਆਇਆ? ਕਿਉਂਕਿ ਆਪਣੇ ਹੀਰੋ ਮੈਨੂੰ ਲੱਗਦਾ ਉਹਨਾਂ ਨੂੰ ਮੰਨਿਆ ਜਾਂਦਾ ਜਿਹੜੇ ਗੋਲ ਕਰਦੇ ਨੇ ਟੀਮ ਦੇ ਵਿੱਚ। ਕਦੇ ਇਹ ਨਹੀਂ ਸੀ ਸੋਚਿਆ ਕਿ ਮੈਂ ਫਾਰਵਰਡ, ਤੁਸੀਂ ਖੇਡਦੇ ਸੀ, ਕਿ ਸਟਰਾਈਕਰ ਟੌਪ ਬਣ ਜਾ ਟੀਮ ਦੇ ਵਿੱਚੋਂ, ਕਿਉਂਕਿ ਗੋਲ ਕਰੂੰਗਾ ਬਹੁਤ ਵੱਡਾ ਨਾਮ ਹੋਊਗਾ ਕਿ ਉਹ ਮੁੰਡੇ ਨੇ, ਬਲਜੀਤ ਨੇ ਗੋਲ ਕੀਤਾ? ਕਦੇ ਉਹ ਨਹੀਂ ਸੀ ਜ਼ਿਹਨ ਦੇ ਵਿੱਚ ਆਇਆ? ਐਕਚੁਅਲ ਮੈਂ ਤੁਹਾਨੂੰ ਦੱਸਾਂ ਜੀ ਕਿ ਉਦੋਂ ਡੀਡੀ ਨੈਸ਼ਨਲ ਦਾ ਇੱਕ ਟਾਈਮ ਸੀਗਾ, ਤੇ ਇੱਕ ਡੀਡੀ ਨੈਸ਼ਨਲ ਤੇ ਹਾਕੀ ਦਾ, ਡੀਡੀ ਸਪੋਰਟਸ ਬਾਅਦ ਵਿੱਚ ਆਇਆ। ਡੀਡੀ 1 2 ਦੇ ਵਿੱਚ ਪ੍ਰੋਗਰਾਮਸ ਆਉਂਦੇ ਹੁੰਦੇ ਸੀਗੇ, ਤੇ ਉਹਦੇ ਵਿੱਚ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਜਿਹਦੇ ਵਿੱਚ ਕਿ ਹਾਕੀ ਲੈਜੈਂਡਸ ਨੂੰ ਹੀ ਦਿਖਾਇਆ ਜਾਂਦਾ, ਜਿਸ ਤਰੀਕੇ ਨਾਲ ਤੁਹਾਡਾ ਇਹ ਪ੍ਰੋਗਰਾਮ ਡੈਡੀਕੇਟਡ ਹੈਗਾ ਸਪੋਰਟਸ ਸੈਲੀਬ੍ਰਿਟੀਜ਼ ਵਾਸਤੇ। ਉਸ ਵੇਲੇ ਮੈਂ ਇੱਕ ਇੰਟਰਵਿਊ ਦੇਖੀ ਸੀਗੀ ਪ੍ਰਗਟ ਸਿੰਘ ਜੀ ਦੀ, ਉਹਨਾਂ ਦਾ ਇੰਨਾ ਨਾਮ ਦੇਖ ਕੇ ਮੇਰੇ ਮਦਰ ਨੂੰ ਵੀ ਇੱਕ ਸ਼ੌਂਕ ਹੋਇਆ ਕਿ ਬਲਜੀਤ ਜੇ ਪਲੇਅਰ ਬਣਨਾ ਤਾਂ ਇਦਾਂ ਦੇ ਬਣੋ। ਸੋ ਇਹ ਜਿਹੜਾ ਗੋਲ ਕਰਨ ਵਾਲੀ ਗੱਲ ਸੀਗੀ ਉਹ ਤਾਂ ਮੇਰੇ ਮਨ ਦੇ ਵਿੱਚ ਆਈ ਨਹੀਂ, ਬਟ ਪਤਾ ਨਹੀਂ ਕਿਉਂ ਮੈਨੂੰ ਗੋਲਕੀਪਿੰਗ ਨਾਲ ਕਾਫੀ ਲਗਾਵ ਹੋਇਆ। ਮੈਨੂੰ ਇਹ ਲੱਗਾ ਕਿ ਯਾਰ ਗੋਲ ਮਾਰਨ ਵਾਲੇ ਸਾਡੇ ਕੋਲ ਹੈਗੇ ਆ, ਗੋਲ ਰੋਕਣ ਵਾਲਾ ਕੋਈ ਨਹੀਂ ਹੈਗਾ। ਸੋ ਮੈਂ ਆਪਣੀ ਕੋਸ਼ਿਸ਼ ਇਹੀ ਕਰਾਂ ਕਿ ਆਪਣੀ ਟੀਮ ਨੂੰ ਕਿੰਨੀ ਕੁ ਸਪੋਰਟ ਕਰ ਸਕਦਾ। ਸੋ ਮੈਂ ਫਿਰ ਉਸੇ ਤਰੀਕੇ ਨਾਲ ਸੋਚਣਾ ਸ਼ੁਰੂ ਕੀਤਾ। ਗਰਾਊਂਡ ਦੇ ਵਿੱਚ ਚਲੇ ਜਾਂਦੇ ਸੀਗੇ ਤੇ ਫਿਰ ਕਮਲਿਆਂ ਵਾਂਗੂ ਬਸ ਪੈਡ ਪਾ ਕੇ ਕਿੱਕਾਂ ਮਾਰੀ ਗਏ, ਕੁਛ ਕਰੀ ਗਏ, ਕਿਉਂਕਿ ਟ੍ਰੇਨਿੰਗ ਦਾ ਕੋਈ ਅੱਜ ਦੀ ਜੋ ਟ੍ਰੇਨਿੰਗ ਹੈਗੀ ਉਹ ਬੜੀ ਸਾਇੰਟੀਫਿਕ ਹੈਗੀ ਹੈ, ਬੜੀ ਇੱਕ ਪਲਾਨਿੰਗ ਦੇ ਨਾਲ ਕੀਤੀ ਜਾਂਦੀ ਹੈ। ਸਾਡੇ ਟਾਈਮ ਦੇ ਵਿੱਚ ਕੋਈ ਸੀਨੀਅਰ ਆ ਕੇ 1-2 ਟਿਪਸ ਦੱਸ ਜਾਂਦਾ ਸੀ, ਅਸੀਂ 6-6 ਮਹੀਨੇ ਉਹੀ ਪ੍ਰੈਕਟਿਸ ਨੂੰ ਕਰੀ ਜਾਂਦੇ ਸੀਗੇ ਕਿ
ਹੁਣ ਜਦੋਂ ਅਗਲੀ ਵਾਰੀ ਕਦੀ ਮੁਲਾਕਾਤ ਹੋਏਗੀ ਫਿਰ ਅਸੀਂ ਅਗਲੀ ਵਾਰੀ ਉਸ ਤਰੀਕੇ ਨਾਲ ਟ੍ਰੇਨਿੰਗ ਕਰਾਂਗੇ। ਸੋ ਮਤਲਬ ਕਾਫੀ ਇੰਜੋਏ ਕੀਤਾ ਜੀ ਉਹ ਟਾਈਮ ਕਿ ਜਿਸ ਤਰੀਕੇ ਨਾਲ ਸਾਡੇ ਸੀਨੀਅਰਸ ਆ ਕੇ ਸਾਨੂੰ ਮੋਟੀਵੇਟ ਕਰਦੇ ਸੀ ਅਸੀਂ ਉਸੇ ਤਰੀਕੇ ਨਾਲ ਪ੍ਰੈਕਟਿਸ ਕਰਦੇ ਰਹੇ ਤੇ ਅੱਜ ਮਤਲਬ ਇਸ ਮੁਕਾਮ ਤੇ ਪਹੁੰਚੇ ਹਾਂ। ਸੋ ਸਾਡੇ ਕੋਚਿਸ ਦੀ ਕਾਫੀ ਯੋਗਦਾਨ ਰਿਹਾ, ਸਾਡੇ ਸੀਨੀਅਰਸ ਦਾ ਕਾਫੀ ਯੋਗਦਾਨ ਰਿਹਾ। ਅੱਛਾ ਬਲਜੀਤ ਵੀਰੇ, ਕਿੰਨਾ ਕੁ ਟਾਈਮ ਤੁਸੀਂ ਜਦੋਂ ਗੋਲਕੀਪਿੰਗ ਚੁਣੀ ਜਾਂ ਫਿਰ ਇੰਡੀਆ ਟੀਮ ਦੇ ਕੈਂਪ ਵਗੈਰਾ ਲਾਉਂਦੇ ਸੀ, ਉਹ ਵੀ ਮੈਂ ਜ਼ਰੂਰ ਪੁੱਛੂੰਗਾ ਕਿ ਪਹਿਲੀ ਵਾਰ ਇੰਡੀਆ ਨੂੰ ਕਦੋਂ ਰਿਪਰੈਜ਼ੈਂਟ ਕੀਤਾ, ਪਰ ਕਿੰਨਾ ਕੁ ਟਾਈਮ ਇੰਡੀਆ ਟੀਮ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਗਰਾਊਂਡ ਨੂੰ ਦਿੰਦੇ ਸੀ? ਕਿਉਂਕਿ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਬਹੁਤ ਸਾਰੇ ਜਿਹੜਾ ਯੂਥ ਹਾਕੀ ਦੇ ਵੱਲ ਖੇਡ ਰਿਹਾ, ਉਹਨਾਂ ਨੂੰ ਆਪਣੀ ਪ੍ਰੈਕਟਿਸ ਸੈਸ਼ਨਾਂ ਦਾ ਵੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿੰਨੇ ਕੁ ਪ੍ਰੈਕਟਿਸ ਸੈਸ਼ਨ ਦਿਨ ਦੇ ਵਿੱਚ ਲਾਉਣੇ ਨੇ, ਕਿੰਨਾ ਟਾਈਮ ਗਰਾਊਂਡ ਨੂੰ ਦੇਣਾ, ਕਿੰਨਾ ਕੁ ਟਾਈਮ ਤੁਸੀਂ ਗਰਾਊਂਡ ਨੂੰ ਦਿੰਦੇ ਸੀ? ਭਾਜੀ ਜਿਵੇਂ ਅੱਜ ਕੱਲ੍ਹ ਇੱਕ ਅਕੈਡਮੀ ਦਾ ਕਲਚਰ ਬੜਾ ਚੱਲ ਗਿਆ, ਲੇਕਿਨ ਅਸੀਂ ਉਸ ਬੈਚ ਵਿੱਚ ਸੀਗੇ ਚੰਡੀਗੜ੍ਹ ਦੇ ਕਿ ਜਦੋਂ ਅਸੀਂ ਘਰੋਂ ਘਰੀ ਜਾ ਕੇ 10-10 ਕਿਲੋਮੀਟਰ ਸਾਈਕਲ ਚਲਾ ਕੇ ਅਸੀਂ ਤੇ ਫਿਰ ਪ੍ਰੈਕਟਿਸ ਕਰਦੇ ਹੁੰਦੇ ਸੀਗੇ। ਤੇ ਉਸ ਵੇਲੇ ਅਕੈਡਮੀਜ਼ ਦਾ ਕੋਈ ਏਡਾ ਰਿਵਾਜ ਨਹੀਂ ਸੀ, ਨਾ ਚੰਡੀਗੜ੍ਹ ਦੇ ਵਿੱਚ ਕੋਈ ਅਕੈਡਮੀ ਸੀਗੀ। ਤੇ ਉਸ ਵੇਲੇ ਕੀ ਸੀਗਾ ਕਿ ਅਸੀਂ ਸਵੇਰੇ ਜਾਣਾ, 3 ਘੰਟੇ ਸਵੇਰੇ ਪ੍ਰੈਕਟਿਸ ਕਰਨੀ ਤੇ 3-4 ਘੰਟੇ ਅਸੀਂ ਸ਼ਾਮ ਨੂੰ ਪ੍ਰੈਕਟਿਸ ਕਰਨੀ। ਜਿਹੜਾ ਇਹ ਸਾਈਕਲਿੰਗ ਦਾ ਟਾਈਮ ਹੁੰਦਾ ਸੀ, ਜਿਹੜਾ 20-25 ਕਿਲੋਮੀਟਰ ਅਸੀਂ ਸਾਈਕਲ ਕਰਕੇ ਜਾਂਦੇ ਸੀਗੇ, ਅਸੀਂ ਉਸ ਚੀਜ਼ ਨੂੰ ਤਾਂ ਕਦੇ ਪ੍ਰੈਕਟਿਸ ਗਿਣਿਆ ਹੀ ਨਹੀਂ, ਕਿਉਂਕਿ ਉਹ ਇੰਨਾ ਬੱਚੇ ਦਾ ਦਿਮਾਗ ਡਿਵੈਲਪ ਨਹੀਂ ਹੁੰਦਾ। ਅਸੀਂ ਇੰਨਾ ਸਾਈਕਲਿੰਗ ਕਰਕੇ ਅਸੀਂ ਫੇਰ ਜਾ ਕੇ ਉੱਥੇ ਘੰਟਾ ਜੋਗਿੰਗ ਕਰਨੀ, ਫਿਟਨੈਸ ਕਰਨੀ। ਸਾਨੂੰ ਐਂ ਲੱਗਦਾ ਸੀਗਾ ਕਿ ਫਿਟਨੈਸ ਉਹੀ ਹੈ ਜਿਹੜੀ ਤੁਸੀਂ ਗਰਾਊਂਡ ਦੇ ਵਿੱਚ ਕਰ ਰਹੇ ਹੋ। ਉਹ ਜਿਹੜਾ ਸਾਈਕਲਿੰਗ ਅਸੀਂ ਕਰਦੇ ਸੀਗੇ, ਕਿਉਂਕਿ ਹੁਣ ਮੇਰਾ ਵੀ ਬੇਟਾ ਸਪੋਰਟਸ ਕਰਦਾ, ਮੈਂ ਦੇਖਦਾ ਕਿ ਮੈਂ ਉਹਨੂੰ ਗੱਡੀ 'ਤੇ ਲੈ ਕੇ ਜਾ ਰਿਹਾ, ਗੱਡੀ 'ਤੇ ਲੈ ਕੇ ਆ ਰਿਹਾ। ਉਹ ਉਸ ਤਰੀਕੇ ਨਾਲ ਉਹਨਾਂ ਦੀ ਮੈਚੋਰਿਟੀ ਲੈਵਲ ਪਤਾ ਨਹੀਂ ਕਦੋਂ ਤੱਕ ਉਹਨਾਂ ਦੀ ਡਿਵੈਲਪ ਹੋਣੀ ਆ। ਅਸੀਂ ਉਹ ਟਾਈਮ ਦੇਖਿਆ ਕਿ ਜਦੋਂ ਅਸੀਂ ਸਾਈਕਲਿੰਗ 'ਤੇ ਕਿੰਨਾ ਚਿਰ ਅਸੀਂ ਸਾਈਕਲ 'ਤੇ ਜਾਣਾ, ਫਿਰ ਸਕੂਲੇ ਸਾਈਕਲ 'ਤੇ ਜਾਣਾ, ਉਹ ਫਿਜ਼ੀਕਲੀ ਕਾਫੀ ਫਿਟਨੈਸ ਸਾਡੀ ਹੋ ਜਾਂਦੀ ਸੀਗੀ। ਸੋ ਇਹ ਜਦੋਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਡੈਡੀਕੇਸ਼ਨ ਦੀ, ਕਿ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਸਾਨੂੰ ਵੀ ਨਹੀਂ ਸੀਗਾ, ਲੇਕਿਨ ਇਹ ਸੀਗਾ ਕਿ ਹਾਂ ਸਾਡੇ ਜਿਹੜੇ ਕੋਚਿਸ ਨੇ ਸਾਨੂੰ ਜੋ ਗਾਈਡ ਕੀਤਾ ਉਹ ਚੀਜ਼ ਅਸੀਂ ਆਪਣੇ ਮਤਲਬ ਅਸੀਂ ਉਹਦੇ 'ਤੇ ਕੋਈ ਇਫ ਐਂਡ ਬਟ ਨਹੀਂ ਲਾਇਆ। ਜੇ ਉਹ ਸਹੀ ਹੈਗੀ ਪ੍ਰੈਕਟਿਸ ਤਾਂ ਵੀ ਕੀਤੀ ਹੈ, ਜੇ ਉਹ ਗਲਤ ਹੈ ਤਾਂ ਵੀ ਕੀਤੀ ਹੈ। ਉਹ ਤੁਸੀਂ ਗਰਾਊਂਡ ਦੇ ਵਿੱਚ ਜਿਹੜਾ ਟਾਈਮ ਤੁਹਾਨੂੰ ਕੋਚ ਨੇ ਦਿੱਤਾ, ਜੇ ਤੁਸੀਂ ਉਸ ਤੋਂ ਅੱਧਾ ਘੰਟਾ ਪਹਿਲਾਂ ਆ ਜਾਂਦੇ ਹੋ, ਅੱਧਾ ਘੰਟਾ ਲੇਟ ਜਾਂਦੇ ਹੋ, ਇਟ ਮੀਨਸ ਕਿ ਤੁਹਾਡੇ ਅੰਦਰ ਉਹ ਪੈਸ਼ਨ, ਉਹ ਪਿਆਰ ਆਪਣੀ ਖੇਡ ਵਾਸਤੇ ਹੈਗਾ। ਜੇ ਤੁਸੀਂ ਇਹ ਸੋਚਦੇ ਹੋ ਕਿ ਕੋਚ ਨੇ ਜੇ ਬੁਲਾਇਆ 6:30 ਵਜੇ, ਤੁਸੀਂ ਪੂਰੇ 6:30 ਵਜੇ ਗਰਾਊਂਡ ਦੇ ਵਿੱਚ ਐਂਟਰੀ ਮਾਰਨੀ ਹੈ, ਉਹ ਤੁਹਾਡਾ ਫਿਰ ਇੱਕ ਨਾ ਡਿਸਿਪਲਿਨ ਜਿਹੜਾ ਹੈਗਾ ਉਹ ਨਹੀਂ ਰਹਿੰਦਾ। ਉਹ ਹੌਲੀ ਹੌਲੀ ਤੁਹਾਨੂੰ ਡਿਟੈਚ ਕਰਦਾ ਹੈ ਗੇਮ ਤੋਂ। ਤੁਸੀਂ ਮਤਲਬ ਤੁਸੀਂ ਫੁੱਲੀ ਜੇ ਪ੍ਰਪੇਅਰ ਹੋ, ਤੁਸੀਂ ਡੈਡੀਕੇਟਡ ਰਹੋ, ਗਰਾਊਂਡ ਦੇ ਵਿੱਚ ਪਹਿਲਾਂ ਜਾਓ, ਆਪਣਾ ਪੂਰਾ 100% ਜਿੰਨਾ ਤੁਸੀਂ ਮਿਹਨਤ ਕਰ ਸਕਦੇ ਹੋ ਕਰੋ। ਇਹ ਕਿਉਂਕਿ ਪਲੇਅਰ ਦਾ ਇੱਕ ਟਾਈਮ ਹੀ ਹੁੰਦਾ ਹੈ ਜਦੋਂ ਤੁਸੀਂ ਮਿਹਨਤ ਕਰ ਸਕਦੇ ਹੋ, ਕਿਉਂਕਿ ਉਹ 3 ਜਾਂ 4 ਸਾਲ ਸ਼ੁਰੂਆਤ ਤੋਂ ਹੁੰਦੇ ਆ ਕਿ ਜਦੋਂ ਤੁਸੀਂ ਮਿਹਨਤ ਕਰਕੇ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਰਹੇ ਹੋ। ਉਹ 4 ਸਾਲ ਬਾਅਦ ਫਿਰ ਤੁਹਾਡੇ ਤੋਂ ਇੱਕ ਤਰੀਕੇ ਦੀ ਨਾ ਪਰਫਾਰਮੈਂਸ ਮੰਗਦੇ ਨੇ ਸਾਰੇ, ਕਿ ਤੂੰ ਸਿੱਖਿਆ ਕੀ ਆ, ਚੱਲ ਹੁਣ ਕਰਕੇ ਦਿਖਾ। ਤੁਹਾਡੇ ਕੋਚਸ ਦਾ ਨਾਂ ਤੁਹਾਡੇ ਨਾਲ ਜੁੜਿਆ ਹੁੰਦਾ, ਤੁਹਾਡੇ ਸੈਂਟਰ ਦਾ ਨਾਂ ਜੁੜਿਆ ਹੁੰਦਾ। ਸੋ ਉਸ ਤਰੀਕੇ ਨਾਲ ਮੈਂ ਇਹੀ ਕਹਾਂਗਾ ਜਿਹੜੀ ਜਨਰੇਸ਼ਨ ਆਹ ਇੰਟਰਵਿਊ ਦੇਖਦੀ ਹੋਊਗੀ ਕਿ ਜੋ ਵੀ ਤੁਸੀਂ ਕਰਨਾ ਉਹ ਪੂਰੇ ਦਿਲ ਨਾਲ ਕਰੋ, ਕਿਉਂਕਿ ਤੁਸੀਂ ਪੜ੍ਹਾਈ ਕਰਦੇ ਹੋ, ਜੇ ਉਹਦੇ 'ਚ ਵੀ ਹਾਫ ਹਾਰਟਡ ਰਹਿੰਦੇ ਹੋ ਤੁਹਾਨੂੰ ਰਿਜ਼ਲਟਸ ਨਹੀਂ ਮਿਲਦੇ। ਅਤੇ ਸਪੋਰਟਸ ਵੀ ਇਸੇ ਤਰੀਕੇ ਨਾਲ ਹੈਗੀ ਆ ਕਿ ਤੁਸੀਂ ਲਾਈਫ ਦਾ ਆਪਣਾ 6-7 ਸਾਲ ਜਿਹੜੇ ਸ਼ੁਰੂਆਤੀ ਦੇਣੇ ਆ, ਜਿਹਦੇ ਵਿੱਚ ਕਿ ਤੁਸੀਂ ਕੁਛ ਵੀ ਬਣ ਸਕਦੇ ਹੋ, ਕੁਛ ਵੀ ਵਰਲਡ ਦਾ ਬੈਸਟ ਤੁਸੀਂ ਪਲੇਅਰ ਵੀ ਬਣ ਸਕਦੇ ਹੋ, ਚੰਗੇ ਨੇਤਾ ਵੀ ਬਣ ਸਕਦੇ ਹੋ, ਚੰਗੇ ਅਭਿਨੇਤਾ ਵੀ ਬਣ ਸਕਦੇ ਹੋ। ਮਤਲਬ ਤੁਸੀਂ ਸਮਝੋ IAS IPS ਇਹ ਤੁਹਾਡੀ ਮਤਲਬ ਜੜ੍ਹਾਂ ਹੋਣ ਲੱਗ ਰਹੀਆਂ ਇਸ ਮੌਕੇ 'ਤੇ ਤੁਸੀਂ ਆਪਣਾ ਨੂੰ ਜਿੰਨਾ ਮਤਲਬ ਮਿਹਨਤ ਕਰਕੇ ਜਿੰਨਾ ਨੋਰਿਸ਼ ਕਰ ਲਓ, ਜਿੰਨਾ ਆਪਣੇ ਆਪ ਨੂੰ ਪੋਲਿਸ਼ ਕਰ ਲਓ, ਉਨਾ ਤੁਹਾਨੂੰ ਅੱਗੇ ਜਾ ਕੇ ਬੈਨੀਫਿਟ ਮਿਲੂਗਾ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਕਿ ਮੇਰਾ ਇੱਕ ਫਰੈਂਡ ਸੀ, ਉਹ ਕੈਨੇਡਾ ਤੋਂ ਟਰੱਕ ਚਲਾ ਰਿਹਾ ਸੀਗਾ, ਅਤੇ ਮੈਂ ਮਹੀਨਾ ਕੁ ਪਹਿਲਾਂ ਦੀ ਗੱਲ ਹੈ, ਮੈਂ ਸਵੇਰੇ ਜੋਗਿੰਗ ਕਰ ਰਿਹਾ ਟ੍ਰੈਡਮਿਲ 'ਤੇ, ਉਹਦਾ ਮੈਨੂੰ ਫੋਨ ਆਇਆ। ਮੈਨੂੰ ਕਹਿੰਦਾ ਯਾਰ ਵੀ ਤੇਰੀ ਲਾਈਫ ਚੰਗੀ ਆ, ਵੀ ਤੂੰ ਇਸ ਵੇਲੇ ਆਪਣੀ ਹੈਲਥ ਵਾਸਤੇ ਸੋਚ ਰਿਹਾ, ਅਸੀਂ ਇੱਥੇ ਟਰੱਕਿੰਗ ਕਰ ਰਹੇ ਹਾਂ। ਮੈਂ ਕਿਹਾ ਸ਼ੁਰੂਆਤ ਆਪਣੀ ਵੀ ਇਕੱਠਿਆਂ ਦੀ ਹੋਈ ਸੀਗੀ, ਜਦੋਂ ਮੈਂ ਮਿਹਨਤ ਕਰਨ ਜਾਂਦਾ ਹੁੰਦਾ ਸੀ ਉਸ ਵੇਲੇ ਤੂੰ ਸੁੱਤਾ ਹੁੰਦਾ ਸੀ। ਮੈਂ ਕਿਹਾ ਵੀ ਹੁਣ ਜਦੋਂ ਤੂੰ ਮਿਹਨਤ ਕਰ ਰਿਹਾ ਅਸੀਂ ਸੁੱਤੇ ਹੁੰਦੇ ਹਾਂ। ਸੋ ਉਹ ਮਿਹਨਤ ਕਰਨ ਦਾ ਟਾਈਮ ਸ਼ੁਰੂਆਤੀ ਹੈ,
ਜਿੰਨੀ ਮਿਹਨਤ ਕਰ ਲਓਗੇ ਬਾਅਦ ਦੇ ਵਿੱਚ ਉਨੇ ਰਿਲੈਕਸ ਰਹੋਗੇ। ਜੇ ਤੁਸੀਂ ਪਹਿਲਾਂ ਆਰਾਮ ਕਰ ਲਿਆ ਫਿਰ ਬਾਅਦ ਦੇ ਵਿੱਚ ਤੁਹਾਨੂੰ ਆਰਾਮ ਨਹੀਂ ਕਰਨਾ ਪੈਣਾ, ਫਿਰ ਤੁਹਾਨੂੰ ਮਿਹਨਤ ਜ਼ਿਆਦਾ ਕਰਨੀ ਪੈਣੀ। ਅੱਛਾ ਬਲਜੀਤ ਵੀਰੇ, ਉਹ ਕਿਹੜਾ ਟਾਈਮ ਸੀ ਜਦੋਂ ਤੁਹਾਨੂੰ ਲੱਗਿਆ ਕਿ ਪਹਿਲੀ ਵਾਰ ਇੰਡੀਆ ਲਈ ਸਿਲੈਕਸ਼ਨ ਹੋਈ ਆ, ਹੁਣ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ, ਤੇ ਜਦੋਂ ਪਹਿਲੀ ਵਾਰ ਇੰਡੀਆ ਦੇ ਲਈ ਖੇਡੇ ਹੋ, ਇੰਡੀਆ ਦੇ ਲਈ ਨਾਮ ਆਇਆ, ਇੰਡੀਆ ਦੇ ਲਈ ਸਿਲੈਕਸ਼ਨ ਹੋਈ, ਉਦੋਂ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਕਿਹੋ ਜਿਹਾ ਰਿਐਕਸ਼ਨ ਸੀ? ਭਾਜੀ ਇਹ ਵੀ ਨਾ ਇੱਕ ਬੜਾ ਸਬੱਬ ਜਿਹਾ ਬਣਿਆ ਸੀਗਾ ਕਿ ਜਦੋਂ ਅਸੀਂ ਇੱਥੇ ਚੰਡੀਗੜ੍ਹ ਸੈਕਟਰ 42 ਦੇ ਵਿੱਚ ਪ੍ਰੈਕਟਿਸ ਕਰਦੇ ਸੀਗੇ, ਇੱਕ ਇੰਗਲੈਂਡ ਦੇ ਗੋਲਕੀਪਰ ਆਏ ਸੀਗੇ ਆਇਨ ਟੇਲਰ ਕਰਕੇ। ਉਹ ਵਰਲਡ ਦੇ ਬਹੁਤ ਵੱਡੇ ਗੋਲਕੀਪਰ ਸੀਗੇ। ਉਹਨਾਂ ਨੂੰ ਸਾਡੀ ਇੰਡੀਅਨ ਹਾਕੀ ਫੈਡਰੇਸ਼ਨ ਨੇ ਇਨਵਾਈਟ ਕੀਤਾ ਸੀਗਾ ਕਿ ਸਾਡੇ ਜਿਹੜੇ ਯੰਗ ਗੋਲਕੀਪਰਸ ਨੇ ਤੇ ਜਿਹੜੇ ਐਸਟੈਬਲਿਸ਼ ਗੋਲਕੀਪਰ ਨੇ ਉਹਨਾਂ ਨੂੰ ਆ ਕੇ ਤੁਸੀਂ ਟ੍ਰੇਨ ਕਰੋ ਜੀ। ਤੇ ਉਹ ਇੱਥੇ ਆਏ ਸੀਗੇ ਤੇ ਮੇਰੀ ਉਦੋਂ ਏਜ ਸੀਗੀ 14 ਜਾਂ 15 ਸਾਲ ਸੀਗੀ। ਮੈਂ ਗਰਾਊਂਡ ਦੇ ਬਾਹਰ ਬਹਿ ਗਿਆ ਜਦੋਂ ਉਹ ਵੱਡੇ ਪਲੇਅਰਸ ਆਏ ਗਰਾਊਂਡ ਦੇ ਵਿੱਚ, ਤੇ ਅਸੀਂ ਜਿੰਨਾ ਵੀ ਸਾਡੇ ਟੀਮ ਸੀਗੀ ਅਸੀਂ ਬਾਹਰ ਬਹਿ ਕੇ ਪੌੜੀਆਂ ਤੇ ਅਸੀਂ ਮੈਚ ਦੇਖ ਰਹੇ ਹਾਂ ਕਿ ਜੋ ਵੀ ਹੋ ਰਿਹਾ ਉਹ ਸਾਰਾ ਕੁਝ ਅਸੀਂ ਓਬਜ਼ਰਵ ਕਰ ਰਹੇ ਸੀਗੇ। ਤੇ ਉੱਥੇ ਕੋਚ ਸਾਹਿਬ ਸੀਗੇ ਸੈਡਰਿਕ ਡਸੂਜਾ, ਜਿਹੜੇ ਇੰਡੀਆ ਟੀਮ ਦੇ ਕੋਚ ਸੀਗੇ। ਉਹ ਆਏ, ਕਹਿੰਦੇ ਤੁਹਾਡੇ 'ਚੋਂ ਕੋਈ ਗੋਲਕੀਪਰ ਹੈਗਾ? ਮੈਂ ਕਿਹਾ ਜੀ ਮੈਂ ਹੈਗਾ। ਕਹਿੰਦੇ ਯਾਰ ਫਿਰ ਜਦ ਆਹ ਗੋਰੇ ਨੂੰ ਅਸੀਂ ਪੇ ਕਰ ਰਹੇ ਹਾਂ ਤੇ ਵੀ ਇਹ ਜਿਹੜੇ ਸਾਡੇ 10 ਕੁ ਗੋਲਕੀਪਰ ਹੈਗੇ ਇਹਨਾਂ ਨੂੰ ਵੀ ਟ੍ਰੇਨਡ ਕਰਨਾ ਉਹਨੇ, ਤੂੰ ਵੀ ਆ ਕੇ ਸਿੱਖ ਲੈ ਕੁਛ। ਚਲੋ ਜੀ ਚਲੇ ਗਏ। ਉੱਥੇ ਸਾਡੇ ਪੰਜਾਬ ਦੇ ਬਹੁਤ ਵੱਡੇ ਪਲੇਅਰ ਬਲਜੀਤ ਸਿੰਘ ਢਿੱਲੋਂ ਉਹ ਵੀ ਆਏ ਸੀਗੇ ਡਰੈਗ ਫਲਿੱਕ ਮਾਰਨ ਵਾਸਤੇ, ਨਾਲ ਇੱਕ ਹਰਿਆਣੇ ਦੇ ਡਰੈਗ ਫਲਿੱਕਰ ਸੀਗੇ ਸੁਰਿੰਦਰ ਕੁੰਡੂ, ਉਹ ਗੋਲਕੀਪਰ ਦੀ ਪ੍ਰੈਕਟਿਸ ਵਾਸਤੇ ਆਏ ਸੀਗੇ। ਤੇ ਫਿਰ ਮੈਨੂੰ ਉਹਨਾਂ ਨੇ ਜਦੋਂ ਪ੍ਰੈਕਟਿਸ ਕਰਵਾਈ ਤੇ ਉਹਨਾਂ ਦੇ ਨਾਲ ਅਸਿਸਟੈਂਟ ਕੋਚ ਸੀਗੇ CR ਕੁਮਾਰ। ਉਹਨਾਂ ਨੇ ਕੀ ਕੀਤਾ ਕਿ ਜਿਹੜੇ ਮੇਨ ਗੋਲਕੀਪਰ ਸੀਗੇ ਉਹਨੂੰ ਫਿਰ 2 ਹਿੱਸਿਆਂ 'ਚ ਵੰਡਤਾ। ਮੈਨੂੰ ਕਹਿੰਦੇ ਚੱਲ ਤੂੰ ਉੱਧਰ ਡਰੈਗ ਫਲਿੱਕ ਲੈ ਜਾ ਕੇ ਆਪਣੇ ਬਲਜੀਤ ਸਿੰਘ ਢਿੱਲੋਂ ਜੀ ਦਾ ਤੇ ਇੱਕ ਸਾਡੇ ਸੁਰਿੰਦਰ ਭਾਜੀ ਸੀਗੇ। ਉਹ ਜਦੋਂ ਉਹਨਾਂ ਨੇ ਮੇਰੀ ਗੇਮ ਦੇਖੀ ਉਹਨਾਂ ਨੂੰ ਲੱਗਿਆ ਕਿ ਕੁਝ ਪੋਟੈਂਸ਼ੀਅਲ ਹੈਗਾ। ਫਿਰ ਮੈਨੂੰ ਆ ਕੇ ਉਹਨਾਂ ਨੇ ਟਿਪਸ ਦਿੱਤੇ। ਉਹ ਸਾਊਥ ਇੰਡੀਅਨ ਸੀਗੇ ਤੇ ਮੈਨੂੰ ਆ ਕੇ ਕਹਿੰਦੇ ਵੀ ਬਲਜੀਤ ਅੱਜ ਮੈਂ ਅਸਿਸਟੈਂਟ ਕੋਚ ਹਾਂ, ਜਿੱਦਣ ਮੇਰੇ ਕੋਲ ਪੂਰਾ ਚਾਰਜ ਹੋਊਗਾ ਉਸ ਦਿਨ ਮੈਂ ਤੈਨੂੰ ਕੈਂਪ ਵਿੱਚ ਬੁਲਾਵਾਂਗਾ, ਇੰਡੀਆ ਕੈਂਪ ਦੇ ਵਿੱਚ, ਬਟ ਤੂੰ ਉਸ ਦਿਨ ਵਾਸਤੇ ਰੈਡੀ ਰਹੀ। ਭਾਜੀ ਮੇਰੇ ਖਿਆਲ ਨਾਲ 3 ਸਾਲ ਹੋਏ ਆ। 3 ਸਾਲ ਬਾਅਦ ਮੈਂ ਜੂਨੀਅਰ ਦੀ A ਤੇ B ਟੀਮ ਸੀਗੀ, ਮੈਂ B ਟੀਮ ਦੇ ਵਿੱਚ ਸੀਗਾ ਤੇ ਉਹ ਜੂਨੀਅਰ ਦੀ A ਟੀਮ ਦੇ ਕੋਚ ਬਣ ਚੁੱਕੇ ਸੀਗੇ ਉਦੋਂ। ਤੇ ਮੈਨੂੰ ਨਹੀਂ ਸੀ ਕਿਹੜੇ ਸਾਲ ਦੀ ਗੱਲ ਹੈ ਭਾਜੀ? ਇਹ 99 ਦੀ ਗੱਲ ਹੈ ਜੀ। ਤੇ 99 ਦੇ ਵਿੱਚ ਜਦੋਂ ਸਾਡਾ A ਤੇ B ਦਾ ਆਪਸ 'ਚ ਮੈਚ ਹੋਇਆ ਤੇ ਅਸੀਂ ਡਰਾ ਕਰ ਗਏ। ਉਹਨਾਂ ਨੇ ਪਛਾਣ ਲਿਆ ਮੈਨੂੰ, ਉਹ ਪ੍ਰੋਮਿਸ ਯਾਦ ਨਹੀਂ ਸੀਗਾ ਉਹਨਾਂ ਦਾ ਜਿਹੜਾ ਉਹ ਮੇਰੇ ਨਾਲ ਕਰਕੇ ਗਏ ਸੀਗੇ। ਤੇ ਮੇਰੇ ਇੱਕ ਫਰੈਂਡ ਸੀਗੇ ਇੰਦਰਜੀਤ ਚੱਡਾ, ਉਹਨਾਂ ਨੇ ਮੈਨੂੰ ਮੇਰੇ ਉਹ ਜਿਹੜੇ CR ਕੁਮਾਰ ਸੀਗੇ ਉਹਨਾਂ ਨੇ ਕਿਹਾ ਇੰਦਰਜੀਤ ਚੱਡਾ ਨੂੰ ਕਿ ਜਾ ਕੇ ਉਹਨੂੰ ਉਹਦੇ ਰੂਮ 'ਚੋਂ ਲੈ ਕੇ ਆ। ਜਦੋਂ ਮੈਂ ਉੱਥੋਂ ਉਹ ਮੇਰੇ ਰੂਮ 'ਚ ਆਇਆ ਤੇ ਮੈਨੂੰ ਕਹਿੰਦਾ ਵੀ ਤੈਨੂੰ ਕੋਚ ਸਾਹਿਬ ਨੇ ਬੁਲਾਇਆ। ਮੈਂ ਯਾਰ ਬੁਲਾਇਆ ਕਾਹਦੇ ਵਾਸਤੇ? ਕਹਿੰਦੇ ਪਤਾ ਨਹੀਂ ਵੀ ਇੱਕ ਵਾਰੀ ਮਿਲ ਲੈ ਜਾ ਕੇ। ਚਲੋ ਜਦੋਂ ਗਏ ਉੱਥੇ ਤਾਂ ਮੈਨੂੰ ਕਹਿੰਦੇ ਤੈਨੂੰ ਯਾਦ ਹੈ ਅਸੀਂ ਉੱਥੇ 96 ਵਿੱਚ ਮਿਲੇ ਸੀਗੇ? ਮੈਂ ਕਿਹਾ ਜੀ ਮੈਨੂੰ ਮਾੜਾ ਯਾਦ ਹੈ। ਕਹਿੰਦੇ ਮੈਂ ਤੈਨੂੰ ਪ੍ਰੋਮਿਸ ਕੀਤਾ ਸੀ। ਮਤਲਬ ਉਹ ਬਹੁਤ ਵੱਡਾ ਦਿਨ ਹੁੰਦਾ ਸੀ ਜੀ ਬਿਲਕੁਲ ਇੱਕ ਪਲੇਅਰ ਵਾਸਤੇ ਕਿ ਤੁਹਾਨੂੰ ਤੁਹਾਡੀ ਪਰਫਾਰਮੈਂਸ ਕਰਕੇ ਯਾਦ ਕੀਤਾ ਜਾਂਦਾ। ਮਤਲਬ ਮੇਰੇ ਫਾਦਰ ਨੇ ਨਹੀਂ ਕੋਸ਼ਿਸ਼ ਕੀਤੀ, ਮੇਰੇ ਕਿਸੇ ਕੋਚ ਨੇ ਨਹੀਂ ਕੋਸ਼ਿਸ਼ ਕੀਤੀ, ਉਹ ਤੁਹਾਡੀ ਪਰਫਾਰਮੈਂਸ ਦੇ ਬਿਹਾਫ 'ਤੇ ਜਦੋਂ ਇੱਦਾਂ ਦੀ ਕੁਛ ਰੈਕਗਨੀਸ਼ਨ ਮਿਲਦੀ ਹੈ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਉਹ ਤੁਹਾਡੇ ਵਾਸਤੇ। ਤੇ ਜਦੋਂ ਫਿਰ ਉਹਨਾਂ ਨੇ ਕਿਹਾ ਵੀ ਹੁਣ ਤੂੰ ਨੈਕਸਟ ਕੈਂਪ ਦੇ ਵਿੱਚ ਤੂੰ ਸਾਨੂੰ ਜੁਆਇਨ ਕਰੇਂਗਾ। ਪਰ ਇਹ 99 ਦੀ ਗੱਲ ਹੈ ਤੇ 99 ਦੇ ਵਿੱਚ ਇਹ 99 ਦੇ ਦਸੰਬਰ ਦੀ ਗੱਲ ਹੈ। 2000 ਦੇ ਵਿੱਚ ਮੇਰਾ ਪਹਿਲਾ ਟੂਰ ਲੱਗ ਗਿਆ, ਮਤਲਬ ਇੱਕ ਕੈਂਪ ਲਗਾਇਆ ਏਸ਼ੀਆ ਕੱਪ ਦਾ ਸਟੈਂਡ ਬਾਏ ਆ, ਦੂਸਰੇ ਕੈਂਪ ਦੇ ਵਿੱਚ ਮੈਂ ਟੂਰ ਲਗਾਇਆ ਪੋਲੈਂਡ ਦਾ ਜੂਨੀਅਰ ਵਰਲਡ ਕੱਪ ਦਾ। ਤੇ ਉਸੇ ਦੌਰਾਨ ਮੇਰੇ ਸ਼ੋਲਡਰ ਡਿਸਲੋਕੇਸ਼ਨ ਦੀ ਪ੍ਰੋਬਲਮ ਸ਼ੁਰੂ ਹੋ ਗਈ। ਹੋਇਆ ਕਿ ਉਹ CR ਕੁਮਾਰ ਹੋ ਗਏ ਚੇਂਜ, ਸਾਡੇ ਪੰਜਾਬ ਦੇ ਕੋਚਿਸ ਆ ਗਏ। ਉਹ ਜਦੋਂ ਪੰਜਾਬ ਦੇ ਕੋਚਿਸ ਆਏ ਤੇ ਮੈਨੂੰ ਕਹਿੰਦੇ ਵੀ ਮੇਰੇ BA ਫਾਈਨਲ ਈਅਰ ਦੇ ਐਗਜ਼ਾਮ ਸੀਗੇ ਉਸ ਵੇਲੇ। ਤੇ ਮੈਨੂੰ ਇਹ ਵੀ ਸੀਗਾ ਕਿ ਚਲੋ ਗ੍ਰੈਜੂਏਟ ਵੀ ਕਹਾਵਾਂਗੇ ਵੀ ਪੇਪਰ ਵੀ ਜੱਕ ਦੇ ਕੇ। ਇਹ ਬੈਂਗਲੌਰ ਕੈਂਪ ਲੱਗਾ ਸੀਗਾ, ਪੰਜਾਬ ਦੇ ਕੋਚ ਸੀਗੇ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਾਫੀ, ਮੈਂ ਕਿਹਾ ਜੀ ਤੁਸੀਂ ਵੀ ਮੈਨੂੰ ਜਾਣ ਦਿਓ ਹੁਣ ਵੀ ਮੈਂ ਫਾਈਨਲ ਈਅਰ ਦੇ ਪੇਪਰ ਦੇ ਆਵਾਂ, ਨਹੀਂ ਤਾਂ ਇਸ ਤੋਂ ਬਾਅਦ ਫਿਰ ਟਾਈਮ ਮਿਲਣਾ ਨਹੀਂ। ਕਹਿੰਦੇ ਨਹੀਂ ਕਾਕਾ ਵੀ ਤੂੰ ਡਰੋਪ ਕਰ ਦੇ ਪੇਪਰ,
ਵੀ ਪੜ੍ਹਾਈ ਤੋਂ ਤਾਂ ਤੈਨੂੰ ਮਿਲਣਾ ਨਹੀਂ ਕੁਝ, ਮਿਲਣਾ ਤਾਂ ਗੇਮ ਤੋਂ ਆ। ਗੱਲ ਉਹਨਾਂ ਦੀ ਵੀ ਠੀਕ ਸੀਗੀ, ਲੇਕਿਨ ਆਪਣੇ ਅੰਦਰ ਇਹ ਵੀ ਕੀੜਾ ਸੀਗਾ ਵੀ ਚਲੋ ਗ੍ਰੈਜੂਏਟ ਵੀ ਹਾਂ ਵੀ ਆਪਣੀ ਪੜ੍ਹਾਈ ਕੰਪਲੀਟ ਕਰ ਲਈ, ਫਿਰ ਪੂਰਾ 100% ਅਸੀਂ ਫੋਕਸ ਕਰਾਂਗੇ ਆਪਣੀ ਗੇਮ ਵੱਲ। ਲੇਕਿਨ ਮੈਂ ਥੋੜ੍ਹੀ ਜਿੱਦ ਜੀ ਕਰਕੇ ਮੈਂ ਕੈਂਪ ਤੋਂ ਛੁੱਟੀ ਲੈ ਕੇ ਆ ਗਿਆ ਵਾਪਸ। ਉਸੇ ਸਾਲ ਫਿਰ ਇਹਨਾਂ ਨੇ ਮੈਨੂੰ ਕਦੀ ਜੂਨੀਅਰ ਦੇ ਕੈਂਪ 'ਚ ਦੁਬਾਰਾ ਬੁਲਾਇਆ ਨਹੀਂ। ਉਦੋਂ ਮੈਂ 18 ਸਾਲ ਦਾ ਸੀ ਅਤੇ ਦਿਲ 'ਤੇ ਲੈ ਲਈ ਕੋਚਾਂ ਨੇ ਵੀ ਭਾਈ ਸਾਡੀ ਗੱਲ ਨਹੀਂ ਮੰਨੀ। ਅਤੇ ਲੇਕਿਨ ਇਹ ਸੀਗਾ ਵੀ ਉਹ 18 ਸਾਲ ਦਾ ਮੈਂ ਜੂਨੀਅਰ ਵਾਸਤੇ ਮੈਂ ਕਹਿ ਲਓ ਵੀ ਫਿੱਟ ਨਹੀਂ ਸੀਗਾ, ਲੇਕਿਨ ਮੈਨੂੰ ਸੇਮ ਟਾਈਮ ਦੇ ਵਿੱਚ ਸੀਨੀਅਰ ਕੈਂਪ ਦੇ ਰਹੇ ਸੀਗੇ ਇੰਡੀਆ ਟੀਮ ਦੇ ਸੀਨੀਅਰ ਕੈਂਪਸ। ਮੰਨ ਲਓ ਤੁਸੀਂ ਇਹ ਦੇਖੋ ਵੀ ਉਹ ਡਿਸਕ੍ਰਿਮੀਨੇਸ਼ਨ ਕਿੰਨੀ ਹੈਗੀ ਆ ਵੀ ਤੁਹਾਨੂੰ ਛੱਡਿਆ ਵੀ ਨਹੀਂ ਲੇਕਿਨ ਤੁਹਾਡੇ ਵਾਸਤੇ ਰੱਖਿਆ ਵੀ ਕੁਛ ਨਹੀਂ, ਕਿ ਸੀਨੀਅਰ ਦੇ ਵਿੱਚ ਆਲਰੇਡੀ ਏਡੇ ਵੱਡੇ ਨਾਮ ਹੁੰਦੇ ਆ ਕਿ ਤੁਸੀਂ ਤਾਂ 4-5 ਸਾਲ ਤਾਂ ਐਂ ਹੀ ਤੁਸੀਂ ਨਾਲ ਲੱਗੇ ਰਹਿੰਦੇ ਹੋ, ਮੌਕਾ ਹੀ ਨਹੀਂ ਮਿਲਦਾ। ਹਾਂਜੀ, ਮੌਕਾ ਹੀ ਨਹੀਂ ਮਿਲਦਾ। ਲੇਕਿਨ ਚਲੋ ਇਹ ਉਸ ਵੇਲੇ ਇੰਡੀਅਨ ਹਾਕੀ ਫੈਡਰੇਸ਼ਨ ਦਾ ਐਡਾ ਮੈਂ ਕਹਿੰਦਾ ਸ਼ੁਕਰਗੁਜ਼ਾਰ ਸੀਗਾ ਕਿ ਉਹਨਾਂ ਨੇ ਮੈਨੂੰ ਨਾਲ ਰੱਖਿਆ। ਫਿਰ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਇੰਜਰੀ ਵੀ ਸੀਗੀ, ਸ਼ੋਲਡਰ ਡਿਸਲੋਕੇਸ਼ਨ ਦੀ ਪ੍ਰੋਬਲਮ ਸੀਗੀ। ਸਨ 2000 ਦੇ ਵਿੱਚ ਮੈਨੂੰ ਕੈਂਪ 'ਚੋਂ ਬਾਹਰ ਕੱਢਤਾ। ਲੇਕਿਨ ਇਹ ਸੀਗਾ ਵੀ ਉਸ ਟਾਈਮ ਦੇ ਵਿੱਚ ਮਿਹਨਤ ਕਰੀ ਗਈ, ਇੱਕ ਜਨੂੰਨ ਸੀਗਾ। ਸਾਡੇ ਕੋਚ ਸਾਹਿਬ ਕਹਿੰਦੇ ਸੀਗੇ ਵੀ ਲੱਗੇ ਰਹੋ, ਕਿਤੇ ਨਾ ਕਿਤੇ ਤੁਹਾਨੂੰ ਮੌਕਾ ਮਿਲ ਜਾਂਦਾ। ਸੋ ਉਹ ਉਸੇ ਦੌਰਾਨ ਫਿਰ ਸਾਡੀ ਪ੍ਰੀਮੀਅਰ ਹਾਕੀ ਲੀਗ ਆਈ, ਜਿਹਦੇ ਵਿੱਚ ਸਾਡੇ ਇੰਡੀਆ ਦੇ ਡੋਮੈਸਟਿਕ ਪਲੇਅਰਸ ਨੂੰ ਵੀ ਇੱਕ ਪਲੇਟਫਾਰਮ ਮਿਲਿਆ, ਜਿਵੇਂ ਅੱਜ IPL ਹੈਗਾ। ਸੋ ਉਸ ਵੇਲੇ ਫਿਰ ਮੈਨੂੰ ਮੌਕਾ ਮਿਲਿਆ ਮਰਾਠਾ ਵਾਰੀਅਰਸ ਵੱਲੋਂ। ਮਰਾਠਾ ਵਾਰੀਅਰ ਮਹਾਰਾਸ਼ਟਰ ਬੰਬੇ ਦੀ ਟੀਮ ਸੀਗੀ ਉਸ ਵੇਲੇ, ਅਤੇ ਉਹ ਟੂਰਨਾਮੈਂਟ ਦੇ ਵਿੱਚ ਵੀ ਇੱਕ ਇਸ ਤਰੀਕੇ ਦਾ ਹਾਦਸਾ ਹੋਇਆ ਕਿ ਸਾਡੇ ਜਿਹੜੇ ਮੇਨ ਗੋਲਕੀਪਰ ਸੀਗੇ, ਮੈਨੂੰ ਲਿਆ ਸੀ ਸੈਕਿੰਡ ਗੋਲਕੀਪਰ, ਅਤੇ ਮੈਂ ਉਹਨਾਂ ਨੂੰ ਮਨਾ ਕਰਦਾ ਸੀ। ਮੈਂ ਕਿਹਾ ਜੀ ਮੈਨੂੰ ਤੁਸੀਂ ਖਿਡਾਉਣਾ ਤਾਂ ਹੈ ਨਹੀਂ, ਮੈਂ ਨਹੀਂ ਖੇਡਣਾ। ਵੀ ਕਹਿੰਦੇ ਕਿਉਂ? ਮੈਂ ਕਿਹਾ ਜੀ ਵੀ ਉੱਥੇ ਜਿਹੜਾ ਤੁਸੀਂ ਗੋਲਕੀਪਰ ਮੇਨ ਰੱਖਿਆ, ਮੈਨੂੰ ਲੱਗਦਾ ਵੀ ਮੈਂ ਉੱਧਰੋਂ ਜ਼ਿਆਦਾ ਡਿਜ਼ਰਵਿੰਗ ਆ ਖੇਡਣ ਵਾਸਤੇ। ਉਹਨਾਂ ਨੇ ਮੇਰੇ ਡਿਪਾਰਟਮੈਂਟ ਨੂੰ ਚਿੱਠੀਆਂ ਪਾਤੀਆਂ, ਮੇਰੇ ਫੈਡਰੇਸ਼ਨ ਤੋਂ ਪ੍ਰੈਸ਼ਰ ਪਵਾਇਆ। ਚਲੋ ਜੀ ਬਾਹਰ ਬੈਠ ਗਏ ਗਰਾਊਂਡ ਦੇ। ਮੈਚ ਪਹਿਲਾ ਸੀਗਾ ਸਾਡਾ ਹੈਦਰਾਬਾਦ ਸੁਲਤਾਨ ਨਾਲ। ਬੜੇ ਭਾਰੀ ਮਨ ਨਾਲ ਮੈਨੂੰ ਐਂ ਲੱਗ ਰਿਹਾ ਸੀਗਾ ਯਾਰ ਆਹ ਲਾਈਫ ਦੀ ਸਭ ਤੋਂ ਵੱਡੀ ਗਲਤੀ ਕੀਤੀ ਵੀ ਤੂੰ ਬੈਂਚ 'ਤੇ ਬੈਠਾ ਹੈ। ਲੇਕਿਨ ਉਹ ਕਿਸਮਤ ਨੂੰ ਕੁਛ ਹੋਰ ਹੀ ਮਨਜ਼ੂਰ ਹੁੰਦਾ ਹੈ ਕਿ ਜਦੋਂ ਤੁਸੀਂ ਮਿਹਨਤ ਕੀਤੀ ਹੋਵੇ ਤੁਹਾਡੇ ਵਾਸਤੇ ਪਲੇਟਫਾਰਮ ਆਪ ਹੀ ਬਣਦੇ ਨੇ। ਅਤੇ ਉਹ ਮੈਚ ਦੇ 7ਵੇਂ ਮਿੰਟ ਦੇ ਵਿੱਚ ਉਸ ਗੋਲਕੀਪਰ 'ਤੇ ਸੱਟ ਵੱਜ ਗਈ। ਜਦੋਂ ਸੱਟ ਵੱਜੀ ਅਤੇ ਸਾਡੇ ਕੋਚਿਸ ਮੈਨੂੰ ਕਹਿ ਰਹੇ ਵੀ ਤੂੰ ਜਾ ਅੰਦਰ। ਮੈਂ ਦੇਖਾਂ ਵੀ ਉਹ ਤਾਂ ਐਡੀ ਕੋਈ ਸੱਟ ਲੱਗ ਨਹੀਂ ਰਹੀ ਕਿ ਉਹਨੂੰ ਵੀ ਮੈਨੂੰ ਰਿਪਲੇਸ ਕਰਨਗੇ। ਮੈਂ ਕਦੀ ਉੱਠਾਂ ਕਦੀ ਬਹਿ ਜਾਵਾਂ, ਪਰ ਉਸ ਵੇਲੇ ਜਦੋਂ ਪਤਾ ਲੱਗਾ ਵੀ ਨਹੀਂ ਉਹ ਗੋਲਕੀਪਰ ਦੇ ਹੁਣ ਬਹੁਤ ਜ਼ਿਆਦਾ ਚੋਟ ਲੱਗ ਚੁੱਕੀ ਹੈ, ਚਲੋ ਮੈਂ ਅੰਦਰ ਗਿਆ। ਉਸ ਮੂਮੈਂਟ ਤੋਂ ਬਾਅਦ ਲਾਈਫ ਇੱਕਦਮ ਹੀ ਚੇਂਜ ਹੋ ਗਈ ਕਿ ਮੇਰਾ ਜਿਹੜਾ ਬੇਸ ਪ੍ਰਾਈਜ਼ ਸੀਗਾ ਉਹ ਬਹੁਤ ਘੱਟ ਸੀਗਾ। ਜਦੋਂ ਉਹ ਟੂਰਨਾਮੈਂਟ ਮੁੱਕਿਆ ਮੈਨੂੰ ਸੈਕਿੰਡ ਹਾਈਐਸਟ ਪੇ ਕੀਤਾ ESPN ਨੇ, ਕਿਉਂਕਿ ਉਹ ESPN ਕਰਵਾਉਂਦੇ ਸੀ ਟੂਰਨਾਮੈਂਟ। ਸੈਕਿੰਡ ਈਅਰ ਮੈਂ ਚੰਡੀਗੜ੍ਹ ਵੱਲੋਂ ਖੇਡਿਆ। ਚੰਡੀਗੜ੍ਹ ਵੀ ਇਸ ਤਰੀਕੇ ਨਾਲ ਸੀਗਾ ਕਿ ਚੰਡੀਗੜ੍ਹ ਵੱਲੋਂ ਜਿਹੜਾ ਗੋਲਕੀਪਰ ਆਇਆ ਉਹ ਇੰਡੀਆ ਟੀਮ ਨੂੰ ਪਹਿਲਾਂ ਹੀ ਰਿਪਰੈਜ਼ੈਂਟ ਕਰ ਚੁੱਕਾ ਸੀ, ਮੇਰਾ ਬੈਚਮੇਟ ਸੀ। ਅਤੇ ਦੂਸਰੀ ਸਾਈਡ ਮੈਂ ਸੀਗਾ, ਉਹ ਪੰਜਾਬ ਟੀਮ ਨੂੰ ਛੱਡ ਗਿਆ ਸੀ, ਮੈਂ ਮਰਾਠਾ ਟੀਮ ਨੂੰ ਛੱਡ ਕੇ ਆਇਆ ਸੀਗਾ। ਅਤੇ ਜਿਸ ਦਿਨ ਮੈਚ ਹੋਣਾ ਸੀ ਸ਼ਾਮ ਨੂੰ, ਤਾਂ ਮੈਂ ਕੋਚ ਦੇ ਕਮਰੇ 'ਚ ਜਾ ਕੇ ਖੜ੍ਹਾ ਹੋ ਗਿਆ। ਮੈਂ ਕਿਹਾ ਜੀ ਤੁਸੀਂ ਸ਼ਾਮ ਨੂੰ ਮੈਨੂੰ ਖਿਡਾਓਗੇ? ਉਹ ਕਹਿੰਦੇ ਯਾਰ ਇਹ ਤੇਰਾ ਡਿਸੀਜਨ ਨਹੀਂ ਹੈਗਾ, ਨਾ ਤੇਰੇ ਤੋਂ ਅਸੀਂ ਕੋਈ ਚੋਇਸ ਮੰਗੀ ਹੈ, ਵੀ ਇਹ ਸਾਡਾ ਡਿਸੀਜਨ ਹੈ, ਅਸੀਂ ਟੀਮ ਨਾਲ ਗੱਲ ਕਰਾਂਗੇ ਫਿਰ ਤੁਹਾਨੂੰ ਰੱਖਾਂਗੇ। ਮੈਂ ਕਿਹਾ ਮੈਨੂੰ ਲੱਗਦਾ ਕਿ ਇਹ ਵੀ ਤੁਹਾਡਾ ਜਨੂੰਨ ਸੀ, ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਖਿਡਾਰੀ ਇੰਨੀ ਹਿੰਮਤ ਵੀ ਕਰੂਗਾ। ਹਾਂਜੀ, ਮੈਨੂੰ ਇਹ ਪਤਾ ਸੀਗਾ ਕਿ ਜੇ ਕਮਲਦੀਪ ਖੇਡਿਆ ਤਾਂ ਮੈਨੂੰ ਮੌਕਾ ਨਹੀਂ ਮਿਲਣਾ, ਜੇ ਮੈਂ ਖੇਡਿਆ ਫਿਰ ਉਹਨੂੰ ਮੌਕਾ ਨਹੀਂ ਮਿਲਣਾ, ਕਿਉਂਕਿ ਅਸੀਂ ਇੱਕੋ ਹੀ ਬੈਚ ਦੇ ਸੀਗੇ। ਸਾਨੂੰ ਪਤਾ ਸੀ ਅਸੀਂ ਇੱਕ ਦੂਜੇ ਤੋਂ ਘੱਟ ਨਹੀਂ ਕੋਈ ਵੱਧ ਨਹੀਂ। ਮੈਂ ਜਦੋਂ ਉਹਨਾਂ ਦੇ ਕੋਲ ਜਾ ਕੇ ਬੈਠਾ, ਮੈਂ ਕਿਹਾ ਜੀ ਵੀ ਨਹੀਂ, ਮੈਂ ਕਿਹਾ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ, ਇਹ ਚੰਡੀਗੜ੍ਹ ਡਾਇਨਾਮੋਸ ਦੀ ਟੀਮ ਹੈ, ਇਹਦੇ ਪਹਿਲਾ ਹੱਕ ਮੇਰਾ। ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਤੁਸੀਂ ਬੋਲਡ ਹੁੰਦੇ ਹੋ, ਉਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਜੇ ਤੁਸੀਂ ਸ਼ਾਈ ਕਰ ਜਾਂਦੇ ਤਾਂ ਸ਼ਾਇਦ ਮੈਂ ਅੱਜ ਜਿਸ ਮੁਕਾਮ 'ਤੇ ਹੈਗਾ ਸ਼ਾਇਦ ਮੈਂ ਨਾ ਪਹੁੰਚਦਾ। ਉਸ ਟੂਰਨਾਮੈਂਟ ਦੇ ਵਿੱਚ ਮੈਨੂੰ ਸੈਕਿੰਡ ਹਾਈਐਸਟ ਪੇ ਵਾਸਤੇ ਮੈਨੂੰ ਸਾਈਨ ਕੀਤਾ ਸੀਗਾ, ਲੇਕਿਨ ਜਦੋਂ ਉਹ ਟੂਰਨਾਮੈਂਟ ਖਤਮ ਹੋਇਆ ਮੈਨੂੰ ਸਾਡੇ ਕੈਪਟਨ ਦੇ ਬਰਾਬਰ ਪੇਮੈਂਟ ਮਿਲੀ, ਕਿ ਉਹ ਸਾਡੇ ਕੈਪਟਨ ਨੂੰ ਡਿਸਾਈਡ ਕਰਦੀ ਸੀ ਸਾਡੀ ਸਟੇਟ, ਸਾਡਾ ਕਲੱਬ, ਕਿ ਕਿਹਨੂੰ ਤੁਸੀਂ ਹਾਈਐਸਟ ਪੇ ਕਰਨਾ। ਲੇਕਿਨ
ਉਹਦੇ ਬਰਾਬਰ ਤੁਸੀਂ ਕਿਹਨੂੰ ਪੇ ਕਰਨਾ ਹੈ, ਉਹ ਚੈਨਲ ਸਿਲੈਕਟ ਕਰਦਾ ਸੀ। ਮੇਰੀ ਉਸ ਵੇਲੇ ਜੋ ਕੱਦ ਮੇਰਾ ਵਧਿਆ ਉਸ ਟੂਰਨਾਮੈਂਟ ਦੇ ਵਿੱਚ, ਤੇ ਨੈਕਸਟ ਈਅਰ ਮੈਨੂੰ ਇੰਡੀਆ ਟੀਮ ਤੋਂ ਕਾਲ ਆ ਗਈ। ਮੈਂ ਇਹ ਕਹਿੰਦਾ ਜੀ ਵੀ ਪਲੇਅਰ ਦੀ ਲਾਈਫ ਦੇ ਵਿੱਚ ਬਹੁਤ ਸਾਰੇ ਐਸੇ ਮੂਮੈਂਟ ਹੁੰਦੇ ਆ ਜਦੋਂ ਤੁਸੀਂ ਲੋ ਵੀ ਰਹਿੰਦੇ ਹੋ, ਤੇ ਉਸ ਲੋ ਮੂਮੈਂਟ 'ਚ ਤੁਸੀਂ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਉਹ ਤੁਹਾਡੇ ਉੱਤੇ ਹੈ। ਕੌਨਫੀਡੈਂਸ ਲੈਵਲ ਤੁਹਾਡਾ ਹਮੇਸ਼ਾ ਹਾਈ ਰਹਿਣਾ ਚਾਹੀਦਾ। ਜਿਵੇਂ ਕਹਿ ਸਕਦੇ ਹਾਂ ਵੀ ਅਸੀਂ ਚੜ੍ਹਦੀ ਕਲਾ 'ਚ ਜੇ ਰਵਾਂਗੇ ਤਾਂ ਹੀ ਤੁਸੀਂ ਆਪਣਾ ਹੱਕ ਲੈ ਸਕਦੇ ਹੋ। ਸੋ ਮੈਨੂੰ ਜਦੋਂ ਲੋਕਾਂ ਨੇ ਇਹ ਕਹਿਤਾ ਵੀ ਨਹੀਂ ਵੀ ਹੁਣ ਇਹਦੇ ਸ਼ੋਲਡਰ ਡਿਸਲੋਕੇਸ਼ਨ ਦੀ ਪ੍ਰੋਬਲਮ ਹੈ, ਇਹ ਹੁਣ ਓਵਰਏਜ ਹੋ ਚੁੱਕਾ ਹੈ, ਕਿਉਂਕਿ ਕੈਂਪ 2002 'ਚ ਛੱਡਿਆ ਸੀਗਾ, 2006 ਦੇ ਵਿੱਚ ਮੈਨੂੰ ਇੰਡੀਆ ਟੀਮ ਮਿਲੀ। ਸੋ ਉਸ ਦੌਰਾਨ ਕਾਫੀ ਉਤਾਰ ਚੜ੍ਹਾਅ ਸੀਗੇ, ਲੇਕਿਨ ਮੈਂ ਸਮਝਦਾ ਵੀ ਸਾਡੇ ਕੋਚਿਸ ਦੀ ਇਹ ਸਾਡੇ 'ਤੇ ਆਸ਼ੀਰਵਾਦ ਰਹੇ ਕਿ ਅਸੀਂ ਜਿਸ ਮੁਕਾਮ 'ਤੇ ਪਹੁੰਚੇ ਹਾਂ ਉਹ ਉਹਨਾਂ ਦੀ ਦੇਣ ਹੈ। ਸੋ ਭਾਜੀ ਤੁਸੀਂ ਜ਼ਿਕਰ ਕੀਤਾ ਸੀ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਹੀ ਜਿਹੜੇ ਇੰਗਲੈਂਡ ਦੇ ਕੋਚ ਸੀ, ਪਲੇਅਰ ਸੀ, ਉਹ ਇੱਥੇ ਆਏ ਹੋਏ ਸੀ। ਉਹਨਾਂ ਤੋਂ ਮੈਨੂੰ ਇੱਕ ਹੋਰ ਵੀ ਜ਼ਿਕਰ ਆਇਆ, ਉਹ ਵੀ ਮੈਂ ਕਰੂੰਗਾ, ਪਰ ਦਰਸ਼ਕਾਂ ਨੂੰ ਮੈਂ ਥੋੜ੍ਹਾ ਜਿਹਾ ਦੱਸਦਾ ਕਿ ਜੋ ਖਿਡਾਰੀ ਦੇ ਨਾਲ ਅੱਜ ਮੈਂ ਬੈਠਾ 2006 ਤੋਂ 9 ਤੱਕ ਇਸ ਖਿਡਾਰੀ ਦਾ ਬਹੁਤ ਵੱਡਾ ਨਾਮ ਰਿਹਾ, ਪਰ ਅਨਹੋਣੀ ਕਹਿ ਲਈਏ 2009 ਦੇ ਵਿੱਚ ਜਾ ਕੇ ਪੁਣੇ ਦੇ ਵਿੱਚ ਪ੍ਰੈਕਟਿਸ ਕਰ ਰਹੇ ਸੀ ਜਦੋਂ ਮੈਦਾਨ 'ਤੇ, ਤਾਂ ਇਹਨਾਂ ਦੀ ਅੱਖ 'ਤੇ ਗੋਲਫ ਦੀ ਬਾਲ ਵੱਜਦੀ ਹੈ, ਜਿਸ ਤੋਂ ਬਾਅਦ ਵਿਜ਼ਨ ਜਿਹੜਾ ਆਈਸਾਈਟ ਆਪਾਂ ਕਹਿ ਲਈਏ, ਅੱਖ ਦੀ ਨਿਗਾਹ ਜਾਂ ਕਹਿ ਲਈਏ ਪੰਜਾਬੀ ਦੇ ਵਿੱਚ, ਉਹ ਵੀ ਘਟਦੀ ਆ, ਤੇ ਉਦੋਂ ਆਪਰੇਸ਼ਨ ਜਿਹੜਾ ਇਹਨਾਂ ਦਾ ਆਪਰੇਟ ਆ ਜਿਹੜੀ ਆਈ ਉਹ ਅੱਖ ਕੀਤੀ ਜਾਂਦੀ ਆ। ਪਰ ਇਸ ਖਿਡਾਰੀ ਦਾ, ਉਹ ਜਾਬਾਜ਼ ਖਿਡਾਰੀ ਦਾ ਹੌਸਲਾ ਸੀ, ਜਦੋਂ ਇਹ ਹਸਪਤਾਲ ਦੇ ਵਿੱਚ ਵੀ ਸੀ ਤਾਂ ਉਦੋਂ ਵੀ ਇਹ ਜ਼ੁਬਾਨੀ ਆਪਣੀ ਇਹੀ ਕਹਿ ਰਿਹਾ ਸੀ ਕਿ ਮੈਂ ਕਦੋਂ ਵਾਪਸੀ ਜਿਹੜੀ ਮੈਦਾਨ 'ਤੇ ਕਰਾਂਗਾ। ਭਾਜੀ ਅਨਹੋਣੀਆਂ ਕਹਿੰਦੇ ਨੇ ਖਿਡਾਰੀਆਂ ਦੇ ਨਾਲ ਹੁੰਦੀਆਂ ਨੇ ਜਦੋਂ ਮੈਦਾਨ 'ਤੇ ਹੁੰਦੇ ਨੇ। ਤੁਹਾਡੇ ਵੀ ਉਹ ਬਾਲ ਵੱਜੀ ਗੋਲਫ ਦੀ, ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਤੁਹਾਨੂੰ ਮੌਕਾ ਨਹੀਂ ਮਿਲਿਆ ਇੰਟਰਨੈਸ਼ਨਲ ਲੈਵਲ 'ਤੇ ਜਾਂ ਫਿਰ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦਾ, ਕਿਉਂਕਿ ਫੈਡਰੇਸ਼ਨਾਂ ਦੇ ਵੱਲੋਂ ਬਹੁਤ ਕੁਝ ਕਿਹਾ ਗਿਆ ਸੀ ਉਦੋਂ। ਪਰ ਜਿਹੜਾ ਪਿਛਲਾ ਇੱਕ ਵਰਲਡ ਕੱਪ ਹੋਇਆ ਹਾਕੀ ਦਾ, ਇੱਕ ਖਬਰ ਵੀ ਲੱਗੀ, ਮੁੰਬਈ ਦੇ ਹੀ ਇੱਕ ਪੱਤਰਕਾਰ ਸੀ, ਉਹਨਾਂ ਦੇ ਵੱਲੋਂ ਖਬਰ ਲਾਈ ਗਈ ਸੀ, ਅਤੇ ਇੰਗਲੈਂਡ ਦਾ ਹੀ ਇੱਕ ਖਿਡਾਰੀ ਸੀ ਹਾਕੀ ਦਾ, ਸੈਮ ਵਾਰਡ, ਉਸਦੀ ਵੀ ਉਸੇ ਤਰੀਕੇ ਦੇ ਨਾਲ ਜਿਵੇਂ ਤੁਹਾਡੇ ਅੱਖ 'ਤੇ ਬਾਲ ਵੱਜੀ ਸੀ, ਉਸ ਖਿਡਾਰੀ ਦੇ ਵੀ ਵੱਜੀ ਸੀ, ਪਰ ਉਸ ਖਿਡਾਰੀ ਨੂੰ ਉਸਦੇ ਦੇਸ਼ ਨੇ, ਉਸਦੀਆਂ ਫੈਡਰੇਸ਼ਨਾਂ ਨੇ ਸਾਥ ਦਿੱਤਾ ਅਤੇ ਉਸ ਨੂੰ ਵਰਲਡ ਕੱਪ ਦੇ ਵਿੱਚ ਚੁਣਿਆ, ਅਤੇ ਬਹੁਤ ਵਧੀਆ ਪ੍ਰਦਰਸ਼ਨ ਵੀ ਉਸ ਖਿਡਾਰੀ ਨੇ ਕੀਤਾ ਸੀ। ਪਰ ਤੁਹਾਨੂੰ 2009 ਤੋਂ ਬਾਅਦ ਕਦੇ ਉਹ ਮੌਕਾ ਨਹੀਂ ਦਿੱਤਾ, ਹਾਲਾਂਕਿ ਤੁਸੀਂ ਬਹੁਤ ਐਫਰਟਸ ਕੀਤੀਆਂ, ਆਪਣਾ 100% ਜਿਹੜਾ ਤੁਸੀਂ ਦਿੱਤਾ। ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਕਿਸ ਦੇ ਨਾਲ ਗਿਲਾ ਸ਼ਿਕਵਾ ਕੀ ਕਹੋਗੇ, ਕਿਉਂਕਿ ਉਹ ਜਿਹੜੀ ਖਬਰ ਛਪੀ ਉਸ ਤੋਂ ਬਾਅਦ ਵੀ ਤੁਹਾਡਾ ਨਾਮ ਬਹੁਤ ਜਿਹੜਾ ਚਰਚਾ ਦੇ ਵਿੱਚ ਆਇਆ। ਭਾਜੀ ਜਦੋਂ ਮੇਰੇ ਅੱਖ 'ਤੇ ਸੱਟ ਵੱਜੀ ਸੀਗੀ 2009 ਦੇ ਵਿੱਚ, ਪਤਾ ਨਹੀਂ ਮਤਲਬ ਇੱਕ ਮੈਂ ਕਾਫੀ ਪੋਜ਼ੀਟਿਵ ਸੀਗਾ ਉਸ ਤੋਂ ਬਾਅਦ ਵੀ ਕਿ ਕੋਈ ਗੱਲ ਨਹੀਂ, ਮੈਂ ਕਮਬੈਕ ਕਰ ਲਾਂਗਾ। ਲੇਕਿਨ ਜਿਸ ਤਰੀਕੇ ਦਾ ਰਵੱਈਆ ਸੀ ਉਸ ਵੇਲੇ ਦੀ ਸਰਕਾਰ ਦਾ, ਮੈਨੂੰ ਇਹਨਾਂ ਨੇ US ਭੇਜਿਆ, ਕਾਫੀ ਮੀਡੀਆ ਦਾ ਦਬਾਅ ਵੀ ਸੀਗਾ ਕਿ ਇੰਨਾ ਵੱਡਾ ਗੋਲਕੀਪਰ ਹੈ ਅਤੇ ਇਹਨੂੰ ਸਰਕਾਰੀ ਹੌਸਪੀਟਲ ਏਮਸ ਦੇ ਵਿੱਚ ਰੱਖਿਆ ਹੋਇਆ। ਮੇ ਵੀ ਮਤਲਬ ਮੈਂ ਇਹ ਮੰਨਦਾ ਕਿ ਸਾਡੇ ਇੰਡੀਅਨ ਜਿਹੜੇ ਡਾਕਟਰਸ ਨੇ ਬਹੁਤ ਵਧੀਆ ਡਾਕਟਰ ਨੇ, ਲੇਕਿਨ ਇੱਕ ਸੈਕੰਡ ਓਪੀਨੀਅਨ ਅਸੀਂ ਚਾਹੁੰਦੇ ਸੀਗੇ ਕਿ ਵਰਲਡ ਦੀ ਇੱਕ ਹੋਰ ਬੈਸਟ ਓਪੀਨੀਅਨ ਅਸੀਂ ਲੈ ਲਈਏ। ਸੋ ਇਸ ਕਰਕੇ ਮੈਨੂੰ US ਭੇਜਿਆ ਇਲਾਜ ਵਾਸਤੇ। ਉੱਥੋਂ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਆ ਕੇ ਦੇਖਿਆ ਕਿ ਨਾ ਤਾਂ ਸਾਡੀ ਫੈਡਰੇਸ਼ਨ ਨੇ, ਉਸ ਵੇਲੇ ਦੇ ਜਿਹੜੇ ਵੱਡੇ ਨਾਮ ਸੀਗੇ, ਨਾ ਸਾਡੇ ਇੰਡੀਅਨ ਗੌਰਮੈਂਟ ਨੇ। ਮੈਂ MS ਗਿੱਲ ਸਾਹਿਬ ਨੂੰ ਮਿਲਣ ਗਿਆ ਉਹਨਾਂ ਦੇ ਘਰੇ, ਮੈਂ ਚੰਡੀਗੜ੍ਹ ਬੈਠੇ ਨੇ, ਮੈਂ ਉਹਨਾਂ ਤੋਂ ਅਪਾਇੰਟਮੈਂਟ ਲਈ, ਮੈਨੂੰ ਉਹਨਾਂ ਨੇ ਸਵੇਰੇ ਅਰਲੀ ਮਾਰਨਿੰਗ 7:30 ਜਾਂ 8 ਵਜੇ ਦੀ ਮੈਨੂੰ ਅਪਾਇੰਟਮੈਂਟ ਦਿੱਤੀ। ਮੇਰਾ ਕੋਈ ਦਿੱਲੀ ਰਹਿੰਦਾ ਨਹੀਂ ਕੋਈ ਰਿਸ਼ਤੇਦਾਰ, ਮੈਂ ਇੱਥੋਂ ਸਵੇਰੇ ਮਤਲਬ ਸਵੇਰੇ ਤਾਂ ਨਹੀਂ, ਮੈਂ ਰਾਤ ਨੂੰ ਮੈਂ ਇੱਥੋਂ ਸ਼ਾਇਦ 12 ਜਾਂ 1 ਵਜੇ ਮੈਂ ਬੱਸ ਫੜ ਕੇ ਪੂਰਾ ਮਤਲਬ ਕੋਰਾ ਪੈ ਰਿਹਾ ਸੀਗਾ ਕਿ ਵੀ ਬੱਸ ਵਾਲੇ ਨੇ ਕਿੱਦਾਂ ਕਰਕੇ ਦਿੱਲੀ ਤੱਕ ਪਹੁੰਚਾਇਆ। ਉੱਥੋਂ ਆਟੋ ਫੜ ਕੇ ਪਹੁੰਚਿਆ ਮੈਂ ਮਿਨਿਸਟਰ ਸਾਹਿਬ ਦੀ ਕੋਠੀ। ਮੈਨੂੰ ਕਹਿੰਦੇ ਕਾਕਾ ਤੂੰ 5 ਮਿੰਟ ਲੇਟ ਹੈ। ਮੈਂ ਕਿਹਾ ਸਰ ਵੀ ਮੈਂ ਕੋਈ ਇੱਥੋਂ ਸਦਰ ਬਾਜ਼ਾਰ ਤੋਂ ਥੋੜ੍ਹਾ ਆਇਆ, ਮੈਂ ਤਾਂ ਚੰਡੀਗੜ੍ਹ ਤੋਂ ਆਇਆ ਪੂਰੀ ਰਾਤ ਸਫ਼ਰ ਕਰਕੇ, ਵੀ ਹੁਣ ਤੁਸੀਂ ਐਟਲੀਸਟ ਇੰਨਾ ਕੁ ਤਾਂ ਮੈਨੇਜ ਕਰ ਸਕਦੇ। ਨਾਲੇ ਉਹ 5 ਮਿੰਟ ਅਸੀਂ ਲੇਟ ਨਹੀਂ ਸੀ, ਅਸੀਂ ਤਾਂ ਬਾਹਰ ਹੀ ਬੈਠੇ ਸੀਗੇ, ਉਹਨਾਂ ਨੇ ਮੈਨੂੰ 5 ਮਿੰਟ ਲੇਟ ਬੁਲਾਇਆ ਸੀਗਾ। ਅਤੇ ਚਲੋ ਕੋਈ ਐਸੀ ਗੱਲ ਨਹੀਂ। ਫਿਰ ਮੈਂ ਕਿਹਾ ਜੀ ਹੁਣ ਤੁਸੀਂ ਮੇਰਾ ਅਗਲਾ ਕੀ ਪਲਾਨ ਕੀਤਾ, ਵੀ ਮੈਨੂੰ ਕੀ ਰੀਹੈਬ ਇੱਥੇ ਦਓਗੇ ਕਿ ਮੈਂ ਦੁਬਾਰਾ ਗਰਾਊਂਡ ਦੇ ਵਿੱਚ ਵਾਪਸੀ ਕਰ ਸਕਾਂ। MS ਗਿੱਲ ਸਾਹਿਬ ਦਾ ਇਹ ਬਿਆਨ ਸੀਗਾ, ਕਹਿੰਦੇ ਵੀ ਕਾਕਾ ਜਿੰਨਾ ਖਰਚਾ ਅਸੀਂ ਤੇਰੇ 'ਤੇ ਕਰ ਚੁੱਕੇ ਹਾਂ, ਇਸ ਤੋਂ ਬਾਅਦ ਸਾਡੇ ਗੌਰਮੈਂਟ ਕੋਲ ਹੋਰ ਪੈਸਾ ਹੈ ਨਹੀਂ, ਤੇਰੀ ਫੈਡਰੇਸ਼ਨ ਕੋਲ ਵੀ ਪੈਸਾ ਹੈ ਨਹੀਂ ਤੇਰੇ 'ਤੇ ਖਰਚਣ ਵਾਸਤੇ। ਮੈਂ ਕਿਹਾ ਜੀ ਇਹਦਾ ਕੀ ਮਤਲਬ ਸਮਝਾਂ। ਕਹਿੰਦੇ ਹੁਣ ਤੈਨੂੰ ਆਪ ਹੀ ਕਰਨਾ ਪੈਣਾ ਜੋ ਕੁਝ ਵੀ ਕਰਨਾ।
ਮੈਂ ਕਿਹਾ ਜੀ ਚਲੋ ਮਤਲਬ ਹੁਣ ਜਦੋਂ ਇੰਨੀ ਗੱਲ ਕਹੀ ਹੋਵੇ ਮੇਰਾ ਮਨ ਤਾਂ ਅੰਦਰੋਂ ਬੜਾ ਭਰਿਆ। ਮੈਂ ਕਿਹਾ ਯਾਰ ਵੀ ਹੁਣ ਮਤਲਬ ਇਹ ਸਾਡੀ ਕੰਟਰੀ ਦਾ ਸਪੋਰਟਸ ਮਿਨਿਸਟਰ ਕਹਿ ਰਿਹਾ ਇਹ ਗੱਲ, ਅਤੇ ਮੈਂ ਹੁਣ ਜਦੋਂ ਪੰਜਾਬੀ ਦੀ ਕਹਾਵਤ ਕਿਹੜੀ ਮਾਂ ਨੂੰ ਮਾਸੀ ਕਹਾਂ ਵੀ ਮੇਰੇ ਵਾਸਤੇ ਤੁਸੀਂ ਕੁਝ ਐਫਰਟ ਕਰੋ। ਮੈਂ ਸ਼ਾਇਦ ਮੈਂ ਵੈਰੀ ਸੈਕਿੰਡ ਡੇ ਮੈਂ ਗਰਾਊਂਡ 'ਚ ਜਾਣਾ ਸ਼ੁਰੂ ਕਰਤਾ, ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕਰਤੀ। ਮੈਂ ਕਿਹਾ ਚਲੋ ਛੱਡੋ ਹੁਣ ਜੋ ਹੋ ਗਿਆ ਹੋ ਗਿਆ। ਫਿਰ 2 ਮਹੀਨੇ ਬਾਅਦ ਮੈਂ ਗਰਾਊਂਡ ਦੇ ਵਿੱਚ ਕਿੱਟ ਪਾ ਕੇ ਮੈਂ ਸ਼ੁਰੂ ਕੀਤੀ ਪ੍ਰੈਕਟਿਸ ਸ਼ੁਰੂ ਕੀਤੀ, ਅਤੇ ਸਾਡੀ ਇੰਡੀਅਨ ਵਾਲੀ ਟੀਮ ਨੇ ਮੈਨੂੰ ਕਾਫੀ ਸਪੋਰਟ ਕੀਤੀ ਉਸ ਵੇਲੇ। ਮੈਨੂੰ ਆਪਣੇ ਨਾਲ ਸਾਡੀ ਮੇਨ ਟੀਮ ਦੇ ਨਾਲ ਮੈਨੂੰ ਨਾਲ ਲੈ ਕੇ ਜਾਂਦੇ ਰਹੇ। ਜਦੋਂ ਕੋਈ ਵੀਕ ਟੀਮ ਹੁੰਦੀ ਸੀ ਉਹਦੇ ਨਾਲ ਮੈਨੂੰ ਇਹ 10-15 ਮਿੰਟ ਖਿਡਾ ਦਿੰਦੇ ਸੀਗੇ ਕਿ ਚੱਲ ਤੂੰ ਦੇਖ ਅੰਦਰ ਜਾ ਕੇ। ਮਤਲਬ ਮੇਰੇ ਖਿਆਲ ਨਾਲ ਜੇ ਉਸ ਵੇਲੇ ਸਾਡੇ ਇੰਡੀਅਨ ਆਇਲ ਡਿਪਾਰਟਮੈਂਟ ਨੇ ਮੇਰੀ ਸਪੋਰਟ ਨਾ ਕੀਤੀ ਹੁੰਦੀ ਮੈਂ ਸ਼ਾਇਦ ਹੋਰ ਜ਼ਿਆਦਾ ਮੈਂਟਲੀ ਵੀ ਮਤਲਬ ਟੁੱਟ ਜਾਣਾ ਸੀਗਾ। ਦਿਲੋਂ ਤਾਂ ਮੈਂ ਟੁੱਟਿਆ ਹੀ ਸੀਗਾ ਕਿ ਕੰਟਰੀ ਜਿਹਦੇ ਵਾਸਤੇ ਮੈਂ ਬਚਪਨ ਤੋਂ ਸੁਪਨੇ ਲੈ ਰਿਹਾ ਸੀਗਾ ਵੀ ਮੈਂ ਇੰਡੀਆ ਵਾਸਤੇ ਖੇਡਾਂ, ਅਤੇ ਉਹ ਇੰਡੀਆ ਦੀ ਗੌਰਮੈਂਟ ਮੈਨੂੰ ਇਸ ਤਰੀਕੇ ਨਾਲ ਬਿਹੇਵ ਕਰ ਰਹੀ ਜਿਵੇਂ ਵੀ ਕਿ ਮੈਂ ਘਰ ਜਾਂ ਮੈਂ ਕਿਤੇ ਗਰਾਊਂਡ ਤੋਂ ਬਾਹਰ ਕੋਈ ਇੱਦਾਂ ਦੀ ਸੱਟ ਖਾਧੀ ਹੋਵੇ। ਤਾਂ ਸੱਟ ਉਹਨਾਂ ਦੀ ਗਲਤੀ ਨਾਲ ਵੱਜੀ ਸੀ। ਮੈਂ ਚਲੋ ਉਹ ਛੋਟੇ ਮੈਚ ਹੋਏ, ਲੇਕਿਨ ਮੈਨੂੰ ਐਂ ਫੀਲ ਹੁੰਦਾ ਸੀ ਕਿ ਇਹ ਮੈਨੂੰ ਮੌਕਾ ਉਨਾ ਵੱਡਾ ਨਹੀਂ ਦੇ ਰਹੇ ਜੋ ਮੈਂ ਡਿਜ਼ਰਵ ਕਰਦਾ। ਮੈਂ ਫਿਰ ਆਪਣੇ ਕੋਚ ਨੂੰ ਕਿਹਾ, ਮੈਂ ਕਿਹਾ ਯਾਰ ਵੀ ਤੁਸੀਂ ਮੈਨੂੰ ਇਸ ਤਰੀਕੇ ਨਾਲ ਨਾ ਟਰੀਟ ਕਰੋ, ਇਹ ਮੇਰੀ ਪ੍ਰੈਕਟਿਸ ਹੈਗੀ ਹੈ, ਮੈਨੂੰ ਪਤਾ ਵੀ ਤੁਸੀਂ ਜਿਹੜੀ ਵੀ ਬੈਸਟ ਟੀਮ ਹੈ ਤੁਸੀਂ ਉਹਦੇ ਨਾਲ ਮੇਰਾ ਮੈਚ ਕਰਾਓ। ਸਾਡੇ ਡਿਪਾਰਟਮੈਂਟ ਸਾਡਾ ਕੋਚ ਸਾਡੇ ਡਿਪਾਰਟਮੈਂਟ ਤੋਂ ਬਾਹਰ ਦੇ ਹੁੰਦੇ ਆ, ਸੋ ਉਹਨਾਂ ਨੇ ਮੇਰੀ ਇੱਕ ਇਮੇਜ ਇੱਦਾਂ ਦੀ ਦੇ ਦਿੱਤੀ ਕਿ ਇਹ ਲੜਦਾ ਹੈ ਜੀ ਸਾਡੇ ਨਾਲ ਵੀ ਤੁਸੀਂ ਮੈਨੂੰ ਮੈਚ ਕਿਉਂ ਨਹੀਂ ਦੇ ਰਹੇ। ਉਹ ਸਾਡੇ ਡਿਪਾਰਟਮੈਂਟ ਵਾਲਿਆਂ ਨੇ ਕਿਹਾ ਵੀ ਚਲੋ ਇਹਨੂੰ ਹੁਣ ਬੈਸਟ ਚੰਗੇ ਟੀਮਾਂ ਦੇ ਨਾਲ ਮੈਚ ਖਿਡਾਓ, ਜੇ ਇਹ ਨਹੀਂ ਪਰਫੋਰਮ ਕਰਦਾ ਇਹਨੂੰ ਨੈਕਸਟ ਡੇ ਆਪਾਂ ਵਾਪਸ ਭੇਜੀਏ ਘਰ ਨੂੰ। ਇਹ ਬੰਗਲੌਰ ਲੀਗ ਦੀ ਗੱਲ ਹੈ ਕਿ ਉੱਥੇ ਏਅਰ ਇੰਡੀਆ, ਏਅਰਲਾਈਨਸ, ਆਰਮੀ ਇਹਨਾਂ ਦੇ ਨਾਲ ਮੈਨੂੰ ਮੈਚ ਮਿਲੇ ਪੂਰੇ, ਅਤੇ ਜਿਹੜਾ ਸਾਡਾ ਮੇਨ ਗੋਲਕੀਪਰ ਸੀਗਾ ਉਹਦੇ ਨਾਲ ਮੇਰੇ ਘੱਟ ਗੋਲ ਕੰਸੀਡ ਕੀਤੇ ਸੀਗੇ, ਅਤੇ ਮੇਰੀ ਪਰਫੋਰਮੈਂਸ ਵਧੀਆ ਸੀਗੀ, ਟੀਮ ਨੂੰ ਸਪੋਰਟ ਮਿਲੀ ਉਸ ਤੋਂ। ਫਿਰ ਮੈਂ ਕਿਹਾ ਜੀ ਚਲੋ ਵੀ ਹੁਣ ਦੱਸੋ ਵੀ ਕੀ ਨੈਕਸਟ ਕਰਨਾ। ਕਹਿੰਦੇ ਨਹੀਂ ਵੀ ਬੰਬੇ ਤੋਂ ਮੈਨੂੰ ਫੋਨ ਆਇਆ ਵੀ ਤੂੰ ਬਹੁਤ ਵਧੀਆ ਕੀਤਾ ਵੀ ਅਸੀਂ ਤੈਨੂੰ ਅੱਗੇ ਵੀ ਖਿਡਾਵਾਂਗੇ। ਫਿਰ ਮੈਂ ਪੰਜਾਬ ਟੀਮ ਵੱਲੋਂ ਨੈਸ਼ਨਲ ਗੇਮਸ ਵਾਸਤੇ ਸਿਲੈਕਟ ਹੋਇਆ। ਅਸੀਂ ਨੈਸ਼ਨਲ ਗੇਮ ਜਿੱਤੀ, ਸੀਨੀਅਰ ਨੈਸ਼ਨਲ ਅਸੀਂ ਖੇਡੇ ਉਹ ਜਿੱਤੀ। ਇੰਡੀਆ ਦੇ ਜਿਹੜੇ ਬੈਸਟ ਟੂਰਨਾਮੈਂਟ ਸੀਗੇ ਉਹਨਾਂ ਦੇ ਵਿੱਚ ਮੈਂ ਬੈਸਟ ਗੋਲਕੀਪਰ ਲਿਆ। ਉਦੋਂ ਸਪੋਰਟਸ ਮਿਨਿਸਟਰ ਬਣ ਗਏ ਸੀਗੇ ਮਾਕਨ ਸਾਹਿਬ, ਉਹਨਾਂ ਨੇ ਮੈਨੂੰ ਬੈਸਟ ਗੋਲਕੀਪਰ ਦੀ ਟਰੋਫੀ ਦਿੱਤੀ ਵੈਸਟ ਬੰਗਾਲ ਦੇ ਵਿੱਚ। ਅਤੇ ਫਿਰ ਮੇਰਾ ਕੈਂਪ ਦੇ ਵਿੱਚ ਦੁਬਾਰਾ ਨਾਮ ਆਇਆ 2011 ਦੇ ਵਿੱਚ। 2009 ਦੇ ਵਿੱਚ ਸੱਟ ਵੱਜੀ ਹੈ ਐਂਡ ਦੇ ਵਿੱਚ, ਮਤਲਬ ਸਾਲ ਦੇ ਵਿੱਚ ਮੈਂ ਰਿਕਵਰੀ ਕਰਕੇ ਮੈਂ ਵਾਪਸ ਇੰਡੀਆ ਦੇ ਉਸ ਪ੍ਰੋਬੇਬਲਸ ਦੇ ਵਿੱਚ ਆ ਗਿਆ ਸੀਗਾ ਕਿ ਮੈਨੂੰ ਇਹਨਾਂ ਨੇ ਬੁਲਾਇਆ। ਜਦੋਂ ਬੁਲਾਇਆ ਅਤੇ ਮੈਨੂੰ ਮੇਰੀ ਪਰਫੋਰਮੈਂਸ ਉੱਥੇ ਵੀ ਬੈਸਟ ਸੀਗੀ। ਸਾਡੇ ਜਿਹੜੇ ਕੋਚਿਸ ਸੀਗੇ ਉਹਨਾਂ ਨੂੰ ਪਤਾ ਨਹੀਂ ਕੀ ਮਤਲਬ ਉਹਨਾਂ ਦੇ ਵਿੱਚੋਂ ਕੁਛ ਮੇਰੇ ਫੇਵਰ ਸੀਗੇ, ਕੁਛ ਚਾਹੁੰਦੇ ਸੀਗੇ ਵੀ ਨਹੀਂ ਵੀ ਇਹਨੂੰ ਆਪਾਂ ਨਾ ਟੀਮ ਦੇ ਨਾਲ ਲੈ ਕੇ ਜਾਈਏ, ਮੈਡੀਕਲੀ ਅਨਫਿਟ ਹੈ। ਮੈਨੂੰ ਉਹਨਾਂ ਨੇ ਫਾਈਨਲ ਟਰਾਇਲਸ ਤੋਂ ਇੱਕ ਦਿਨ ਪਹਿਲਾਂ ਬੁਲਾ ਕੇ ਮੈਨੂੰ ਕਹਿੰਦੇ ਵੀ ਆਪਣਾ ਮੈਡੀਕਲ ਕਰਾ। ਮੈਂ ਕਿਹਾ ਜੀ ਇਹਦੀ ਲੋੜ ਹੀ ਨਹੀਂ ਹੈਗੀ, ਮੇਰੇ ਮੈਡੀਕਲ ਦੀਆਂ ਰਿਪੋਰਟਸ ਜਿਹੜੀਆਂ US ਵਗੈਰਾ ਦੀਆਂ ਹੈਗੀਆਂ ਉਹ ਸਾਰੀਆਂ ਤੁਹਾਡੇ ਕੋਲ ਹੈ। ਏਮਸ ਦੇ ਵਿੱਚ ਮੈਂ 1 ਮਹੀਨਾ ਐਡਮਿਟ ਰਿਹਾ, ਉਹਦੀ ਰਿਪੋਰਟਸ ਤੁਹਾਡੇ ਕੋਲ ਆ। ਸੋ ਬਾਈ ਹੁਣੀ ਨਾਲ ਗੱਲਬਾਤ ਕਰ ਰਹੇ ਸੀ ਅਤੇ ਕਹਿੰਦੇ ਨੇ ਕਿ ਜਦੋਂ ਦਿਲ ਦੀਆਂ ਗੱਲਾਂ ਜਦੋਂ ਛਿੜ ਜਾਂਦੀਆਂ ਨੇ ਤਾਂ ਫਿਰ ਸਮੇਂ ਦਾ ਪਤਾ ਨਹੀਂ ਲੱਗਦਾ। ਸਾਨੂੰ ਵੀ ਸਮੇਂ ਦਾ ਪਤਾ ਨਹੀਂ ਲੱਗਿਆ, ਚਾਨਣ ਦੇ ਵਿੱਚ ਬੈਠੇ ਸੀ ਅਤੇ ਸ਼ਾਮ ਪੈ ਗਈ, ਹਨੇਰਾ ਹੋ ਗਿਆ ਉਸ ਤੋਂ ਬਾਅਦ, ਜਿਸ ਕਰਕੇ ਹੁਣ ਅੰਦਰ ਜਿਹੜਾ ਇੱਥੇ ਘਰ ਦੇ ਵਿੱਚ ਆਉਣਾ ਪਿਆ। ਸੋ ਬਾਈ ਮੈਂ ਵੀ ਇਹੀ ਜਿਹੜਾ ਕਹੂੰਗਾ ਤੁਹਾਨੂੰ, ਜਿੱਥੋਂ ਆਪਾਂ ਛੱਡਿਆ ਸੀ ਬਾਹਰ ਆਪਾਂ ਗੱਲਬਾਤ ਕਰ ਰਹੇ ਸੀ ਤੁਹਾਡੇ ਉਹ ਸਫ਼ਰ ਦੇ ਬਾਰੇ ਕਿ ਤੁਹਾਨੂੰ ਮੌਕਾ ਨਹੀਂ ਮਿਲਿਆ ਇੰਗਲੈਂਡ ਦੇ ਖਿਡਾਰੀ ਦੇ ਨਾਲ ਸਾਥ ਦਿੱਤਾ ਦੇਸ਼ ਨੇ ਵੀ, ਉਹਦੀਆਂ ਫੈਡਰੇਸ਼ਨਾਂ ਨੇ ਵੀ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜਦੋਂ ਦੂਸਰੇ ਸਪੋਰਟਸ ਮਿਨਿਸਟਰ ਇੰਡੀਆ ਦੇ ਬਣੇ ਨੇ, ਮੈਂ ਵੀ ਉਹੀ ਉਮੀਦ ਕਰਦਾ ਕਿ ਉੱਥੋਂ ਹੀ ਤੁਸੀਂ ਆਪਣੀ ਗੱਲ ਜਿਹੜੀ ਪੂਰੀ ਕਰੋ। ਮੈਂ ਗੱਲ ਭਾਜੀ ਆਹੀ ਕਰਦਾ ਸੀਗਾ ਕਿ ਜਦੋਂ ਮੈਨੂੰ ਜਿਹੜੇ MS ਗਿੱਲ ਸਾਹਿਬ ਸੀਗੇ ਉਹਨਾਂ ਵੱਲੋਂ ਇੱਕ ਤਰੀਕੇ ਨਾਲ ਬੜਾ ਨਾਂਹ ਪੱਖੀ ਜਵਾਬ ਮਿਲਿਆ। ਫਿਰ ਮੈਂ ਆਪਣੀ ਫੈਮਿਲੀ ਦੇ ਨਾਲ, ਆਪਣੇ ਕੋਚਿਸ ਦੇ ਨਾਲ ਦੁਬਾਰਾ ਸਲਾਹ ਕਰਕੇ, ਦੁਬਾਰਾ ਮਿਹਨਤ ਕਰਕੇ ਆਪਣੇ ਆਪ ਨੂੰ ਫਿਰ ਦੁਬਾਰਾ ਬੂਸਟ ਅਪ ਕੀਤਾ ਵੀ ਨਹੀਂ ਵੀ ਹੁਣ ਜੋ ਕੁਝ ਵੀ ਹੋਊਗਾ ਉਹ ਤੇਰੇ ਆਪਣੇ ਪਰਫੋਰਮੈਂਸ ਦੇ ਨਾਲ ਹੀ ਹੋਊਗਾ। ਅਤੇ ਜਦੋਂ ਡੋਮੈਸਟਿਕ ਦੇ ਵਿੱਚ ਪਰਫੋਰਮੈਂਸ ਵਧੀਆ ਦਿੱਤੀ, ਇੰਡੀਆ ਦੇ ਸਪੋਰਟਸ ਮਿਨਿਸਟਰ ਮਾਖਨ ਸਾਹਿਬ ਕੋਲੋਂ ਬੈਸਟ ਗੋਲਕੀਪਰ ਦੀ ਟਰੋਫੀ ਦੁਬਾਰਾ ਲਈ, ਨੈਸ਼ਨਲਸ ਜਿੱਤੀਆਂ,
ਉਸ ਤੋਂ ਬਾਅਦ ਜਦੋਂ ਦੁਬਾਰਾ ਕੈਂਪ ਦੇ ਵਿੱਚ ਗਏ ਤੇ ਉੱਥੇ ਜਾ ਕੇ ਫਿਰ ਕੁਛ ਇਸ ਤਰੀਕੇ ਦੀ ਕੌਨਸਪੀਰੇਸੀ ਹੋਈ ਕਿ ਉਹ ਸਮਝਦੇ ਸੀਗੇ ਕਿ ਇਹਦੀ ਇੱਕ ਅੱਖ ਦਾ ਵਿਜ਼ਨ ਨਹੀਂ ਹੈਗਾ, ਸੋ ਉਸੇ ਪਾਸੇ ਅਸੀਂ ਦੁਬਾਰਾ ਬਾਰ-ਬਾਰ ਅਟੈਂਪਟ ਕਰਵਾਈਏ। ਅਤੇ ਸਾਡੇ ਇੱਕ ਡਰੈਗ ਫਲਿੱਕਰ ਸੀਗੇ, ਉਹਨਾਂ ਨੂੰ ਇਹ ਬਾਰ-ਬਾਰ ਕਹਿ ਰਹੇ ਸੀਗੇ ਕਿ ਉਸੇ ਸਾਈਡ ਮਾਰੋ ਕਿ ਇਹਦੇ ਉਸ ਪਾਸੇ ਵਿਜ਼ਨ ਨਹੀਂ ਹੈਗਾ, ਲੇਕਿਨ ਉਸ ਬੰਦੇ ਨੂੰ ਮੈਂ ਮਤਲਬ ਗੋਲ ਨਹੀਂ ਕਰਨ ਦਿੱਤੇ। ਅਤੇ ਬਾਅਦ ਦੇ ਵਿੱਚ ਇੱਕ ਬਲਵੀਰ ਸਿੰਘ ਕੈਪਟਨ ਬਲਵੀਰ ਸਿੰਘ ਸੀਗੇ, ਹਾਕੀ ਦੇ ਬਹੁਤ ਨਾਮੀ ਪਲੇਅਰ ਸਾਡੇ ਪੰਜਾਬ ਦੇ, ਉਹਨਾਂ ਨੇ ਮੈਨੂੰ ਆ ਕੇ ਟਰਾਇਲਸ ਫਸਟ ਟਰਾਇਲ ਵਾਲੇ ਦਿਨ ਮੈਨੂੰ ਆ ਕੇ ਕਹਿੰਦੇ ਕਿ ਬਲਜੀਤ ਵੀ ਸਿਲੈਕਟਰਸ ਦਾ ਜਿਹੜਾ ਇੱਕ ਸੋਚ ਹੈ ਉਹ ਬੜੀ ਨੈਗੇਟਿਵ ਹੈ ਤੇਰੇ ਵਾਸਤੇ। ਕਿ ਮੈਂ ਉਹਨਾਂ ਨੂੰ ਪੁੱਛਿਆ, ਮੈਂ ਸਰ ਵੀ ਕੋਈ ਗੇਮ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਤਾਂ ਦੱਸੋ, ਤੁਸੀਂ ਮੈਨੂੰ ਗਾਈਡ ਕਰੋ ਕਿ ਮੈਂ ਜੇ ਨਹੀਂ ਚੰਗਾ ਖੇਡ ਰਿਹਾ ਤੁਸੀਂ ਮੈਨੂੰ ਕੱਢ ਦਿਓ। ਨਹੀਂ, ਕਹਿੰਦੇ ਤੂੰ ਖੇਡ ਤਾਂ ਚੰਗਾ ਰਿਹਾ, ਲੇਕਿਨ ਇਹ ਬੰਦੇ ਇਹ ਮਨ ਬਣਾਈ ਬੈਠੇ ਵੀ ਤੈਨੂੰ ਚਾਂਸ ਨਹੀਂ ਦੇਣਾ। ਫਿਰ ਮੈਂ ਸਿਲੈਕਟਰਸ ਨੂੰ ਵੀ ਜਾ ਕੇ ਪੁੱਛਿਆ, ਮੈਂ ਕਿਹਾ ਵੀ ਦੱਸੋ ਕੀ ਪ੍ਰੋਬਲਮ ਹੈ, ਵੀ ਮਤਲਬ ਕਿਤੇ ਗੇਮ ਦੇ ਵਿੱਚ ਇਸ਼ੂ ਹੈ ਕੋਈ, ਮੈਂ ਜਿਹੜਾ 1 ਮਹੀਨਾ ਕੈਂਪ ਲਗਾਇਆ ਉਹਦੇ ਵਿੱਚ ਫਿਟਨੈਸ ਦੇ ਵਿੱਚ ਮੇਰਾ ਕੋਈ ਇਸ਼ੂ ਸੀਗਾ। ਸੋ ਉਹਨਾਂ ਦੇ ਕੋਲ ਜਵਾਬ ਤਾਂ ਕੋਈ ਨਹੀਂ ਸੀਗਾ ਮੇਰੀ ਗੇਮ ਨਾਲ ਜੁੜਿਆ ਹੋਇਆ, ਲੇਕਿਨ ਕਹਿੰਦੇ ਨਹੀਂ ਅਸੀਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਅਸੀਂ ਫਿਰ ਘੁੰਮ ਘੁਮਾ ਕੇ ਸਾਡੇ ਜਿਹੜੇ ਮੇਨ ਚੀਫ ਕੋਚ ਸੀਗੇ ਨੋਬਸ, ਇਹ ਫੋਰਨ ਕੋਚ ਸੀਗੇ, ਅਤੇ ਉਹਨਾਂ ਨੂੰ ਮੈਂ ਜਾ ਕੇ ਪੁੱਛਿਆ, ਉਹ ਕਹਿੰਦੇ ਨਹੀਂ ਵੀ ਬਲਜੀਤ ਵੀ ਅਸੀਂ ਇਹ ਸੋਚ ਰਹੇ ਹਾਂ ਵੀ ਤੈਨੂੰ ਅਸੀਂ ਰਿਟਾਇਰਮੈਂਟ ਇੱਥੇ ਦਵਾਈਏ। ਮੈਂ ਕਿਹਾ ਜੀ ਤੁਸੀਂ ਮੈਨੂੰ ਇੱਥੇ ਸਿਰਫ ਇਸ ਵਾਸਤੇ ਬੁਲਾਇਆ ਵੀ ਮੈਨੂੰ ਰਿਟਾਇਰਮੈਂਟ ਤੁਸੀਂ ਦੇਣੀ ਹੈ, ਤਾਂ ਫੇਅਰਵੈਲ ਵਾਸਤੇ ਬੁਲਾਇਆ ਸੀ? ਨਹੀਂ, ਕਹਿੰਦੇ ਵੀ ਅਸੀਂ ਤੇਰੇ ਵਾਸਤੇ ਆਹ ਪਲਾਨ ਕੀਤਾ। ਮੈਂ ਕਿਹਾ ਮੇਰੇ ਵਾਸਤੇ ਤੁਸੀਂ ਪਲਾਨ ਨਾ ਕਰੋ, ਮੈਂ ਰਿਟਾਇਰਮੈਂਟ ਆਪਣੇ ਬਾਰੇ ਹਜੇ ਸੋਚ ਨਹੀਂ ਰਿਹਾ, ਮੈਂ ਹਜੇ ਹੋਰ ਲੰਮੀ ਹਾਕੀ ਖੇਡਣੀ ਹੈ। ਸੋ ਵੀ ਮੈਨੂੰ ਇਸ ਤਰੀਕੇ ਦੀ ਤੁਹਾਡੀ ਜਿਹੜੀ ਵੀ ਕੋਈ ਵੀ ਐਡਵਾਈਸ ਆ ਉਹ ਮੇਰੇ ਵਾਸਤੇ ਨਾ ਤੁਸੀਂ ਰੱਖੋ। ਅਤੇ ਮੈਂ ਉਸ ਦਿਨ ਫਿਰ ਕੈਂਪ ਛੱਡਿਆ। ਮੈਂ ਸੈਕਿੰਡ ਅਤੇ ਥਰਡ ਡੇ ਵਾਲਾ ਟਰਾਇਲਸ ਮੈਂ ਮਿਸ ਕੀਤੇ। ਫਿਰ ਮੀਡੀਆ 'ਚ ਵੀ ਦੁਬਾਰਾ ਖਬਰ ਗਈ, ਇਹਨਾਂ ਕੋਲ ਕੋਈ ਜਵਾਬ ਹੀ ਨਹੀਂ ਸੀਗਾ। ਲੇਕਿਨ ਇਸ ਤਰੀਕੇ ਨਾਲ ਬੜਾ ਡਿਸਅਪੋਇੰਟਿੰਗ ਸੀਗਾ ਕਿ ਇੱਕ ਪਲੇਅਰ ਨੂੰ ਜਿਹਨੂੰ ਨਾ ਫੈਡਰੇਸ਼ਨ ਸਪੋਰਟ ਕਰ ਰਹੀ ਹੈ, ਨਾ ਕੰਟਰੀ ਦੀ ਟੋਪ ਮੈਨੇਜਮੈਂਟ ਟੋਪ ਲੀਡਰਸ਼ਿਪ ਸਪੋਰਟ ਕਰ ਰਹੀ ਹੈ, ਉੱਥੇ ਉਹ ਬੰਦਾ ਆਪਣੇ ਦਮ 'ਤੇ ਦੁਬਾਰਾ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਤੁਸੀਂ ਉਹਨੂੰ ਇਗਨੋਰ ਕਰ ਰਹੇ ਹੋ। ਇੱਕ ਪਾਸੇ ਤੁਸੀਂ ਹੁਣੇ ਇੰਗਲੈਂਡ ਦੇ ਇੱਕ ਪਲੇਅਰ ਦਾ ਤੁਸੀਂ ਮੈਨੂੰ ਜ਼ਿਕਰ ਕੀਤਾ, ਉਹਨਾਂ ਦੀ ਇੱਕ ਪੋਜ਼ੀਟਿਵ ਸੋਚ ਸੀ ਕਿ ਉਹ ਜਿਹੜੇ ਪਲੇਅਰ ਦੇ ਪਿੱਛੇ ਉਹਨਾਂ ਨੇ ਪੂਰਾ ਇੱਕ ਵਧੀਆ ਤਰੀਕੇ ਨਾਲ ਸਟੈਂਡ ਲਿਆ, ਉਹਨੂੰ ਦੁਬਾਰਾ ਖੜ੍ਹਾ ਕੀਤਾ। ਉਸ ਪਲੇਅਰ ਨੇ ਵਰਲਡ ਕੱਪ ਦੇ ਵਿੱਚ ਸਭ ਤੋਂ ਜ਼ਿਆਦਾ ਸਕੋਰ ਕੀਤਾ ਇੰਗਲੈਂਡ ਵਾਸਤੇ। ਸੋ ਇਹ ਕੰਟਰੀ ਜਦੋਂ ਤੱਕ ਤੁਹਾਡੀ ਯੂਥ ਨੂੰ ਸਪੋਰਟ ਨਹੀਂ ਕਰਦੀ, ਤੁਹਾਡੇ ਟੈਲੈਂਟ ਨੂੰ ਸਪੋਰਟ ਨਹੀਂ ਕਰਦੀ, ਤੁਸੀਂ ਪਰਫੋਰਮੈਂਸ ਜਾਂ ਤੁਸੀਂ ਇੱਕ ਵਰਲਡ ਲੈਵਲ 'ਤੇ ਤੁਸੀਂ ਆਪਣੇ ਆਪ ਨੂੰ ਕਿਤੇ ਵੀ ਖੜ੍ਹਾ ਨਹੀਂ ਕਰ ਸਕਦੇ, ਕਿਉਂਕਿ ਉਹ ਇੱਕ ਬੇਚੈਨੀ, ਉਹ ਇੱਕ ਡਰ ਦਾ ਮਾਹੌਲ ਪਲੇਅਰ ਦੇ ਵਿੱਚ ਬਣਿਆ ਰਹਿੰਦਾ ਕਿ ਹੁਣ ਜਿਸ ਪਲੇਅਰ ਨੇ ਵੀ ਅੱਜ ਜੇ ਮੇਰੀ ਸਟੋਰੀ ਸੁਣਦਾ ਹੈਗਾ, ਉਹਨੂੰ ਇਹ ਲੱਗਦਾ ਕਿ ਯਾਰ ਅੱਗੇ ਜੇ ਸਾਡੇ ਸੱਟ ਵੱਜੂਗੀ ਤਾਂ ਸਾਡਾ ਵੀ ਹਾਲ ਬਲਜੀਤ ਸਿੰਘ ਵਾਲਾ ਹੋ ਸਕਦਾ ਕਿ ਬਲਜੀਤ ਸਿੰਘ ਨੂੰ ਤਾਂ ਜੋਬ ਮਿਲ ਗਈ ਸੀਗੀ, ਜੇ ਸਾਡੇ ਸੱਟ ਵੱਜਦੀ ਸਾਡੇ ਵਾਸਤੇ ਜੋਬਸ ਅੱਗੇ ਹੋਣਗੀਆਂ ਕਿ ਨਹੀਂ ਹੋਣਗੀਆਂ। ਉਹ ਇੱਕ ਡਰ ਦਾ ਮਾਹੌਲ ਅਸੀਂ ਆਪਣੇ ਆਪ ਕ੍ਰੀਏਟ ਕਰਦੇ ਹਾਂ ਆਪਣੇ ਯੂਥ ਵਾਸਤੇ, ਜੋ ਕਿ ਨਹੀਂ ਹੋਣਾ ਚਾਹੀਦਾ। ਇੱਕ ਪੋਜ਼ੀਟਿਵ ਇਨਵਾਇਰਮੈਂਟ ਹੋਣਾ ਚਾਹੀਦਾ ਜਿੱਥੇ ਕਿ ਤੁਹਾਡੀ ਸਟੇਟ ਨੂੰ ਇੱਕ ਐਗਜ਼ੈਂਪਲ ਪੇਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਕਰੋ, ਅਸੀਂ ਤੁਹਾਡੇ ਨਾਲ। ਸੋ ਇਹ ਹੈਗਾ ਕਿ ਸਾਡੇ ਕੰਟਰੀ ਦੇ ਵਿੱਚ ਕਿਤੇ ਨਾ ਕਿਤੇ ਕੁਛ ਨੈਗੇਟਿਵ ਲੋਕਾਂ ਕਰਕੇ ਇੱਕ ਇਨਵਾਇਰਮੈਂਟ, ਇੱਕ ਮੈਸੇਜ ਗਲਤ ਜਾਂਦਾ। ਤੁਸੀਂ ਅੱਜ ਦੀ ਡੇਟ ਵਿੱਚ ਦੇਖੋ ਕਿ ਪੰਜਾਬ ਦੀ ਟੀਮ ਦੇ ਸੀਨੀਅਰ ਕੈਂਪ ਦੇ ਵਿੱਚ, ਸੀਨੀਅਰ ਟੀਮ ਦੇ ਵਿੱਚ 8-8 ਪਲੇਅਰ ਟੀਮ ਦੇ ਵਿੱਚ ਖੇਡਦੇ ਨੇ, ਲੇਕਿਨ ਜੂਨੀਅਰ ਵਿੱਚ ਸਾਡਾ ਸਿਰਫ ਇੱਕੋ ਹੀ ਪਲੇਅਰ ਹੈਗਾ ਜਿਹੜਾ ਜੂਨੀਅਰ ਕੈਂਪ ਦੇ ਵਿੱਚ ਹੈਗਾ। ਸੋ ਇਸ ਤੋਂ ਇੱਕ ਅੰਦਾਜ਼ਾ ਇਹ ਲੱਗਦਾ ਹੈ ਕਿ ਸਾਡੀ ਕਿਤੇ ਨਾ ਕਿਤੇ ਪੰਜਾਬ ਦੀ ਹਾਕੀ ਦਾ ਗ੍ਰਾਫ ਵੀ ਥੱਲੇ ਜਾ ਰਿਹਾ। ਨਵਾਂ ਯੂਥ ਖੇਡਣਾ ਨਹੀਂ ਚਾਹ ਰਿਹਾ, ਜੋਬਸ ਬਹੁਤ ਘੱਟ ਕ੍ਰੀਏਟ ਹੋ ਰਹੀਆਂ ਜੋ ਕਿ ਜ਼ਿਆਦਾ ਹੋਣੀਆਂ ਚਾਹੀਦੀਆਂ। ਕੋਚਿਸ ਦੀ ਸੀਟਾਂ ਜਿਹੜੀਆਂ ਖਾਲੀ ਪਈਆਂ ਉਹ ਭਰੀਆਂ ਜਾਣੀਆਂ ਚਾਹੀਦੀਆਂ, ਤਾਂ ਕਿ ਪਲੇਅਰ ਬਣਾਉਣੇ ਤਾਂ ਕੋਚਿਸ ਨੇ, ਜੇ ਤੁਸੀਂ ਕੋਚਿਸ ਹੀ ਨਹੀਂ ਅਪੋਇੰਟ ਕਰੋਗੇ ਤਾਂ ਪਲੇਅਰਸ ਕਿੱਥੋਂ ਬਣਨਗੇ। ਸੋ ਇਹ ਇੱਕ ਬੜਾ ਜੀ ਇੱਕ
ਚੈਨ ਰਿਐਕਸ਼ਨ ਹੁੰਦਾ ਹੈ ਕਿ ਇੱਕ ਚੀਜ਼ ਕਿਤੇ ਨਾ ਕਿਤੇ ਕੜੀ ਇੱਕ ਟੁੱਟਦੀ ਹੈ, ਉਹ ਫਿਰ ਲੜੀ ਟੁੱਟਦੀ ਚੱਲ ਜਾਂਦੀ ਹੈ, ਬਿਖਰ ਜਾਂਦਾ ਸਾਰਾ ਕੁਝ। ਮੈਂ ਵੀ ਅੱਜ ਤੱਕ ਮੈਨੂੰ ਲੱਗਦਾ ਕਿ ਆਪਣੇ ਕੰਨਾਂ ਤੋਂ ਇਹ ਸੁਣਦਾ ਹੁੰਦਾ ਸੀ ਕਿ ਖਿਡਾਰੀਆਂ ਦੇ ਨਾਲ ਖੇਡਾਂ ਦੇ ਵਿੱਚ ਧੱਕਾ ਹੁੰਦਾ, ਪਰ ਜਦੋਂ ਮੈਂ ਉਹ ਰਿਪੋਰਟ ਦੇਖੀ ਤਾਂ ਅੱਖੀ ਦੇਖਿਆ ਵੀ, ਤੇ ਅੱਜ ਕਹਾਣੀ ਤੁਹਾਡੀ ਜ਼ੁਬਾਨੀ ਸੁਣ ਕੇ ਇਹ ਵੀ ਮੈਨੂੰ ਯਕੀਨ ਹੋ ਗਿਆ ਕਿ ਵਾਕਿਆ ਦੇ ਵਿੱਚ ਖਿਡਾਰੀਆਂ ਦੇ ਨਾਲ ਧੱਕਾ ਹੁੰਦਾ। ਪਰ ਤੁਸੀਂ, ਮੈਨੂੰ ਲੱਗਦਾ ਕਿ ਜਿਸ ਮੁਕਾਮ ਤੇ ਤੁਸੀਂ ਪਹੁੰਚੇ ਹੋ, ਤੁਹਾਡੇ ਨਾਮ ਤੇ ਇੱਕ ਅਵਾਰਡ ਵੀ ਜਿਹੜਾ ਹਰ ਸਾਲ ਦਿੱਲੀ ਦੇ ਵਿੱਚ ਕਰਵਾਇਆ ਜਾਂਦਾ। ਬਹੁਤ ਸਾਰੇ ਖਿਡਾਰੀ ਨੇ, ਸਵਿਤਾ ਪੂਨੀਆ ਦੀ ਗੱਲ ਕਰ ਲਈਏ, ਗੋਲਕੀਪਰ ਨੇ ਤਾਂ ਸ਼੍ਰੀ ਜੇਸ਼ ਦੀ ਗੱਲ ਕਰ ਲਈਏ, ਬਹੁਤ ਵੱਡਾ ਨਾਮ ਉਹਨਾਂ ਦਾ ਰਿਹਾ, ਉਹਨਾਂ ਨੂੰ ਉਹ ਅਵਾਰਡ ਤੁਹਾਡੇ ਨਾਮ ਦਾ ਜਿਹੜਾ ਦਿੱਤਾ ਗਿਆ। ਉਸ ਅਵਾਰਡ ਦੇ ਬਾਰੇ ਵੀ ਜ਼ਰੂਰ ਦੱਸੋ ਕਿ ਕਿਵੇਂ ਉਹ ਕਹਾਣੀ ਸ਼ੁਰੂ ਹੋਈ ਸੀ ਅਤੇ ਕਿੰਨਾ ਕੁ ਮਾਣ ਅੱਜ ਮਹਿਸੂਸ ਹੁੰਦਾ ਕਿ ਮੇਰੇ ਨਾਮ ਤੇ ਅਵਾਰਡ ਜਿਹੜਾ ਸ਼ੁਰੂ ਕੀਤਾ ਗਿਆ। ਜੀ ਬਿਲਕੁਲ, ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਪਲੇਅਰ ਹੋਣ ਦੇ ਨਾਤੇ, ਕਿਉਂਕਿ ਮੈਂ ਇਕਲੌਤਾ ਗੋਲਕੀਪਰ ਸੀਗਾ ਪੰਜਾਬ ਦਾ, ਜੋ ਕਿ ਕਿਉਂਕਿ ਸਾਡੇ, ਜਿਵੇਂ ਅਸੀਂ ਇੰਟਰਵਿਊ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਇੱਥੇ ਦੇ ਡਿਫੈਂਡਰਸ ਕਾਫੀ ਫੇਮਸ ਰਹੇ, ਇੱਥੇ ਦੇ ਮਿਡਫੀਲਡਰ ਕਾਫੀ ਫੇਮਸ ਰਹੇ ਪੰਜਾਬ ਦੇ, ਅਟੈਕਰਸ ਕਾਫੀ ਫੇਮਸ ਰਹੇ, ਲੇਕਿਨ ਗੋਲਕੀਪਰ ਕੋਈ ਨਹੀਂ ਸੀਗਾ। ਇਹ ਮੈਂ ਇਕਲੌਤਾ ਗੋਲਕੀਪਰ ਸੀਗਾ ਜਿਹਨੇ ਕਿ ਕੰਟਰੀ ਵਾਸਤੇ ਪਲੇਇੰਗ ਕੀਤੀ। ਅਤੇ ਉਸ ਤੋਂ ਬਾਅਦ ਜਦੋਂ ਫੈਡਰੇਸ਼ਨ ਨੇ ਮੇਰੇ ਨਾਮ 'ਤੇ ਅਵਾਰਡ ਰੱਖਿਆ, ਅਤੇ ਇਹ ਵੀ ਬੜੀ ਮਾਣ ਵਾਲੀ ਗੱਲ ਸੀਗੀ ਕਿ ਸਾਡੇ 5 ਅਵਾਰਡਾਂ ਵਿੱਚੋਂ 3 ਅਵਾਰਡ ਜਿਹੜੇ ਸੀਗੇ ਸਾਡੇ ਪੰਜਾਬ ਦੇ ਪਲੇਅਰਸ ਦੇ ਨਾਂ 'ਤੇ ਸੀਗੇ। ਇੱਕ ਜੁਗਰਾਜ ਸਿੰਘ ਜਿਹੜੇ ਹਾਕੀ ਪਲੇਅਰ ਸੀਗੇ ਉਹਨਾਂ ਨੂੰ ਸਮਰਪਿਤ ਹੋਇਆ, ਇੱਕ ਪ੍ਰਗਟ ਸਿੰਘ ਜੀ ਨੂੰ ਸਮਰਪਿਤ ਹੋਇਆ, ਅਤੇ ਇੱਕ ਬੈਸਟ ਗੋਲਕੀਪਰ ਆਫ ਦਾ ਈਅਰ ਅਵਾਰਡ ਜੋ ਹੈ ਕਿ ਉਹ ਬਲਜੀਤ ਸਿੰਘ, ਮਤਲਬ ਮੇਰੇ ਨਾਮ 'ਤੇ ਸ਼ੁਰੂ ਹੋਇਆ। ਕਾਫੀ ਮਾਣ ਵਾਲੀ ਗੱਲ ਹੈ ਜੀ ਕਿ ਜਿਸ ਗੇਮ ਨੂੰ ਤੁਸੀਂ ਸਮਰਪਿਤ ਹੁੰਦੇ ਹੋ, ਉਸੇ ਫੈਡਰੇਸ਼ਨ ਵੱਲੋਂ ਤੁਹਾਡੇ ਨਾਮ 'ਤੇ ਇੱਕ ਐਨੂਅਲ ਅਵਾਰਡ ਸ਼ੁਰੂ ਕੀਤਾ ਜਾਂਦਾ, ਜੋ ਕਿ ਮੇਰੇ ਖਿਆਲ ਨਾਲ ਇਹ ਕਾਫੀ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਵਰਡਸ 'ਚ, ਕਿ ਇੱਕ ਤੁਸੀਂ ਲੀਗੈਸੀ ਤੁਹਾਡੇ ਨਾਮ ਦੀ ਇੱਕ ਐਸਟੈਬਲਿਸ਼ ਕਰਦੀ ਹੈ ਤੁਹਾਡੀ ਫੈਡਰੇਸ਼ਨ। ਦੂਸਰਾ, ਤੁਹਾਡੇ ਜਿਹੜੇ ਪੰਜਾਬ ਦੇ ਪਲੇਅਰਸ ਨੇ ਉਹਨਾਂ ਵਾਸਤੇ ਕਾਫੀ ਮੋਟੀਵੇਸ਼ਨ ਹੈ ਕਿ ਇੰਡੀਆ ਟੀਮ ਵਾਸਤੇ ਖੇਡੀਏ ਤਾਂ ਸਾਡੇ ਵਾਸਤੇ ਮਾਣ ਵਾਲੀ ਗੱਲ ਹੁੰਦੀ ਹੈ। ਫਿਰ ਫੈਡਰੇਸ਼ਨ, ਉਹੀ ਫੈਡਰੇਸ਼ਨ ਤੁਹਾਡੇ ਪਲੇਅਰਸ ਦੇ ਨਾਂ 'ਤੇ ਅਵਾਰਡ ਸ਼ੁਰੂ ਕਰਦੀ ਹੈ। ਮਤਲਬ ਬਹੁਤ ਵਧੀਆ ਗੱਲ ਸੀ ਜੀ। ਬਲਜੀਤ ਬਾਈ, ਜਦੋਂ ਤੁਸੀਂ ਖੇਡਦੇ ਸੀ 2000 ਦੀ ਗੱਲ ਕਰ ਲਾਂ, 2003, 4, 5, 6 ਹੈ ਨਾ, ਜਦੋਂ ਰਾਜਪਾਲ ਭਾਜੀ ਤੁਹਾਡੇ ਬੈਚਮੇਟ, ਪ੍ਰਭਜੋਤ ਸਾਰੇ ਸੀਗੇ, ਤੁਸੀਂ ਖੇਡਦੇ ਸੀ, ਉਸ ਸਮੇਂ ਦੀ ਮੈਂ ਗੱਲ ਕਰਾਂ ਜਾਂ ਫਿਰ ਅੱਜ ਦੇ ਮੈਂ ਸਮੇਂ ਦੀ ਗੱਲ ਕਰਾਂ, ਹਾਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ, ਬੇਸ਼ੱਕ ਬਹੁਤ ਸਾਰੇ ਖਿਡਾਰੀ ਨੇ ਭਾਰਤੀ ਟੀਮ ਦੇ ਵਿੱਚ ਖੇਡਦੇ ਨੇ, ਪਰ ਇਹ ਸੱਚਾਈ ਜਿੱਥੇ ਤੱਕ ਮੈਨੂੰ ਲੱਗਦਾ ਕਿ ਗ੍ਰਾਫ ਨੀਚੇ ਆਇਆ ਅਤੇ ਹੁਣ ਖਿਡਾਰੀ ਉਹਨੇ ਪੰਜਾਬ ਦੇ ਵਿੱਚੋਂ ਨਹੀਂ ਨਿਕਲ ਰਹੇ। ਹਾਂਜੀ ਭਾਜੀ, ਗੱਲ ਠੀਕ ਹੈ ਤੁਹਾਡੀ ਕਿ ਜਿਹੜਾ ਹੁਣ ਹੀ ਮੈਂ ਤੁਹਾਨੂੰ ਦੱਸਿਆ ਕਿ ਸੀਨੀਅਰ ਟੀਮ ਦੇ ਵਿੱਚ ਸਾਡੇ 8-9 ਪਲੇਅਰਸ ਰਹਿੰਦੇ ਨੇ, ਲੇਕਿਨ ਜੂਨੀਅਰ ਦੇ ਵਿੱਚ ਇਸ ਵੇਲੇ ਸਾਡੇ 1 ਜਾਂ 2 ਪਲੇਅਰਸ ਹੋਣਗੇ ਪੰਜਾਬੀ ਪਲੇਅਰ। ਇਹ ਕਾਫੀ ਡਿਸਅਪੋਇੰਟਿੰਗ ਹੈਗਾ, ਕਿਉਂਕਿ ਗਰਾਸ ਰੂਟ 'ਤੇ ਸਾਡੀ ਜਿਹੜੀ ਹਾਕੀ ਹੈ ਉਹ ਕਿਤੇ ਨਾ ਕਿਤੇ ਦਮ ਤੋੜਦੀ ਨਜ਼ਰ ਆ ਰਹੀ ਹੈ। ਅਸੀਂ ਕਿਉਂਕਿ ਸਰਕਾਰਾਂ ਬਦਲਦੀਆਂ, ਸਿਸਟਮ ਸਾਰਾ ਬਦਲ ਜਾਂਦਾ ਹੈ, ਉਹ ਸਿਸਟਮ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਵਾਸਤੇ ਇੱਕ ਵਿਜ਼ਨ ਚਾਹੀਦਾ, ਜੋ ਕਿ ਹਜੇ ਤੱਕ ਮੈਨੂੰ ਇਹ ਨਹੀਂ ਲੱਗ ਰਿਹਾ ਕਿ ਇੰਪਲੀਮੈਂਟ ਹੋਇਆ ਹੋਵੇ। ਸਾਡੀ ਸਪੋਰਟਸ ਦੀ ਪਾਲਿਸੀਜ਼ ਬਣ ਰਹੀਆਂ ਪੰਜਾਬ ਦੀਆਂ, ਕਿਉਂਕਿ ਜਿਹੜੇ ਸਾਡੇ ਮੈਡਲਿਸਟ ਆਏ ਸੀਗੇ ਓਲੰਪਿਕ ਖੇਡ ਕੇ, ਉਹਨਾਂ ਦੀ ਅਸੀਂ ਦੇਖਦੇ ਹਾਂ ਬਾਰ-ਬਾਰ ਇੰਟਰਵਿਊਜ਼ ਕਿ ਉਹ ਸਰਕਾਰ ਨੂੰ ਮਿਲ ਰਹੇ ਆ ਅਤੇ ਜੋਬਸ ਨਹੀਂ ਉਹਨਾਂ ਨੂੰ ਪ੍ਰੋਮਿਸ ਹੋ ਰਹੇ ਆ, ਲੇਕਿਨ ਉਹ ਕਿਤੇ ਨਾ ਕਿਤੇ ਪ੍ਰੋਮਿਸ ਫੁੱਲਫਿਲ ਨਹੀਂ ਹੋਏ ਹਜੇ ਤੱਕ। ਸੋ ਉਹ ਜਿਹੜਾ ਸਾਰਾ ਇੱਕ ਬੇਚੈਨੀ ਦਾ ਮਾਹੌਲ ਬਣਦਾ ਹੈ ਕਿ ਪਲੇਅਰ ਖੇਡੇ ਕਾਹਦੇ ਵਾਸਤੇ, ਕਿਉਂਕਿ ਪਲੇਅਰਸ ਵਾਸਤੇ ਜੋਬਸ ਹੈ ਨਹੀਂ, ਅੱਗੇ ਉਹਨਾਂ ਵਾਸਤੇ ਕੋਈ ਐਸੇ ਸਾਧਨ ਨਹੀਂ ਹੈਗੇ ਜਿੱਥੇ ਜਾ ਕੇ ਉਹ ਪ੍ਰੈਕਟਿਸ ਕਰਨ। ਚੰਗੇ ਕੋਚਿਸ ਹੋਣੇ ਬਹੁਤ ਜ਼ਰੂਰੀ ਹੈਗੇ, ਚੰਗੇ ਸੈਂਟਰਸ ਹੋਣੇ ਜ਼ਰੂਰੀ ਹੈ, ਉੱਥੇ ਫਿਰ ਸਿਲੈਕਸ਼ਨ ਉਹਨਾਂ ਦੀ ਹੋਣੀ ਬਹੁਤ ਜ਼ਰੂਰੀ ਹੈਗੀ ਆ। ਸੋ ਇਹ ਸਾਰਾ ਕੁਛ ਜੋ ਵੀ ਹੈ, ਜੇ ਉਹ ਆਪਾਂ ਹੁਣ ਨਹੀਂ ਦਰੁਸਤ ਕਰਦੇ, ਆਪਣੀ ਪੰਜਾਬ ਦੀ ਇਹ ਜਿਹੜੀ ਮਾਂ ਖੇਡ ਹੈ ਹਾਕੀ, ਜਿਹਦਾ ਕਿ ਇੱਕ ਪੂਰਾ ਇੱਕ ਗਲੋਰੀਅਸ ਹਿਸਟਰੀ ਰਹੀ ਹੈ, ਜਿਹਦੇ ਵਿੱਚ ਕਿ ਸਾਡਾ ਓਲੰਪਿਕ ਦੇ ਵਿੱਚ ਜਿਹੜੇ 골ਡ ਮੈਡਲ ਜਿੱਤਣ ਵਾਲੀਆਂ ਟੀਮਾਂ ਦੇ ਵਿੱਚ 11 ਪਲੇਅਰ ਸਾਡੇ ਪੰਜਾਬ ਦੇ ਰਹੇ ਆ, ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਵਰਚਸਵ ਹੈਗਾ ਉਹ ਕਹਿ ਲਓ ਕਿ ਥੱਲੇ ਜਾਂਦਾ ਪਿਆ, ਉਹ ਇੱਕ ਮਿਆਰ ਹੈ ਉਹ ਥੱਲੇ ਜਾ ਰਿਹਾ। ਹੁਣ ਅਸੀਂ ਦੇਖਦੇ ਹਾਂ ਕਿ ਯੂਪੀ ਦੇ ਪਲੇਅਰਸ ਨੈਸ਼ਨਲ ਜਿੱਤ ਰਹੇ ਆ, ਉੜੀਸਾ ਦੇ ਪਲੇਅਰਸ ਨੈਸ਼ਨਲ ਜਿੱਤ ਰਹੇ, ਲੇਕਿਨ ਸਾਡੀ ਉੱਥੇ ਵੀ ਨੈਸ਼ਨਲ ਲੈਵਲ 'ਤੇ ਸਾਡੀ ਹਾਕੀ ਵੀ ਥੱਲੇ ਜਾ ਰਹੀ ਹੈ। ਬਹੁਤ ਫਿਕਰ ਵਾਲੀ ਗੱਲ ਹੈ ਜੀ। ਮੈਂ ਤਾਂ ਇਹ ਸਮਝਦਾ ਕਿ ਸਰਕਾਰ ਸਾਡੇ ਵਰਗੇ
ਪੁਰਾਣੇ ਪਲੇਅਰਸ ਤੋਂ ਜਿਸ ਤਰੀਕੇ ਦੀ ਵੀ ਹੈਲਪ ਲੈਣਾ ਚਾਹਵੇ ਅਸੀਂ ਰੈਡੀ ਹਾਂ। ਸਾਡੇ ਨਾਲ ਕੋਈ ਸਲਾਹ ਕਰਨ, ਸਾਨੂੰ ਕੋਈ ਡਿਊਟੀ ਦੇਣ, ਅਸੀਂ ਬਿਲਕੁਲ ਉਹਨਾਂ ਦੇ ਨਾਲ ਖੜੇ ਹਾਂ। ਅੱਛਾ ਬਲਜੀਤ ਭਾਈ, ਤੁਸੀਂ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਦੇਖੀਆਂ, ਜਦੋਂ ਖੇਡਦੇ ਸੀ ਜਾਂ ਫਿਰ ਜਦੋਂ ਹੁਣ ਨੌਕਰੀ ਕਰਨ ਲੱਗ ਗਏ, ਨਵੀਂ ਸਰਕਾਰ ਆਈ ਆਮ ਆਦਮੀ ਪਾਰਟੀ ਦੀ, ਸਾਰਾ ਸਮਾਂ ਤੁਸੀਂ ਦੇਖਿਆ, ਸਾਰੀਆਂ ਪਾਰਟੀਆਂ ਦੀ ਤੁਸੀਂ ਸਰਕਾਰ ਵੀ ਆਲਰੇਡੀ ਦੇਖੀ ਆ। ਤੁਹਾਨੂੰ ਕੀ ਲੱਗਦਾ ਕਿ ਕੀ ਬਦਲਾਅ ਆਉਣਾ ਚਾਹੀਦਾ ਤਾਂ ਜੋ ਪੰਜਾਬ ਜਿਹੜਾ ਖੇਡਾਂ ਅਤੇ ਸੱਭਿਆਚਾਰ ਦੇ ਲਈ ਮਸ਼ਹੂਰ ਹੁੰਦਾ ਸੀ, ਉਹ ਦੁਬਾਰੇ ਤੋਂ ਉਹੀ ਪੰਜਾਬ ਹੁਣ ਦੇ ਸਮੇਂ ਦੇ ਵਿੱਚ ਬਣ ਜੇ? ਭਾਜੀ ਆਪਾਂ ਨਾ ਮਤਲਬ ਸਾਡਾ ਜਿਹੜਾ ਯੂਥ ਹੈ, ਜਦ ਤੱਕ ਅਸੀਂ ਉਹਨੂੰ ਕੋਈ ਨਾ ਕੋਈ ਡਾਇਰੈਕਸ਼ਨ ਨਹੀਂ ਦੇਵਾਂਗੇ, ਪੋਜ਼ਿਟਿਵ ਡਾਇਰੈਕਸ਼ਨ ਨਹੀਂ ਦੇਵਾਂਗੇ, ਉਹ ਐਵੇਂ ਭਟਕਦਾ ਰਹੂਗਾ। ਆਪਾਂ ਦੇਖਦੇ ਹਾਂ ਕਿ ਨਸ਼ੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਕਿਉਂ ਇੰਨਾ ਵੱਧ ਰਿਹਾ, ਕਿਉਂਕਿ ਯੂਥ ਆਪਣੀ એનર્ਜੀ ਕਿਤੇ ਨਾ ਕਿਤੇ ਚੈਨਲਾਈਜ਼ ਕਰਨਾ ਚਾਹੁੰਦਾ, ਲੇਕਿਨ ਉਹ ਰਾਹ ਹੀ ਨਹੀਂ ਲੱਭ ਰਿਹਾ। ਸਪੋਰਟਸ ਇੱਕ ਐਸੀ ਵਾਹਦ ਮੈਂ ਸ਼ਾਇਦ ਕਹਿ ਸਕਦਾ ਕਿ ਜਿਹਦੇ ਵਿੱਚ ਇਕੱਲਾ ਸਪੋਰਟਸਮੈਨ ਖੇਡ ਨਹੀਂ ਰਿਹਾ, ਇੱਥੋਂ ਕਈ ਤਰੀਕੇ ਦੀਆਂ ਜੌਬਸ ਓਪਰਚੁਨਿਟੀਜ਼ ਕ੍ਰੀਏਟ ਹੋ ਜਾਂਦੀਆਂ, ਟ੍ਰੇਨਰ ਦੀ, ਕੋਚਿਸ ਦੀ। ਤੁਸੀਂ ਲਾਓ ਕਿ ਇਸੇ ਸਿਰਫ ਉਹ ਪੰਜਾਬ ਦੇ ਵਿੱਚ ਹੀ ਨਹੀਂ ਜੌਬ ਲੈਂਦੇ, ਉਹ ਕੋਈ ਆਰਮੀ ਦੇ ਵਿੱਚ ਜਾ ਰਿਹਾ, ਕੋਈ ਦੂਸਰੀ ਸਟੇਟ ਦੇ ਵਿੱਚ ਜਾ ਕੇ PNB ਦੇ ਵਿੱਚ, ਕੋਈ ਪੁਲਿਸ ਦੇ ਵਿੱਚ, ਕੋਈ 에ਅਰਲਾਈਨਸ ਦੇ ਵਿੱਚ ਕਿਤੇ ਨਾ ਕਿਤੇ ਜੌਬ ਲੈ ਰਿਹਾ। ਸੋ ਇਹ ਐਡਾ ਵੱਡਾ ਮਤਲਬ ਗਰਾਊਂਡ ਹੈਗਾ ਕਿ ਜਿੱਥੇ ਕਿਤੇ ਨਾ ਕਿਤੇ ਪਲੇਅਰ ਜਾ ਕੇ ਐਡਜਸਟ ਹੋ ਜਾਂਦਾ। ਅਤੇ ਦੂਸਰਾ ਇਹ ਹੈ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੂੰ ਇੱਕ ਰਾਹ ਮਿਲਦਾ ਹੈ ਕਿ ਜਿੱਥੇ ਉਹ ਆਪਣੀ એનર્ਜੀ ਨੂੰ ਚੈਨਲਾਈਜ਼ ਕਰਨ। ਸੋ ਇਹ ਜਿਹੜਾ ਪੰਜਾਬ ਦਾ ਇਸ ਵੇਲੇ ਯੂਥ ਹੈਗਾ, ਕਿਤੇ ਨਾ ਕਿਤੇ ਉਹਦੇ ਵਾਸਤੇ ਬਹੁਤ ਸੋਚਣ ਦੀ ਲੋੜ ਹੈ, ਕਿਉਂਕਿ ਇਨਵੈਸਟਮੈਂਟ ਜਿਹੜੀ ਹੈਗੀ ਉਹ ਯੂਥ 'ਤੇ ਹੀ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ, ਕਿਉਂਕਿ ਇਹੀ ਤੁਹਾਡਾ ਫਿਊਚਰ ਬਣਨਾ ਅੱਗੇ ਜਾ ਕੇ। ਸੋ ਤੁਸੀਂ ਆਪਣੇ ਯੂਥ 'ਤੇ, ਆਪਣੇ ਇਸ ਪ੍ਰੈਜ਼ੈਂਟ 'ਤੇ ਜੇ ਤੁਸੀਂ ਨਹੀਂ ਸੋਚਦੇ ਤਾਂ ਫਿਰ ਅੱਗੇ ਜਾ ਕੇ ਉਹ ਯੂਥ ਨੂੰ ਤੁਸੀਂ ਕੰਪਲੇਂਟ ਕਰੋਗੇ, ਲੇਕਿਨ ਉਹ ਕੰਪਲੇਂਟ ਮੇਰੇ ਖਿਆਲ ਨਾਲ ਉਹ ਸਾਡੀ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਉਹ ਕੰਪਲੇਂਟ ਦੇਣ ਦਾ ਮੌਕਾ ਨਾ ਦਿੱਤਾ ਜਾਵੇ ਇਹਨਾਂ ਪਲੇਅਰਸ ਵਾਸਤੇ। ਇਹ ਮਤਲਬ ਕਿਸੇ ਵੀ, ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਉੜੀਸਾ ਨੇ ਇੰਡੀਆ ਟੀਮ ਨੂੰ ਬਜਟਿੰਗ ਕਰ ਰਹੀ ਹੈ, ਇੰਡੀਆ ਟੀਮ ਨੂੰ ਉਹ ਸਪੋਂਸਰ ਕਰ ਰਹੀ ਹੈ, ਅਤੇ ਅਸੀਂ ਤਾਂ ਕਿਸੇ ਨੂੰ ਸਪੋਂਸਰ ਨਹੀਂ ਕਰ ਰਹੇ, ਅਸੀਂ ਆਪਣੇ ਬੱਚਿਆਂ 'ਤੇ ਤਾਂ ਖਰਚਾ ਕਰ ਸਕਦੇ ਹਾਂ। ਉਹਨਾਂ ਨੂੰ ਵਧੀਆ ਗਰਾਊਂਡਸ ਦੇਈਏ, ਉਹਨਾਂ ਨੂੰ ਵਧੀਆ ਐਨਵਾਇਰਨਮੈਂਟ ਦੇਈਏ, ਤਾਂ ਕਿ ਉਹ ਕਿਤੇ ਨਾ ਕਿਤੇ ਆਪਣੇ ਪੇਰੈਂਟਸ ਦਾ ਨਾਮ ਉੱਚਾ ਕਰਨ, ਆਪਣੀ ਸਟੇਟ ਦਾ ਨਾਮ ਉੱਚਾ ਕਰਨ, ਅਤੇ ਗਲਤ ਜਿਹੜੀ ਐਕਟੀਵਿਟੀਆਂ ਉਹਨਾਂ ਤੋਂ ਬਚਣ। ਬਿਲਕੁਲ। ਅੱਛਾ ਬਲਜੀਤ ਭਾਈ, ਇੱਕ ਮੈਂ ਅਖੀਰ ਦੇ ਵਿੱਚ ਜਦੋਂ ਵੀ ਖਿਡਾਰੀ ਦੇ ਨਾਲ ਇੰਟਰਵਿਊ ਜਾਂ ਫਿਰ ਮੁਲਾਕਾਤ ਕਰਦਾ, ਮੈਂ ਅਖੀਰ ਦੇ ਵਿੱਚ ਆਪਾਂ ਸਰਕਾਰਾਂ ਦੀ ਗੱਲ ਕੀਤੀ, ਪਰ ਜਿਹੜਾ ਯੂਥ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਜਾਂ ਤਾਂ ਨਸ਼ਿਆਂ ਦੇ ਵਿੱਚ ਪੰਜਾਬ ਦਾ ਯੂਥ ਪੈ ਚੁੱਕਿਆ, ਇਹ ਸੱਚਾਈ ਹੈ, ਜਾਂ ਫਿਰ ਵਿਦੇਸ਼ਾਂ ਦਾ ਜਿਹੜਾ ਰੁੱਖ ਆ ਯੂਥ ਦੇ ਵੱਲੋਂ ਕੀਤਾ ਜਾ ਰਿਹਾ। ਐਜ਼ ਅ ਖਿਡਾਰੀ, ਬਤੌਰ ਐਜ਼ ਅ ਸਪੋਰਟਸ ਪਰਸਨ, ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਸਮੇਂ ਦੇ ਵਿੱਚ? ਮੈਂ ਸਭ ਤੋਂ, ਕਿਉਂਕਿ ਮੇਰਾ ਲਾਈਫ ਦਾ ਇਹੀ ਐਕਸਪੀਰੀਅੰਸ ਹੈਗਾ, ਮੈਂ ਕੋਈ ਮਤਲਬ ਇਸ ਤਰੀਕੇ ਨਾਲ ਕੋਈ ਲੈਕਚਰ ਨਹੀਂ ਕਰਨਾ ਚਾਹੁੰਦਾ, ਲੇਕਿਨ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਲਾਈਫ ਦੇ ਵਿੱਚ ਡਿਸਿਪਲਿਨ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਆਪਣੇ ਪੇਰੈਂਟਸ ਦੀ ਗੱਲ, ਆਪਣੇ ਕੋਚਿਸ ਦੀ ਗੱਲ ਬਿਲਕੁਲ ਮੰਨਣੀ ਚਾਹੀਦੀ ਹੈ। ਕਦੇ ਵੀ ਤੁਹਾਡੇ ਕੋਚਿਸ ਅਤੇ ਤੁਹਾਡੇ ਪੇਰੈਂਟਸ ਤੁਹਾਨੂੰ ਗਲਤ ਗਾਈਡ ਨਹੀਂ ਕਰਦੇ। ਤੁਸੀਂ ਜਿਹੜੀ ਡਾਇਰੈਕਸ਼ਨ ਤੁਹਾਡੇ ਪੇਰੈਂਟਸ ਦੇਣਾ ਚਾਹੁੰਦੇ ਆ, ਜਿਹੜੀ ਡਾਇਰੈਕਸ਼ਨ ਤੁਹਾਡੇ ਕੋਚਿਸ ਦੇਣਾ ਚਾਹੁੰਦੇ, ਤੁਸੀਂ ਉਸ ਡਾਇਰੈਕਸ਼ਨ ਨੂੰ ਮੰਨੋ ਅਤੇ ਆਪਣਾ 100% ਦਿਓ। ਕੋਈ ਸਵਾਲ, ਕੋਈ ਸ਼ੱਕ ਮਨ ਦੇ ਵਿੱਚ ਰੱਖੋ ਹੀ ਨਾ। ਜੋ ਚੀਜ਼ ਤੁਸੀਂ ਚਾਹੁੰਦੇ ਹੋ ਉਹ ਅਚੀਵ ਕਰ ਸਕਦੇ ਹੋ। ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਬਹੁਤ ਆਉਂਦੇ ਆ। ਇਕੱਲਾ ਬਲਜੀਤ ਸਿੰਘ ਨੂੰ ਤੁਸੀਂ ਮੋਟੀਵੇਸ਼ਨ ਉਹਦੀ ਨਾ ਲਓ, ਤੁਸੀਂ ਆਪਣੇ ਪੇਰੈਂਟਸ ਤੋਂ ਮੋਟੀਵੇਸ਼ਨ ਲੈ ਸਕਦੇ ਹੋ, ਆਪਣੇ ਭੈਣ ਭਰਾ ਤੋਂ ਲੈ ਸਕਦੇ ਹੋ। ਆਪਣੇ ਆਲੇ ਦੁਆਲੇ ਤੁਹਾਡੇ ਬਹੁਤ ਇੱਦਾਂ ਦੇ ਬੰਦੇ ਹੋਣਗੇ ਜਿਨ੍ਹਾਂ ਨੇ ਬਿਲਕੁਲ ਵਿਪਰੀਤ ਮਤਲਬ ਐਨਵਾਇਰਨਮੈਂਟ ਦੇ ਵਿੱਚ ਆਪਣਾ 100% ਦਿੱਤਾ ਹੈ, ਅਤੇ ਉਹ ਅੱਜ ਕਾਮਯਾਬ ਨੇ। ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਬਹੁਤ ਐਸੇ ਨਾਮ ਨੇ ਜਿਨ੍ਹਾਂ ਨੂੰ ਕੋਈ ਫੈਮਿਲੀ ਬੈਕਗਰਾਊਂਡ ਨਹੀਂ ਸੀਗੇ, ਲੇਕਿਨ ਉਹਨਾਂ ਨੇ ਮਿਹਨਤ, ਪੋਜ਼ੀਟਿਵ ਅਪਰੋਚ, ਰਾਈਟ ਡਾਇਰੈਕਸ਼ਨ ਨਾਲ ਬਹੁਤ ਫਾਇਦਾ ਹੋਇਆ। ਸੋ ਮੈਂ ਯੂਥ ਨੂੰ ਇਹੀ ਕਹਾਂਗਾ, ਮਿਹਨਤ ਕਰੋ, ਡਿਸਅਪੁਆਇੰਟ ਨਹੀਂ ਹੋਣਾ। ਲਾਈਫ ਦੇ ਵਿੱਚ ਬਹੁਤ ਕੁਛ ਹੈ, ਇੱਕ ਰਾਸਤਾ ਬੰਦ ਹੁੰਦਾ, ਦੂਸਰਾ ਖੁੱਲ੍ਹ ਜਾਂਦਾ। ਸੋ ਮੈਂ ਇਹੀ ਕਹਾਂਗਾ ਕਿ ਆਪਣੇ ਆਪ 'ਤੇ ਫੇਥ ਰੱਖੋ। ਸੋ ਇਸੇ ਬਲਜੀਤ ਦੱਦਵਾਲ ਜੋ ਕਿ ਓਲੰਪੀਅਨ ਰਹੇ ਨੇ, ਇੰਟਰਨੈਸ਼ਨਲ ਖਿਡਾਰੀ ਵੀ ਰਹੇ ਨੇ, ਅਤੇ ਬਹੁਤ ਵੱਡਾ ਨਾਮ ਉਹਨਾਂ ਨੇ ਖੇਡਾਂ ਦੀ ਦੁਨੀਆ ਦੇ ਵਿੱਚ ਕਮਾਇਆ, ਅਤੇ ਜਿਸ ਦੀ ਬਦੌਲਤ ਅੱਜ ਉਹਨਾਂ ਦੇ ਨਾਮ 'ਤੇ ਇੱਕ ਅਵਾਰਡ ਵੀ ਜਿਹੜਾ ਹਰ ਸਾਲ ਖਿਡਾਰੀਆਂ ਨੂੰ, ਹਾਕੀ ਦੇ ਖਿਡਾਰੀਆਂ ਨੂੰ ਦਿੱਤਾ ਜਾਂਦਾ। ਬਲਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦੇਣ ਦੇ ਲਈ।
ਸੋ ਅੱਜ ਦੇ ਫਿਲਹਾਲ ਦੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ। ਉਮੀਦ ਕਰਦੇ ਹਾਂ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜਾਂ ਫਿਰ ਉਹਨਾਂ ਦੇ ਸਫ਼ਰ ਸੁਣ ਕੇ ਤੁਹਾਨੂੰ ਵੀ ਕੋਈ ਨਾ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਉਮੀਦ ਜ਼ਰੂਰ ਜਾਗੂਗੀ। ਅਤੇ ਅਗਲੀ ਵਾਰ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਖਿਡਾਰੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ, ਤਾਂ ਜੋ ਉਸ ਖਿਡਾਰੀ ਦੇ ਸਫ਼ਰ ਅਤੇ ਉਸ ਖਿਡਾਰੀ ਦੇ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਅਸੀਂ ਜਾਣੂ ਤੁਹਾਨੂੰ ਕਰਵਾ ਸਕੀਏ। ਫਿਲਹਾਲ ਦੇ ਲਈ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।